देखो जी, हौली हौली तुसी कोई टैची, कोई पेटी, कोई अलमारी, कोई संदूख, ਉਹਦੇ 'ਚ ਕੋਈ ਰੱਖਿਆ ਝੋਲਾ, ਝੋਲੇ 'ਚ ਰੱਖੇ ਕਾਗਜ਼, ਉਹਨਾਂ ਕਾਗਜ਼ਾਂ ਦੇ ਵਿੱਚ ਰੱਖਿਆ ਉਹ ਕਾਗਜ਼ ਜਿਹਦਾ ਮੁੱਲ ਪੈਣ ਵਾਲਾ ਥੋੜ੍ਹੇ ਦਿਨਾਂ ਤੱਕ, ਉਹਨੂੰ ਚੈੱਕ ਕਰ ਲਓ ਵੀ ਕਿਸੇ ਵੇਲੇ ਹੁੰਦਾ ਕੋਈ ਫੋਟੋ ਦੀ ਤਬਦੀਲੀ, ਕੋਈ ਨਾਂ ਦੀ ਤਬਦੀਲੀ, ਕੋਈ ਹੋਰ ਹਿਸਾਬ ਕਿਤਾਬ, ਜਾਂ ਇਹ ਵੀ ਇੱਧਰੋਂ ਉੱਧਰੋਂ ਪਤਾ ਕਰਕੇ ਚੈੱਕ ਕਰ ਲਿਆ ਜਾਵੇ ਵੀ ਲਿਸਟ ਜਿਹੜੀ ਹੈ ਉਹਦੇ 'ਚ ਆਪਣਾ ਉਹਦਾ ਨਾਂ ਹੈਗਾ। ਮੈਂ ਵੋਟਰ ਕਾਰਡ ਦੀ ਗੱਲ ਕਰਦਾ ਕਿਉਂਕਿ ਉਸ ਕਾਰਡ ਦੀ 5 ਸਾਲ ਬਾਅਦ ਪੰਜਾਬ 'ਚ ਬਹੁਤ ਲੋੜ ਪੈਂਦੀ ਹੁੰਦੀ ਆ, ਅਤੇ ਹੁਣ ਸੁੱਖ ਨਾਲ ਉਹ ਦਿਨ ਆ ਗਏ ਆ। ਤੁਸੀਂ ਸੁਣ ਰਹੇ ਹੋ ਪ੍ਰਾਈਮ ਫੋਕਸ, ਦੇਖ ਵੀ ਰਹੇ ਹੋ ਪ੍ਰਾਈਮ ਏਸ਼ੀਆ TV। ਮੈਂ ਸੁਣ ਰਿਹਾ ਤਾਂ ਕਿਹਾ ਵੀ ਕਿਉਂਕਿ ਰੇਡੀਓ 'ਤੇ ਵੀ ਅਸੀਂ ਪਲੇਅ ਕਰਦੇ ਹਾਂ ਇਸ ਪ੍ਰੋਗਰਾਮ ਨੂੰ। ਅਤੇ ਗੱਲ ਇਹ ਆ ਕਿ ਵੀ ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ ਹੈਗੇ ਆ। ਹੋ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸੀ ਤਾਂ ਮੈਂ ਗਲਤ ਨਹੀਂ ਕਿਹਾ ਵੀ ਉਹ ਕਾਰਡ ਕੱਢ ਲੈਣਾ ਚਾਹੀਦਾ, ਕਿਸੇ ਵੇਲੇ ਹੁੰਦਾ ਨਾ ਮੌਕੇ 'ਤੇ ਲੱਭਦਾ ਹੀ ਨਹੀਂ, ਮਤਲਬ ਬੰਦਾ ਆਖੇ ਵੀ ਯਾਰ ਬੰਦਾ ਦੇ ਕੱਲ੍ਹ ਆਇਆ ਸੀਗਾ, ਉਹ ਕਹਿੰਦੇ ਵੋਟ ਸਾਨੂੰ ਪਾਓ, ਕਹਿੰਦੇ ਪਾਉਣੀ ਤਾਂ ਹੈਗੀ ਭਾਜੀ, ਕਾਰਡ ਹੈ ਨਹੀਂ ਜ਼ਰੂਰੀ ਹੈ ਜੀ। ਇਲੈਕਸ਼ਨ ਕਮਿਸ਼ਨ ਵਾਲੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਘੁੰਮਦੇ ਆ, ਤੂਫਾਨੀ ਦੌਰੇ 'ਤੇ ਨੇ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਜਿਨ੍ਹਾਂ ਦੀ ਰਹਿਨੁਮਾਈ ਦੇ ਹੇਠ ਵੋਟਾਂ ਪੈਣੀਆਂ, ਉਹ ਵੀ ਆਣ ਕੇ ਕਹਿ ਕੇ ਗਏ ਆ ਕਿ ਭਾਈ ਜਨਵਰੀ ਦੇ ਪਹਿਲੇ ਹਫ਼ਤੇ ਵੋਟਰ ਸੂਚੀ ਛਾਪ ਦੇਣੀ ਆ। ਇਸ ਕਰਕੇ ਉਹਨਾਂ ਦਾ ਕੰਮ ਹੈ ਵੋਟਰ ਸੂਚੀ ਛਾਪਣਾ। ਤੁਹਾਡਾ ਇੱਕ ਕੰਮ ਸੀ ਨਾਂ ਦਰਜ ਕਰਾਉਣਾ, ਸੋਧ ਕਰਾਉਣੀ, ਅਤੇ ਹੁਣ ਡਾਕੂਮੈਂਟ ਸਾਂਭ ਕੇ ਰੱਖਣਾ, ਜੇਬ 'ਚ ਪਾ ਕੇ ਲੈ ਕੇ ਜਾਣਾ। ਪਰ ਇੱਕ ਗੱਲ ਦਾ ਆਪਾਂ ਵਾਅਦਾ ਲੈਣਾ ਹੀ, 75% ਤੋਂ ਵੱਧ ਵੋਟਾਂ ਪਈਆਂ ਸੀ ਵਿਧਾਨ ਸਭਾ ਦੀ ਚੋਣ 'ਚ 2017 'ਚ। 2019 'ਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ 65-66% ਕੋਲ ਆ ਗਿਆ ਕੰਮ। ਇਹ ਜਿਹੜੇ 35-36% ਲੋਕ ਵੋਟਾਂ ਨਹੀਂ ਪਾਉਂਦੇ, 100 ਦੇ ਵਿੱਚੋਂ 35-36 ਹੋ ਸਕਦਾ ਕੁਝ ਵਿਦੇਸ਼ 'ਚ ਹੋਣ, ਕੁਝ ਕੰਮਾਂ ਕਾਰਾਂ ਲਈ ਦੂਰ ਹੋਣ, ਪਰ ਕੋਈ ਵੀ ਬੰਦਾ ਘਰ ਬੈਠਾ ਨਾ ਰਹਿ ਜਾਵੇ। ਜੇ ਘਰੇ ਬੈਠੇ ਰਹਿ ਜਾਓਗੇ ਤਾਂ ਫਿਰ 5 ਸਾਲ ਤੁਸੀਂ ਉਲਾਂਭਾ ਦੇਣ ਯੋਗੇ ਨਹੀਂ। ਹੋ ਸਕਦਾ ਬਹੁਤ ਸਾਰੇ ਲੋਕ ਇਹ ਕਹਿਣ ਜੀ ਇਹਨਾਂ ਨੇ ਕਿਹੜਾ ਕੋਈ ਕੰਮ ਕਰਨਾ ਹੁੰਦਾ। ਜੇ ਤੁਸੀਂ ਵੋਟ ਨਹੀਂ ਪਾਉਂਦੇ ਉਹਨਾਂ ਨੂੰ ਤਨਖਾਹਾਂ ਤਾਂ ਵੀ ਮਿਲਣੀਆਂ। ਜੇ ਤੁਸੀਂ ਵੋਟ ਨਹੀਂ ਪਾਉਂਦੇ ਉਹਨਾਂ ਨੂੰ ਪੈਨਸ਼ਨ, ਉਹਨਾਂ ਨੂੰ ਸਰਕਾਰੀ ਗੱਡੀ, ਉਹਨਾਂ ਨੂੰ ਤੇਲ, ਉਹਨਾਂ ਨੂੰ ਅਧਿਕਾਰ ਤਾਂ ਵੀ ਮਿਲਣੇ ਆ। ਤੁਸੀਂ ਆਪਣਾ ਕੰਮ ਘਟਾ ਲਿਆ ਬਸ। ਤੇ ਜੇ ਚਾਹੁੰਦੇ ਹੋ ਕਿ ਚੰਗੇ ਫੈਸਲੇ ਹੋਣ, ਚੰਗੇ ਬੰਦੇ ਅੱਗੇ ਆਉਣ, ਇਸ ਗੱਲ ਦੀ ਨਿਰਾਸ਼ਾ ਜਿਹੜੀ ਟਿੱਪਣੀਆਂ ਦੇ ਵਿੱਚ ਬਣਾ ਆਵੇ ਅਸੀਂ ਤਾਂ ਵੋਟ ਹੀ ਨਹੀਂ ਪਾਉਣੀ। ਵੋਟ ਤਾਂ ਤੁਹਾਨੂੰ ਪਾਉਣੀ ਚਾਹੀਦੀ ਹੈ, ਚੰਗੇ ਬੰਦੇ ਨੂੰ ਪਾਉਣੀ ਚਾਹੀਦੀ ਹੈ। ਸੋਚਣਾ ਵਿਚਾਰਨਾ ਤੁਸੀਂ ਆਪ ਆ, ਪਰ ਐਤਕੀ ਕੋਈ ਬੰਦਾ ਘਰੇ ਬੈਠਾ ਨਾ ਰਹਿ ਜਾਵੇ। ਪੋਲਿੰਗ ਵਾਹਵਾ ਹੋਣੀ ਚਾਹੀਦੀ ਹੈ ਅਤੇ ਚੰਗੇ ਤਰੀਕੇ ਹੋਣੀ ਚਾਹੀਦੀ ਹੈ, ਬੁੱਧੀ ਤੇ ਵਿਵੇਕ ਦੇ ਨਾਲ ਹੋਣੀ ਚਾਹੀਦੀ ਹੈ। ਨਾਲੇ ਇੱਕ ਗੱਲ ਹੋਰ ਹੈ ਨਾ, ਆਪਾਂ ਨੂੰ ਕਈ ਵਾਰ ਲੱਗਦਾ ਹੁੰਦਾ ਵੀ ਯਾਰ ਮੈਨੂੰ ਜਾਪਦਾ ਨਹੀਂ ਵੀ ਐਤਕੀ ਫਲਾਨਾ ਜਿੱਤੇ, ਜਾਂ ਮੈਨੂੰ ਜਾਪਦਾ ਵੀ ਐਤਕੀ ਫਲਾਣੇ ਨੇ ਜਿੱਤ ਜਾਣਾ ਹੀ। ਜੋ ਵੀ ਤੁਹਾਡੇ ਮਨ 'ਚ ਆ, ਜਾਂ ਜੇ ਤੁਸੀਂ ਸੋਚਦੇ ਹੋ ਵੀ ਮੈਨੂੰ ਐਸ ਕਾਰਨ ਕਰਕੇ ਲੱਗਦਾ ਵੀ ਮੈਂ ਫਲਾਣੇ ਨੂੰ ਜਿਤਾਵਾਂ, ਜਾਂ ਐਸ ਕਾਰਨ ਕਰਕੇ ਮੈਨੂੰ ਲੱਗਦਾ ਵੀ ਮੈਂ ਫਲਾਣੇ ਨੂੰ ਹਰਾਵਾਂ, ਤੁਸੀਂ ਘੱਟੋ ਘੱਟ ਆਪਣੇ ਵੱਲੋਂ ਜਾ ਕੇ ਬਟਨ ਦੱਬ ਦਿਓ। ਫਿਰ ਉਸ ਤੋਂ ਬਾਅਦ ਜਦੋਂ ਨਤੀਜਾ ਆਵੇ, ਹੋਰ ਕਿਸੇ ਵਾਲੇ ਪਾਸੇ ਆਪਾਂ ਜਾਈਏ ਚਾਹੇ ਨਾ ਜਾਈਏ, ਘੱਟੋ ਘੱਟ ਇੰਨਾ ਤਾਂ ਪਤਾ ਲੱਗ ਜੂ ਨਾ ਵੀ ਤੁਹਾਡੀ ਸੋਚ ਨਾਲ ਰਲਦੇ ਮਿਲਦੇ ਲੋਕ ਕਿੰਨੇ ਕੁ ਸੀਗੇ। ਮਤਲਬ ਤੁਹਾਡੀ ਸੋਚ ਸਹੀ ਸੀ ਜਾਂ ਗਲਤ ਸੀ, ਆਪੇ ਕਲੀਅਰ ਹੋ ਜੂ। ਸੰਧਾਲੀਆ ਸਭ ਜ਼ਰੂਰੀ ਹੈ ਨਾ। ਫਿਰ ਇਹ ਵੀ ਸਾਨੂੰ ਐਤਕੀ ਦੇਖਣਾ ਪਊਗਾ ਵਿਧਾਨ ਸਭਾ ਦੀਆਂ ਚੋਣਾਂ 'ਚ ਕਿ ਅਸੀਂ ਵੋਟ ਕਿੱਦਾਂ ਪਾਉਣੀ ਆ। ਇਹ ਬਹੁਤ ਵੱਡਾ ਸਵਾਲ ਹੈ। ਨਹੀਂ ਕਿੱਦਾਂ ਪਾਉਣੀ ਤੋਂ ਭਾਵ ਮਤਲਬ ਵੀ ਜਿਹੜਾ ਨੇਰੇ ਜੇ ਬੂਹਾ ਖੜਕਾ ਕੇ ਫਲਾਣਾ ਹੈ ਘਰੇ ਹੀ, ਫਿਰ ਉਹ ਤਾਂ ਤੁਹਾਡਾ ਦ੍ਰਿਸ਼ਟੀਕੋਣ ਹੈ ਲੀਡਰਾਂ ਦਾ ਵੀ ਅਸੀਂ ਇੱਦਾਂ ਬੰਦਿਆਂ ਨੂੰ ਕਿੰਨਿਆਂ ਕੁ ਨੂੰ ਐਂ ਜਿਹਾ ਕਰਕੇ ਲਿਜਾਣਾ ਹੀ ਉੱਥੇ। ਹਾਂ ਨਹੀਂ ਐਂ ਜੇ ਤੇ ਬੰਦਾ ਉਹ ਟਾਈਮ ਨਾਲ ਲਾਈਦਾ ਠੰਡੀ। ਹਾਂ ਹੁਣ ਰੌਲਾ ਕੀ ਹੈ ਕਿ ਜਿਹੜਾ ਬੰਦਾ ਇਹ ਦੇਖ ਕੇ ਆਪਣੀ ਵੋਟ ਦਾ ਮਨ ਬਣਾਉਂਦਾ ਹੈ, ਕਿੰਨੇ ਕੁ ਲੋਕ ਨੇ ਜਿਹੜੇ ਰੈਲੀ 'ਚ ਇਕੱਠ ਦੇਖ ਕੇ ਵੋਟ ਪਾਉਂਦੇ ਆ ਜੀ, ਉਹਦੀ ਰੈਲੀ 'ਚ ਇਕੱਠ ਬਹੁਤ ਸੀ, ਉਹਨੇ ਜਿੱਤ ਜਾਣਾ, ਉਹਨੂੰ ਵੋਟ ਪਾ ਦਿਓ। ਜਾਂ ਇਹਦੇ ਰੋਡ ਸ਼ੋਅ ਦੇ ਵਿੱਚ ਮੋਟਰਸਾਈਕਲ, ਸਕੂਟਰ, ਕਾਰਾਂ ਬਹੁਤ ਸੀ, ਉਹਨੂੰ ਵੋਟ ਪਾ ਦਿਓ। ਜਾਂ ਜਦੋਂ ਕੋਈ ਬੰਦਾ ਲੀਡਰ ਤੁਹਾਡੇ ਪਿੰਡ ਆਉਂਦਾ, ਉਹਦੇ ਨਾਲ ਕਾਫਲਾ ਬੜਾ ਵੱਡਾ ਹੁੰਦਾ, ਜਾਂ ਤੁਸੀਂ ਇਹ ਦੇਖ ਕੇ ਮਨ ਬਣਾਉਂਦੇ ਹੋ। ਜਾਣੀ ਵੋਟ ਪਾਉਣ ਤੋਂ ਪਹਿਲਾਂ ਵੋਟਰ ਦੀ ਮਾਨਸਿਕਤਾ ਕੀ ਹੈ, ਉਹ ਪ੍ਰਭਾਵਿਤ ਕਿਹੜੀ ਚੀਜ਼ ਤੋਂ ਹੁੰਦਾ, ਕਿ ਜਿਹਦੇ ਨਾਲ ਵੱਧ ਗਿਣਤੀ 'ਚ ਆ, ਜਾਂ ਜਿਹਦੇ ਪੋਸਟਰ ਵੱਧ ਲੱਗੇ ਆ, ਜਾਂ ਜਿਹਦੇ ਬੈਨਰ ਵੱਧ ਲੱਗੇ ਆ, ਜਾਂ ਜਿਹਦੇ ਹੱਕ 'ਚ ਕੋਈ ਵੱਡਾ ਲੀਡਰ ਪ੍ਰਚਾਰ ਕਰਨ ਆਇਆ, ਤੁਸੀਂ ਇੱਦਾਂ ਵੋਟ ਪਾਉਂਦੇ ਹੋ। ਜਾਂ ਤੁਸੀਂ ਆਪਣੇ ਉਮੀਦਵਾਰ ਨੂੰ ਦੇਖਦੇ ਹੋ ਕਿ ਭਾਈ ਉਮੀਦਵਾਰ ਗੱਲ ਤਾਂ ਸਿੱਖਿਆ ਦੀ ਕਰਦਾ ਹੈ, ਸਿਹਤ ਦੀ ਕਰਦਾ ਹੈ, ਬੇਰੁਜ਼ਗਾਰੀ ਦੀ ਕਰਦਾ ਹੈ, ਧਰਤੀ ਹੇਠਲੇ ਪਾਣੀ ਦੀ ਕਰਦਾ ਹੈ, ਬੁੱਢੇ ਨਾਲੇ ਦੀ ਕਰਦਾ, ਹਵਾ ਦੀ ਕਰਦਾ, ਹਸਪਤਾਲ 'ਚ ਡਾਕਟਰ ਦੀ ਕਰਦਾ ਹੈ। ਜਾਣੀ ਕਿਹੜੀ ਚੀਜ਼ ਹੈ। ਅਸੀਂ ਟਿੱਪਣੀਆਂ ਵੀ ਚਾਹੁੰਦੇ ਹਾਂ ਕਿ ਤੁਸੀਂ ਵੋਟ ਕੀ ਦੇਖ ਕੇ ਪਾਉਂਦੇ ਹੋ। ਇਹ ਤਾਂ ਸਾਰਿਆਂ ਨੂੰ ਮਲਾਲ ਹੁੰਦਾ ਨਾ, ਯਾਰ ਇੱਥੇ ਆਹ ਕੰਮ ਨਹੀਂ ਹੁੰਦਾ, ਨੌਕਰੀਆਂ ਨਹੀਂ ਮਿਲਦੀਆਂ, ਇੱਥੇ ਰੱਖਿਆ ਕੀ ਹੈ, ਸਾਡਾ ਕੀ ਕਸੂਰ ਹੈ। ਜਾਣੀ ਜੇ ਤਾਂ ਆਪਾਂ ਭੀੜ ਦੇਖ ਕੇ ਵੋਟ ਪਾਉਂਦੇ ਹਾਂ, ਜਾਂ ਆਪਾਂ ਬਣੇ ਬਣਾਏ ਢਰਰੇ ਦੇ ਉੱਤੇ ਵੋਟ ਪਾਉਂਦੇ ਹਾਂ ਜੀ ਅਸੀਂ ਤਾਂ ਫਲਾਨਿਆਂ ਨਾਲ ਜੁੜੇ ਹਾਂ, ਅਗਲਾ ਭਾਵੇਂ ਦੋਨੇ ਲੱਤਾਂ ਤੋੜ ਦੇਵੇ, ਅਸੀਂ ਫਿਰ ਵੀ ਕਹਿੰਦੇ ਯਾਰ ਉਹਨੇ ਸਾਨੂੰ ਫੌੜੀਆਂ ਲੈ ਕੇ ਦਿੱਤੀਆਂ, ਅਸੀਂ ਤਾਂ ਵੋਟ ਉਹਨੂੰ ਪਾਉਣੀ ਹੈ। ਜਾਣੀ ਜੇ ਤਾਂ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਦੇਖ ਕੇ ਕੈਂਡੀਡੇਟ ਤੇ ਪਾਰਟੀ ਦੀ ਚੋਣ ਕਰਦੇ ਹੋ ਤਾਂ ਬਹੁਤ ਵਧੀਆ। ਹਾਂ ਜੇ ਤੁਸੀਂ ਇੱਕੋ ਹੀ ਸੱਚੇ ਦੇ ਵਿੱਚ ਆ ਕਿ ਭਾਈ ਅਸੀਂ ਤਾਂ ਇਸੇ ਪਾਈਪ ਦੇ ਵਿੱਚ ਹੀ ਨਿਕਲਣਾ, ਟਿੱਪਣੀਆਂ ਜ਼ਰੂਰ ਕਰ ਦਿਓ, ਪਰ ਕਰਿਓ ਇਮਾਨਦਾਰੀ ਦੇ ਨਾਲ ਕਿ ਤੁਸੀਂ ਪੰਜਾਬ ਬਚਾਉਣ ਵਾਲਿਆਂ ਦੇ ਵਿੱਚ ਆ ਜਾਂ ਫਿਰ ਭੇਡਾਂ ਬੱਕਰੀਆਂ ਵਾਲਿਆਂ ਦੇ ਨਾਲ।
ਇੱਕ ਚੀਜ਼ ਹੋਰ ਕਰ ਦਈਏ, ਆਜੋ। ਜਦੋਂ ਬੰਦੇ ਨੇ ਸੋਚਣੀ ਹੈ ਨਾ ਤੇ ਉਹਨੂੰ ਮੇਰੇ ਖਿਆਲ ਨਾਲ ਬੜਾ ਸੌਖ ਹੋ ਜਾਊਗੀ ਵੀ ਜੇ ਮੰਨ ਲਓ ਵੀ ਮੈਂ ਕਿਸੇ ਪਾਰਟੀਕੂਲਰ ਪਾਰਟੀ ਨਾਲ ਵੱਜਾਂ ਜਾਂ ਵਿਚਾਰਧਾਰਾ ਨਾਲ ਵੱਜਾਂ ਤੇ ਸਾਡੇ ਤਾਂ ਜੀ ਫਿਰ ਇੱਦਾਂ ਹੀ ਚੱਲਦਾ ਸੀ ਵੀ ਪਰਿਵਾਰ ਤੋਂ ਹੁਣ ਫਿਰ ਕਿੱਦਾਂ ਅਲੱਗ ਹੋ ਜਾਈਏ। ਫਿਰ ਮੇਰੇ ਖਿਆਲ ਨਾਲ ਕਾਪੀ ਇੱਕ 10 ਵਾਲੀ ਹੋਰ ਲਾਈ ਜਾਵੇ ਵੀ ਪਰਿਵਾਰ ਨੇ ਜਾਂ ਅਸੀਂ ਜਿਹਨੂੰ ਵੀ ਚੁਣ ਕੇ ਅੱਗੇ ਲਿਆਂਦਾ ਉਹਨੇ ਸਾਡੇ ਲਈ, ਸਾਡੀ ਜ਼ਿੰਦਗੀ ਲਈ, ਸਾਡੇ ਆਲੇ ਦੁਆਲੇ ਲਈ, ਸਾਡੇ ਆਸੇ-ਪਾਸੇ ਲਈ ਕਿੰਨਾ ਕੁ ਬਿਹਤਰ ਕੀਤਾ। ਜੇ ਨਹੀਂ ਕੀਤਾ ਤੇ ਇਹ ਵੀ ਹੋ ਸਕਦਾ ਕਿਸੇ ਵੇਲੇ ਜ਼ਰੂਰੀ ਥੋੜ੍ਹਾ ਵੀ ਜੇ ਮੈਂ ਕਹਿਤਾ ਵੀ ਆਹ ਚੀਜ਼ ਇੱਦਾਂ ਤੇ ਉਹ ਸਹੀ ਹੋਵੇ। ਇਹਦਾ ਮਤਲਬ ਜੇ ਪਰਿਵਾਰ ਜਾਂ ਪਿਛਲੇ ਬੰਦੇ ਉਹ ਗਲਤ ਫੈਸਲਾ ਕਰਦੇ ਰਹੇ ਜਾਂ ਫਿਰ ਉਹਨਾਂ ਨੇ ਆਪਣੇ ਵੱਲੋਂ ਸਹੀ ਯਕੀਨ ਕੀਤਾ ਤੇ ਅਗਲਾ ਬੰਦਾ ਖਰਾ ਨਹੀਂ ਉਤਰਿਆ ਤੇ ਐਤਕੀ ਮੇਰੇ ਖਿਆਲ ਨਾਲ ਇੰਨਾ ਕੁ ਜ਼ਰੂਰ ਸੋਚ ਲੈਣਾ ਚਾਹੀਦਾ ਵੀ ਯਾਰ ਆਪਾਂ ਥੋੜ੍ਹਾ ਜਿਹਾ ਬਦਲ ਕੇ ਵੇਖੀਏ। ਕਿਸੇ ਵੇਲੇ ਜਿਹੜੀ ਕਾਪੀ ਹੁੰਦੀ ਆ ਉਹ ਪੁਰਾਣੀ ਹੋ ਜਾਂਦੀ ਹੈ, ਕਿਹੜਾ ਨਵੀਂ ਕਾਪੀ ਲਾ ਕੇ ਜਿਲਦ ਚੜਾ ਕੇ ਖੁਸ਼ਖਤ ਲਿਖਾਈ 'ਚ ਨਾਂ ਲਿਖ ਕੇ ਦੁਬਾਰਾ ਸ਼ੁਰੂ ਕਰੋ ਤੇ ਕਿਸੇ ਵੇਲੇ ਬੰਦਾ ਪੜ੍ਹਨ ਦੀ ਆਦਤ ਪੈ ਜਾਂਦੀ ਹੈ। ਪਊਗੀ ਜੀ, ਜ਼ਰੂਰ ਪਊਗੀ। ਇੱਕ ਮੈਨੂੰ ਹੋਰ ਸੰਧਾਲੀਆ ਸਾਹਿਬ ਲੱਗਦਾ ਕਿ ਇਹ ਸਲਾਹ ਵੇਲੇ ਸਿਰ ਦੇ ਦੇਣੀ ਚਾਹੀਦੀ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਜਦੋਂ ਫਰਵਰੀ ਮਾਰਚ ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਅਗਲੇ ਸਾਲ ਵੋਟਾਂ ਪੈਣ, ਉਹਦੇ ਤੋਂ ਬਾਅਦ ਤੁਸੀਂ ਸਾਡੇ ਕੋਲੋਂ ਇੱਕ ਚੀਜ਼ ਛੜਾ ਦਿਓ। ਜਿੱਦਾਂ ਹੁੰਦਾ ਨਾ ਕਿ ਮੱਝ ਹੱਥ ਪਈ ਹੁੰਦੀ ਆ ਤਾਂ ਮੁੜ ਕੇ ਕਹਿੰਦੇ ਮਸੀਂ ਪਿੱਛਾ ਛੁੱਟਾਈ। ਸਾਡੇ ਕੋਲ ਇੱਕ ਗੱਲ ਹੁੰਦੀ ਕਹਿਣ ਨੂੰ ਕਿ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਅਸੀਂ ਕਈ ਵਾਰੀ ਘੁੱਟਵੀਆਂ ਪਜਾਮੀਆਂ ਦੀ ਗੱਲ ਕਰਦੇ ਹਾਂ, ਜਿਹੜੇ ਅੱਗੇ ਪਿੱਛੇ ਲੀਡਰਾਂ ਦੇ ਤੁਰੇ ਹੁੰਦੇ ਜੀ ਆਪਾਂ ਲੀਡਰ ਦੇ ਨਾਲ ਆ। ਤੁਸੀਂ ਸਾਨੂੰ ਮੌਕਾ ਹੀ ਨਾ ਦਿਓ, ਸਾਨੂੰ ਝੂਠੇ ਸਾਬਤ ਕਰੋ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਵੋਟਰ ਤਾਂ ਆਮ ਆ ਨਾ, ਉਹਨਾਂ ਵੋਟਰਾਂ ਨੂੰ ਪ੍ਰਭਾਵਿਤ ਕਰਦੇ ਆ ਪਿੰਡਾਂ ਦੇ ਲੀਡਰ ਜਿਹੜੇ ਵੱਡੇ ਲੀਡਰਾਂ ਦੇ ਨਾਲ ਹੁੰਦੇ ਆ। ਤੁਹਾਡੇ ਕੋਲ ਵੀ ਇੱਕ ਮੌਕਾ ਹੈ ਕਿ ਤੁਸੀਂ ਸਾਡੀ ਆਲੋਚਨਾ ਦੇ ਦਾਇਰੇ 'ਚੋਂ ਬਾਹਰ ਹੋ ਜਾਓ। ਤੁਸੀਂ ਸਿਆਸੀ ਪਾਰਟੀਆਂ ਦੇ ਨਾਲ ਜੁੜੇ ਰਹੋ, ਤੁਸੀਂ ਅਹੁਦੇ ਲਓ, ਰੱਜ ਮਾਣੋ ਤੇ ਪਹਿਲਾਂ ਤੋਂ ਵੀ ਵੱਡੇ ਅਹੁਦੇ ਲਓ। ਪਰ ਤੁਸੀਂ ਆਪਣੀ ਪਾਰਟੀ ਦੇ ਉਮੀਦਵਾਰ ਜਦੋਂ ਤੁਹਾਨੂੰ ਟੈਲੀਫੋਨ ਆਊਗਾ ਨਾ, ਟੈਲੀਫੋਨ ਕੀ ਆਉਣਾ ਕਿ 4 ਵਜੇ ਦਾ ਤੁਹਾਡੇ ਪਿੰਡ ਦਾ ਪ੍ਰੋਗਰਾਮ ਰੱਖਿਆ, 3 ਵਜੇ ਦਾ ਨਾਲ ਦੇ ਪਿੰਡ ਦਾ, ਅਨਾਉਂਸਮੈਂਟ ਕਰਾ ਦਿਓ, ਘਰੋਂ ਘਰੀ ਜਾ ਕੇ ਕਹਿ ਦਿਓ ਇਕੱਠ ਚੰਗਾ ਹੋਣਾ ਚਾਹੀਦਾ, ਉੱਥੇ ਚਾਹ ਪਾਣੀ ਦਾ ਬਹੁਤਾ ਨਾ ਰੱਖਿਓ। ਤੇ ਤੁਸੀਂ ਫਿਰ ਇਹ ਨਹੀਂ ਕਹਿਣਾ ਉਦੋਂ ਕਿ ਲੀਡਰ ਸਾਹਿਬ ਨਹੀਂ ਚਾਹ ਤਾਂ ਫਿਰ ਪਹਿਲਾਂ ਆਪਣੀ ਪੀ ਕੇ ਜਾਣੀ ਆ ਨਾ। ਤੁਸੀਂ ਉਸ ਵੇਲੇ ਇੱਕ ਕੰਮ ਕਰਿਓ ਕਿ ਪੁੱਛਿਓ ਜੀ ਪਿੰਡ ਸਾਡੇ ਦੇ ਸਕੂਲ ਦੇ ਵਿੱਚ ਕਮਰੇ ਥੋੜ੍ਹੇ ਨੇ, ਅਧਿਆਪਕ ਲਿਆਉਣ ਵਾਲੇ ਆ, ਸਾਡੇ ਪਿੰਡ ਦੇ ਇੰਨੇ ਮੁੰਡੇ ਕੁੜੀਆਂ ਬੇਰੁਜ਼ਗਾਰ ਹੈ, ਉਹਦੇ ਸੰਬੰਧੀ ਦੱਸ ਕੇ ਜਾਇਓ, ਨਹੀਂ ਤਾਂ ਪਿੰਡ ਵਾਲੇ ਸਾਡੀ ਗੱਲ-ਗੁੱਲ ਨਹੀਂ ਸੁਣਦੇ। ਉਹਨਾਂ ਨੂੰ ਵੀ ਸੌਖਾ ਹੋ ਜੂ, ਤੁਹਾਨੂੰ ਵੀ ਸੌਖਾ ਹੋ ਜੂ ਤੇ ਅਸੀਂ ਕਹਾਂਗੇ ਕਿ ਪੰਜਾਬ ਦੇ ਲੋਕ ਸਿਆਸੀ ਤੌਰ ਤੇ ਮੁਸਤੈਦ ਬਹੁਤ ਆ, ਸਰਗਰਮ ਬਹੁਤ ਆ। ਇਹ ਤਾਂ ਇੰਨੇ ਇਮਾਨਦਾਰ ਨੇ ਕਿ ਜੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਇਹਨਾਂ ਦੀ ਪਾਰਟੀ ਦਾ ਲੀਡਰ ਵੀ ਗੱਲ ਨਾ ਕਰੇ ਤਾਂ ਉਹ ਵੀ ਖਿੱਚ ਦਿੰਦੇ ਆ। ਨਹੀਂ ਐਤਕੀ ਚੇਂਜ ਤਾਂ ਆ ਗਈ ਵੈਸੇ ਬਾਠ ਸਾਹਿਬ। ਇਹ ਤੋਂ ਪਹਿਲਾਂ ਹੁੰਦਾ ਸੀ ਮੈਨੂੰ ਲੱਗਦਾ ਹੈ ਵੀ ਉਹ ਏਵੀਏਟਰ ਸਟਾਈਲ ਕਿ ਸ਼ਾਇਦ ਕਹਿੰਦੇ ਨੂੰ ਰੇਬੈਨ ਦੀ ਐਨਕ ਚੰਗੀ ਹੈ ਨਾ। ਅੱਛਾ ਜੀ। ਫਿਰ ਉਦੋਂ ਬਾਅਦ ਐ ਘੁੱਟਵੀਂ ਪਜਾਮੀ, ਚਿੱਟਾ ਕੁੜਤਾ ਪਜਾਮਾ ਐਨ ਸਿੱਧਾ, ਨਾਲ ਉੱਤੋਂ ਦੀ ਕੁੜਤੀ, ਗੱਡੀ ਵੱਡੀ, ਨੰਬਰ ਨਿੱਕਾ, ਟਾਇਰ ਚੌੜੇ, ਰਿਮ ਮਹਿੰਗੇ, ਉਹ ਸਾਰੇ ਕੁਛ ਦੇ ਨਾਲ ਜਦੋਂ ਬੰਦਾ ਹੁੰਦਾ ਨਾ, ਬੰਦਾ ਕਹਿੰਦਾ ਯਾਰ ਇਹਦੇ ਵਰਗਾ ਬਣਨਾ ਹੀ ਮੈਂ। ਪਰ ਜਦੋਂ ਆਪਾਂ ਸਾਲ ਸਵਾ ਸਾਲ ਦੀ ਪਿਛਲੀ ਘਾਲਣਾ ਵੇਖਦੇ ਹਾਂ ਤੇ ਬੰਦੇ ਹੀਰੋ ਕਿਹੜੇ ਬਣੇ ਜਿਨ੍ਹਾਂ ਕੋਲੇ ਪਲਟੀਨਾ ਮੋਟਰਸਾਈਕਲ, ਤੇ ਜੇ ਝੋਨੇ ਦਾ ਕੰਮ ਹੈ ਤੇ ਫਿਰ ਗੋਡਿਆਂ ਤੱਕ ਚਿੱਕੜ ਪਜਾਮਾ ਟੰਗਿਆ, ਮੋਢੇ ਤੇ ਕਹੀ, ਉਹ ਸਾਫਾ ਪਰਨਾ ਜਿਹੜਾ ਉਹ ਫਰਲੇ ਵਾਲਾ ਛੱਡਿਆ। ਉਦੋਂ ਬਾਅਦ ਮਤਲਬ ਜੇ ਗਾਂ ਕਣਕ ਦਾ ਕੰਮ ਹੈ ਤੇ ਤੂੜੀ ਦਾੜੀ 'ਚ ਪਸੀਨੇ ਨਾਲ ਮੁੜ ਕੇ ਨਾ ਕੁੜਤਾ ਲਿਬੜਿਆ ਜਾਂ ਭੇਜਿਆ ਜਾਂ ਕੁੜਤਾ ਪਾਇਆ ਨਹੀਂ ਜਾਂ ਬਣੈਣ ਤੇ ਥੱਲੇ ਡੱਬੀਆਂ ਵਾਲਾ ਪਰਨਾ, ਤੇ ਉਦੋਂ ਬਾਅਦ ਚੱਪਲਾਂ ਦੇ ਚੱਪਲ ਵੀ ਉਹ ਵੀ ਜੇ ਪੈਰ ਥੱਲੇ ਰੱਖ ਲੈ ਤੇ ਵੱਧਰ ਹੋਣੇ ਨਿਕਲ ਜਾਣੀ ਆ। ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਉਹਨਾਂ ਬੰਦਿਆਂ ਦੇ ਵਿੱਚ ਵੀ ਉਹ ਪ੍ਰੈਸ਼ਰ, ਉਹ ਦਬਾਅ ਹੈਗਾ। ਜ਼ਰੂਰੀ ਨਹੀਂ ਵੀ ਉਹ ਘੁੱਟਵੀਂ ਪਜਾਮੀ ਦੇ ਮਹਿੰਗੀ ਗੱਡੀ ਵਾਲੇ ਬੰਦੇ ਨੇ ਹੱਲ ਕਰਕੇ ਦੇਣਾ। ਸਿਆਣਪ ਜਿਹੜੀ ਉਹ ਗੱਡੀ ਜਾਂ VIP ਕਲਚਰ ਨਾਲ ਨਹੀਂ ਆਉਂਦੀ, ਸਿਆਣੇ ਬੰਦੇ ਹੋਰ ਵੀ ਹੋ ਸਕਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਕਾਪੀ ਬਦਲ ਕੇ ਐਤਕੀ ਥੋੜ੍ਹਾ ਜਿਹਾ ਇੱਕ ਚੇਂਜ ਕਰਕੇ ਦੇਖਣੀ ਚਾਹੀਦੀ ਹੈ ਵੀ ਜਿਹੜਾ ਬੰਦਾ ਜਾਂ ਆਗੂ ਬਣਨਾ ਚਾਹੁੰਦਾ ਜਾਂ ਉਹ ਸਾਨੂੰ ਲੱਗਦਾ ਸੀ ਵੀ ਯਾਰ ਉਹ ਅੱਗੇ ਵੀ ਸੀਗਾ ਇਸ ਕੰਮ 'ਚ, ਅਸੀਂ ਉਹਨੂੰ ਮੌਕਾ ਨਹੀਂ ਦਿੱਤਾ, ਮੌਕਾ ਦੇਣਾ ਚਾਹੀਦਾ। ਜ਼ਰੂਰੀ ਹੈ ਸੰਧਾਲੀਆ ਸਾਹਿਬ, ਜਦੋਂ ਪਿੰਡ ਦੇ ਵਿੱਚ ਚਾਹੇ ਉਹ ਪੰਚਾਇਤ ਘਰ ਆ, ਸਾਂਝੀ ਥਾਂ ਆ, ਸਾਥੇ ਆ, ਜਿੱਥੇ ਵੀ ਲੀਡਰ ਸਾਹਿਬ ਆਉਣਗੇ ਐਤਕੀ, ਅਸੀਂ ਬੇਨਤੀ ਕਰਦੇ ਹਾਂ ਕਿ ਪਿੰਡਾਂ ਦੇ ਵਿੱਚ ਉਹਨਾਂ ਸਿਆਸੀ ਪਾਰਟੀਆਂ ਦੇ ਸਥਾਨਕ ਲੀਡਰਾਂ ਨੂੰ ਕਿ ਤੁਸੀਂ ਉਸ ਦਰੀ ਦੇ ਉੱਤੇ ਐਤਕੀ ਨਾਲ ਆਪ ਬਹਿ ਜਿਓ। ਤੁਸੀਂ ਅੱਗੇ ਚੁੱਪ ਕਰਾਉਂਦੇ ਹੁੰਦੇ ਆ, ਕੋਈ ਨਹੀਂ ਨੱਥਾ ਸਿਆਂ ਬਾਅਦ 'ਚ ਕਰ ਲਵਾਂਗੇ, ਹਾਂ ਗੱਲ ਯਾਰ ਹੁਣ ਵੋਟਾਂ ਦੀ ਗੱਲ ਕਰੋ। ਐਤਕੀ ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਕਹਿਣਾ ਲੀਡਰ ਸਾਹਿਬ ਤੁਹਾਡਾ ਭਾਸ਼ਣ ਰੋਜ਼ ਸੋਸ਼ਲ ਮੀਡੀਆ ਤੇ ਆਉਂਦਾ ਤਾਂ ਮੈਂ ਪਿੰਡ ਵਾਲਿਆਂ ਨੂੰ ਸੁਣਾਉਣਾ ਹੀ, ਪਿੰਡ ਵਾਲੇ ਆਪਣੇ ਨਾਲ ਸਹਿਮਤ ਨੇ। ਤੁਸੀਂ ਅੱਜ ਆਪ ਵੋਟਾਂ ਦੀ ਬੇਨਤੀ ਕਰਨੀ ਆ, ਅਸੀਂ ਕਰ ਦੇਣੀ ਹੈ, ਵੋਟਾਂ ਤੁਹਾਨੂੰ ਪੈਣਗੀਆਂ। ਆ ਬਜ਼ੁਰਗ 2-3 ਜਿਹੜੇ ਆ ਇਹ ਸਾਲ ਲਾ ਕੇ ਆਏ ਦਿੱਲੀ ਕਿਸਾਨੀ ਧਰਨੇ 'ਚ, ਕੁਛ ਗੱਲਾਂ ਇਹਨਾਂ ਨੇ ਬੋਲ ਸਾਂਝੇ ਕਰਨੇ ਆ ਤੁਹਾਡੇ ਨਾਲ। ਦੂਜੇ ਪਾਸੇ ਆਹ ਮੁੰਡਾ ਬੇਰੁਜ਼ਗਾਰ ਹੈ, ਆਹ ਕਾਲਜ 'ਚ ਪੜ੍ਹਨਾ ਚਾਹੁੰਦਾ ਪਰ ਫੀਸ ਥੋੜ੍ਹੀ ਹੈ, ਸਰਕਾਰੀ ਕਾਲਜ ਦੇ ਵਿੱਚ ਕੰਮ ਥੋੜ੍ਹਾ ਜਿਹਾ ਮੱਠਾ ਢਿੱਲਾ। ਆਹ ਸਰਕਾਰੀ ਹਸਪਤਾਲ ਦੇ ਵਿੱਚੋਂ ਇਲਾਜ ਇਹਦਾ ਹੋ ਸਕਦਾ ਸੀ ਭਾਪੇ ਇਹਦੇ ਦਾ, ਪਰ ਹੋਇਆ ਨਹੀਂ ਕਿਉਂਕਿ ਪ੍ਰਾਈਵੇਟ ਦੇ ਵਿੱਚ ਪੈਸੇ ਲਾਉਣ ਵਾਲੇ ਹੈ ਨਹੀਂ ਸੀ, ਸਰਕਾਰੀ ਹਸਪਤਾਲ ਦੇ ਵਿੱਚ ਆਹ ਕੁਛ ਹੈ ਨਹੀਂ। ਜੇ ਤਾਂ ਹੋ ਸਕਦਾ ਵਿਰੋਧੀ ਪਾਰਟੀ ਦਾ ਲੀਡਰ ਹੋਵੇ, ਜੇ ਤਾਂ ਉਹਦੇ ਕੋਲ ਅੰਕੜੇ ਹੈਗੇ ਆ, ਜੇ ਉਹ ਦੱਸਣ ਯੋਗਾ ਕਿ ਪੰਜਾਬ 'ਚ ਇੰਨੇ ਸਰਕਾਰੀ ਕਾਲਜ ਨੇ,
ਉਹਨਾਂ 'ਚ ਇੰਨੀਆਂ ਅਸਾਮੀਆਂ ਖਾਲੀ ਹੈ, ਅਸੀਂ ਇੰਨੀਆਂ ਭਰਨੀਆਂ ਜੇ ਸਾਡੀ ਸਰਕਾਰ, ਇਹ ਕਹਿੰਦੇ ਜੇ ਸਾਡੀ ਸਰਕਾਰ ਆਈ ਕਰ ਦਿਆਂਗੇ, ਉਹਦੇ ਲਈ ਇੰਨਾ ਬਜਟ ਚਾਹੀਦਾ, ਅਸੀਂ ਬਜਟ ਇੱਥੋਂ ਲਿਆਉਣਾ। ਆਹ ਦੇਖੋ ਜੀ, ਖੇਤੀਬਾੜੀ ਦੇ ਲਈ ਸਾਡੇ ਕੋਲੇ ਮਾਲਵੇ ਦੇ ਲਈ, ਦੁਆਬੇ ਦੇ ਲਈ, ਮਾਝੇ ਦੇ ਲਈ, ਆਲੂ ਲਈ, ਨਰਮੇ ਲਈ, ਉਧਰਲੇ ਪਾਸੇ ਜੇ ਆਪਾਂ ਕਹੀਏ ਸੰਤਰੇ ਦੇ ਲਈ, ਕਿੰਨੂ ਦੇ ਲਈ ਸਾਡੇ ਕੋਲੇ ਆਹ ਪਾਲਿਸੀ ਆ, ਇੰਨੇ ਪੈਸੇ ਲੱਗਣੇ, ਆਹ ਕੇਂਦਰ ਦੀ ਨੀਤੀ ਆ, ਸੂਬੇ ਦੀ ਆ, ਆਹ ਸਾਡੇ ਕੋਲ ਰੋਡ ਮੈਪ ਆ। ਜੇ ਤਾਂ ਉਹ ਦੱਸ ਦੇਵੇ, ਕਰੇ ਨਾ ਕਰੇ, ਘੱਟੋ ਘੱਟ ਇੰਨਾ ਪਤਾ ਲੱਗ ਜੂਗਾ ਕਿ ਅਵੇਅਰ ਆ, ਜਾਂ ਉਹ ਸਮਝਾ ਦੇਵੇ ਕਿ ਉਹਦੇ ਨਿਆਣੇ ਜਿਹੜੇ ਸਕੂਲ 'ਚ ਪੜ੍ਹਦੇ ਆ, ਕਿ ਉੱਥੇ 5 ਜਮਾਤਾਂ ਨੂੰ 2 ਅਧਿਆਪਕ ਪੜ੍ਹਾਉਂਦੇ ਆ, ਕੀ ਉੱਥੇ ਉਹਨਾਂ ਦੇ ਬੱਚੇ ਜਿਹੜੇ ਆ ਬਿਨਾਂ ਬੈਂਚ ਤੋਂ ਪੜ੍ਹਦੇ ਆ, ਕੀ ਜਿਹੜੇ ਸਕੂਲ ਦੇ ਵਿੱਚ ਤੁਹਾਡੇ ਬੱਚੇ ਪੜ੍ਹਦੇ ਆ ਪ੍ਰਾਈਵੇਟ ਦੇ ਵਿੱਚ, ਅਸੀਂ ਨਹੀਂ ਕਹਿੰਦੇ ਪ੍ਰਾਈਵੇਟ 'ਚ ਨਾ ਪੜ੍ਹਾਓ ਤੁਸੀਂ, ਕੀ ਉੱਥੇ ਸਪੋਰਟਸ ਦਾ ਸਮਾਨ ਸਮੂਨ ਮਿਲਦਾ ਹੀ, ਕਿ ਉੱਥੇ ਟੂਰ ਦੇ ਉੱਤੇ ਬੱਚੇ ਜਾਂਦੇ ਆ, ਕਿ ਉਹਨਾਂ ਕੋਲ ਕਿਤਾਬਾਂ ਪੂਰੀਆਂ ਹੁੰਦੀਆਂ। ਜੇ ਤਾਂ ਉਹ ਸਾਰਾ ਕੁਝ ਦੱਸ ਜਾਂਦੇ ਆ ਤਾਂ ਬਹੁਤ ਵਧੀਆ, ਜੇ ਨਹੀਂ ਦੱਸ ਕੇ ਜਾਂਦੇ ਤਾਂ ਫਿਰ ਸਥਾਨਕ ਲੀਡਰਾਂ ਦਾ ਆਪਣਾ ਫਰਜ਼ ਬਣਦਾ ਕਿ ਉੱਥੇ ਹੀ ਕਹਿ ਦੇਣ ਕਿ ਠੀਕ ਹੈ ਭਾਈ, ਪਾਰਟੀ ਨਾਲ ਵੱਜੇ ਆ, ਵੋਟਾਂ ਪਾਵਾਂਗੇ, ਪਰ ਜੇ ਤੁਸੀਂ ਸੰਤੁਸ਼ਟ ਆ ਲੀਡਰ ਸਾਹਿਬ ਦੀਆਂ ਗੱਲਾਂ ਤੋਂ ਤਾਂ ਵੋਟਾਂ ਪਾ ਦਿਓ, ਨਹੀਂ ਤਾਂ ਤੁਸੀਂ ਆਜ਼ਾਦ ਭਾਰਤ ਦੇ ਵਾਸੀ ਹੋ, ਆਜ਼ਾਦ ਸੋਚ ਆ ਤੁਹਾਡੀ, ਆਜ਼ਾਦੀ ਨਾਲ ਵੋਟਾਂ ਪਾ ਦਿਓ। ਜੀ ਇਹ ਐਤਕੀ ਚੇਂਜ ਹੈਗੀ ਆ, ਜੇ ਰਹਿ ਗਈ ਤੇ ਇੱਕੋ ਹੀ ਸ਼ੱਕ ਹੈ ਮੈਨੂੰ ਬਸ। ਉਹ ਸ਼ੱਕ ਮੈਨੂੰ ਇਹ ਆ ਵੀ ਜਿੱਦਾਂ ਹੁਣ ਲੋਕ ਜਾਂ ਤਾਂ ਲੋਕ ਇਕੱਠੇ ਹੋ ਜਾਣ ਜਾਂ ਫਿਰ ਲੀਡਰ ਇਕੱਠੇ ਹੋ ਜਾਂਦੇ ਹੁੰਦੇ ਆ, ਉੱਪਰੋਂ ਅੱਡੋ ਅੱਡੀ ਜਾਪਦੇ ਹੁੰਦੇ ਆ, ਪਰ ਬਾਅਦ 'ਚ ਪਤਾ ਲੱਗਦਾ ਉਹ ਤੇਰਾ ਭਲਾ ਜੇ ਤੇ ਯਾਰ ਉਧਰ ਹੀ ਭੁਗਤ ਗਏ। ਫਿਰ ਹੌਲੀ ਹੌਲੀ ਇੱਧਰੋਂ ਗੱਲ ਨਿਕਲਦੀ ਹੁੰਦੀ ਕੁਝ ਕੁ ਸਾਲਾਂ ਬਾਅਦ, ਉਹ ਫਿਰ ਉਹਨਾਂ ਨੇ ਆਖਿਆ ਵੀ ਨਹੀਂ ਆਪਾਂ ਫਿਰ ਹੁਣ ਫਲਾਨੇ ਦੀ ਸਪੋਰਟ ਕਰਨੀ ਆ, ਕਹਿੰਦੀ ਇੱਦਾਂ ਕਿਉਂ, ਉਹ ਫਿਰ ਫਲਾਨਾ ਨਹੀਂ ਨਾ ਆਉਣਾ ਚਾਹੀਦਾ। ਮਤਲਬ ਇਹ ਨਾ ਹੋਵੇ ਵੀ ਲੀਡਰ ਰਲ ਜਾਣ, ਉਦੋਂ ਪਹਿਲਾਂ ਮੇਰੇ ਖਿਆਲ ਨਾਲ ਜੇ ਲੋਕ ਰਲ ਜਾਣ ਤਾਂ ਜ਼ਿਆਦਾ ਵਧੀਆ। ਸੰਧਾਲੀਆ ਸਾਹਿਬ, ਐਤਕੀ ਲੀਡਰ ਭੁੱਲ ਜਾਣ ਕਿ ਉਹਨਾਂ ਦੇ ਰਲਣ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਮਗਰ ਲਾ ਲੈਣਾ, ਬਹੁਤ ਕੁਝ ਹੋਊਗਾ, ਤੁਹਾਨੂੰ ਰੈਲੀਆਂ 'ਚ ਇਕੱਠ ਨਜ਼ਰ ਆਊਗਾ, ਲੋਕ ਹੋ ਸਕਦਾ ਕਿਸੇ ਨਾ ਕਿਸੇ ਪਿੰਡ ਦੇ ਵਿੱਚੋਂ ਲੜਾਈ ਝਗੜਾ ਵੀ ਨਜ਼ਰ ਆਵੇ, ਪਰ ਮੈਜੋਰਟੀ ਬਹੁ ਗਿਣਤੀ ਲੋਕ ਜਿਹੜੇ ਆ ਉਹ ਹੁਣ ਸਮਝ ਗਏ ਨੇ। ਉੱਪਰੋਂ ਪਾਣੀ ਦੀਦਾ ਹੁੰਦਾ ਨਾ ਕਿ ਖੜਾ ਆ, ਕਈ ਵਾਰੀ ਥੱਲਿਓਂ ਚੱਲਦਾ ਹੁੰਦਾ, ਐਤਕੀ ਉੱਪਰਲੇ ਪਾਸੇ ਹੋ ਸਕਦਾ ਕਿ ਲੋਕ ਨਜ਼ਰ ਆਉਣ ਜਾ ਰਹੇ ਤਾਂ ਪਹਿਲਾਂ ਵਰਗੇ ਹੀ ਆ, ਪਰ ਜਿਹੜੀ ਥੱਲਿਓਂ ਰਵਾਨੀ ਆ ਉਹਨੇ ਐਤਕੀ ਹੇਠਲੀ ਉੱਤੇ ਕਰ ਦੇਣੀ ਆ। ਅਸੀਂ ਲੀਡਰਾਂ ਸਾਹਿਬਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਐਤਕੀ ਉਹ ਵਾਅਦੇ ਨਾ ਕਰਿਓ ਕਿ ਮੁੜ ਕੇ ਪਾਣੀ ਤੇ ਚੱਪਣੀ ਵਾਲੀ ਗੱਲ ਹੋਵੇ। ਹਾਂਜੀ, ਉਹ ਕਿਸੇ ਵੇਲੇ ਚੱਪਣੀ ਵੀ ਆਪਣੀ ਲੈ ਆਓ। ਚਲੋ ਖਬਰਾਂ ਕਰਦੇ ਹਾਂ। ਖਬਰਾਂ ਵਾਲੇ ਪਾਸੇ ਆਈਏ ਤੇ ਦੇਖੋ ਜੀ, ਬਹੁਤ ਵੱਡਾ ਇਲਾਕਾ, ਬਹੁਤ ਵੱਡਾ, ਮਤਲਬ ਉੱਥੋਂ ਦਾ ਕਹਿ ਲਓ ਕਿ ਵੀ ਲੋਕਾਂ ਦੇ ਵਿੱਚ ਧਿਆਨ ਵੀ ਉੱਥੋਂ ਬਹੁਤ ਵੱਡੇ ਲੀਡਰ ਸਾਹਿਬ ਨੇ ਜਿੱਤਣਾ ਤੇ ਉਹਨਾਂ ਨੇ ਫਿਰ 6ਵੀਂ ਵਾਰ ਮੁੱਖ ਮੰਤਰੀ ਬਣਨਾ ਜੇ ਜਿੱਤਦੇ ਆ। ਤੇ ਉੱਥੇ ਬਹੁਤ ਵੱਡੀ ਰੈਲੀ ਕੀਤੀ, ਇਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ, ਤੇ ਬਹੁਤ ਵੱਡੇ ਵੱਡੇ ਬਿਆਨ ਉੱਥੇ ਬਹੁਤ ਵੱਡੇ ਵੱਡੇ ਲੀਡਰਾਂ ਨੇ ਦਿੱਤੇ। ਦੇਖੋ ਸੰਧਾਲੀਆ ਸਾਹਿਬ, ਲੰਬੀ ਵਿਧਾਨ ਸਭਾ ਹਲਕਾ ਜਿਹੜਾ ਉਹਦੀ ਗੱਲ ਜਦੋਂ ਵੀ ਹੋਈ ਆ ਪਿਛਲੇ 20 ਸਾਲਾਂ 'ਚ, ਲੰਬੀ ਉਹ ਗੱਲ ਹੋਈ ਉਹਦੀ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇਲੈਕਸ਼ਨ ਲੜਦੇ ਰਹੇ, ਬੜਾ ਚਰਚਾ 'ਚ ਹੀ ਰਹਿੰਦਾ। ਜਦੋਂ ਪਿਛਲੀ ਵਾਰੀ ਗੁਰਦਾਸ ਸਿੰਘ ਬਾਦਲ ਸਾਹਿਬ ਇੱਕ ਵਾਰੀ ਖੜ ਗਿਆ ਸੀ ਉਹਨਾਂ ਦੇ ਮੁਕਾਬਲੇ, ਉਦੋਂ ਵੀ ਬਹੁਤ ਚਰਚਾ ਰਹੀ। ਇਹ 2012 ਦੀ ਗੱਲ ਹੈ। 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆ ਗਿਆ, ਉਧਰੋਂ ਜਰਨੈਲ ਸਿੰਘ ਆ ਗਿਆ, ਉਦੋਂ ਵੀ ਚਰਚਾ ਬੜੀ ਹੋਈ। ਇਸ ਕਰਕੇ ਐਤਕੀ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੂੰ ਲੈ ਕੇ ਆਏ ਆ ਕਾਂਗਰਸ ਪਾਰਟੀ ਦੇ ਵਿੱਚੋਂ, ਤੇ ਵੈਸੇ ਉਸ ਪਰਿਵਾਰ ਦੇ ਬਾਰੇ ਮੰਨਿਆ ਜਾਂਦਾ ਕਿ ਦੋਸ਼ ਨਹੀਂ ਲੱਗਾ ਕਦੇ, ਗਾਹਾਂ ਨਿਆਣੇ ਵੀ ਸੁੱਖ ਨਾਲ ਪੜ੍ਹੇ ਲਿਖੇ ਯੂਨੀਵਰਸਿਟੀਆਂ ਦੇ ਵਿੱਚੋਂ ਪੜ੍ਹ ਕੇ ਆਏ ਆ। ਹੁਣ ਉਸ ਪਰਿਵਾਰ ਦੇ ਲਈ ਵੀ ਐਤਕੀ ਕਰੋ ਜਾਂ ਮਰੋ ਵਾਲੀ ਸਥਿਤੀ ਹੈ, ਕਿਉਂਕਿ ਹੁਣ ਬਹੁਤ ਲੰਬਾ ਸਮਾਂ ਹੋ ਗਿਆ। ਕੋਈ ਵੇਲਾ ਸੀ ਜਦੋਂ ਦਿੱਲੀ ਵਾਲੀ ਇਲੈਕਸ਼ਨ ਜਿੱਤ ਕੇ ਲੋਕ ਸਭਾ ਵਾਲੇ ਪਾਸੇ ਨੂੰ ਗਏ ਸੀ, ਪਰ ਉਹਦੇ ਤੋਂ ਬਾਅਦ ਕਦੇ ਬਹੁਤਾ ਚਾਂਸ ਨਹੀਂ ਮਿਲਿਆ। ਲੋਕਾਂ 'ਚ ਰਸੂਖ ਹੈਗਾ, ਪਰ ਰਸੂਖ ਬਾਦਲ ਸਾਹਿਬ ਦਾ ਥੋੜਾ ਨਹੀਂ, ਉਹ ਲਗਾਤਾਰ ਸਰਗਰਮ ਰਹਿੰਦੇ ਆ, 5 ਵਾਰੀ ਮੁੱਖ ਮੰਤਰੀ ਬਣੇ ਆ। ਅਰਵਿੰਦ ਕੇਜਰੀਵਾਲ ਹੋਰਾਂ ਦਾ ਉੱਥੇ ਆਉਣਾ ਤੇ ਆਣ ਕੇ ਰੈਲੀ ਕਰਨਾ, ਇਹ ਆਪਣੇ ਆਪ ਦੇ ਵਿੱਚ ਸੰਕੇਤ ਦਿੰਦਾ ਸੀ। ਉਹ ਵੀ ਕਹਿੰਦੇ ਕੋਈ ਗੱਲ ਨਹੀਂ ਭਾਈ, ਫਿਰ ਜਰਨੈਲਾਂ ਨਾਲ ਜਰਨੈਲ ਹੀ ਭਿੜਨਗੇ ਹੁਣ ਐਤਕੀ ਵੀ, ਚਾਹੇ ਉਮੀਦਵਾਰ ਜਿਹੜੇ ਕੋਈ ਵੀ ਹੋਣ। ਪਰ ਉੱਥੇ ਸਭ ਤੋਂ ਹੈਰਾਨੀ ਦੀ ਗੱਲ ਇਹ ਰਹੀ ਕਿ ਭਗਵੰਤ ਮਾਨ ਹੋਰੀ ਤਾਂ ਅਕਾਲੀ ਦਲ ਦੇ ਖਿਲਾਫ ਕਾਫੀ ਬੋਲੇ, ਜਿੰਨਾ ਕੁ ਹੋ ਸਕਦਾ ਸੀ, ਕਿਉਂਕਿ ਉਹਨਾਂ ਨੇ 20 ਕੁਛ ਕਹਾਣੀਆਂ ਵੀ ਕਈ ਤਰ੍ਹਾਂ ਦੀਆਂ ਸੁਣਾਈਆਂ ਕਿ ਇੱਦਾਂ ਹੁੰਦਾ ਉੱਦਾਂ ਹੁੰਦਾ, ਜਿੰਨਾ ਕੁ ਉਹ ਟਕੋਰ ਸਕਦੇ ਸੀ ਅਕਾਲੀ ਦਲ ਨੂੰ ਓਨਾ ਕੁ ਟਕੋਰਿਆ। ਪਰ ਅਰਵਿੰਦ ਕੇਜਰੀਵਾਲ ਹੋਰਾਂ ਦਾ ਭਾਸ਼ਣ ਜਿਹੜਾ ਹੈ, ਅਸੀਂ ਨਹੀਂ ਕਹਿੰਦੇ ਗਲਤ ਸੀ ਜਾਂ ਕਿੱਦਾਂ ਸੀ, ਉਹਨਾਂ ਦੇ ਭਾਸ਼ਣ ਦਾ 95% ਹਿੱਸਾ ਜਿਹੜਾ ਉਹ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਪਾਰਟੀ ਦੇ ਖਿਲਾਫ ਰਿਹਾ। ਹੁਣ ਉਹਦੇ ਪਿੱਛੇ ਉਹਨਾਂ ਦੀ ਇੱਕ ਰਣਨੀਤੀ ਹੈ ਜਾਂ ਕਿੱਧਰ ਹੈ, ਪਰ ਬਹੁਤੇ ਲੋਕਾਂ ਨੂੰ ਇਹ ਆਸ ਸੀ ਕਿ ਭਾਈ ਆ ਦੇਖੋ ਐਤਕੀ ਬਾਦਲਾਂ ਦੇ ਪਿੱਛੇ ਲੱਗਣਗੇ, ਪਰ ਉਹਨਾਂ ਨੇ ਸੱਤਾਧਾਰੀ ਧਿਰੀ ਘੜੀ ਸੀ। ਆਉਂਦੀ ਇਹਦੇ 'ਚ ਮੈਨੂੰ 2 ਘੁੰਡੀਆਂ ਲੱਗਦੀਆਂ। ਇੱਕ ਘੁੰਡੀ ਤੇ ਮੈਨੂੰ ਇਹ ਲੱਗਦੀ ਹੈ ਵੀ ਸ਼ਾਇਦ ਜਿਹੜੇ ਸਲਾਹਕਾਰ ਸੀਗੇ ਉਹਨਾਂ ਨੇ ਨਹੀਂ ਦੱਸਿਆ ਵੀ ਮਹਾਰਾਜ ਉੱਥੇ ਕਾਂਗਰਸ ਦੀ ਗੱਲ ਨਹੀਂ ਕਰਨੀ, ਉੱਥੇ ਅਕਾਲੀ ਦਲ ਦੀ ਗੱਲ ਕਰਨੀ ਹੈ ਜਨਾਬ, ਜਾਂ ਤਾਂ ਉਹਨਾਂ ਨੇ ਜਿਹੜਾ ਰੁੱਕਾ ਜਾਂ ਕਾਗਜ਼ ਜਿਹੜਾ ਸੀਗਾ ਉਹ ਕਿਤੇ ਗਲਤ ਫੜਾਤਾ, ਜਾਂ ਦੂਜੀ ਗੱਲ ਇਹ ਲੱਗਦੀ ਪਰ ਉਹਨਾਂ ਨੂੰ ਲੱਗਦਾ ਵੀ ਯਾਰ ਅਕਾਲੀ ਦਲ ਦੀਆਂ ਤੇ ਵੋਟਾਂ ਹੈਗੀਆਂ ਖੁੱਡੀਆਂ ਸਾਹਿਬ ਸੋਖਣਾ ਜਿਹੜੀ ਪਾਰਟੀ 'ਚੋਂ ਆਏ ਬੰਦੇ ਤੇ ਆਪਾਂ ਨੂੰ ਉਹਦੇ 'ਚੋਂ ਚਾਹੀਦੇ ਆ, ਸੋ ਕਿਉਂ ਨਾ ਜੇ ਨਿੰਦਣਾ ਤੇ ਆਪਾਂ ਉਹਨਾਂ ਨੂੰ ਨਿੰਦੀਏ, ਹੋਰ ਆਪਾਂ ਕੀ ਲੈਣਾ ਦੇਣਾ ਹੀ।
ਕਾਰਨ ਹੋ ਸਕਦਾ ਵੀ ਇਹ ਸਟ੍ਰੈਟਜੀ ਦਾ ਇੱਕ ਹਿੱਸਾ ਹੋਵੇ। ਪਰ ਮੈਨੂੰ ਲੱਗਦਾ ਵੀ ਇੱਕ ਤੀਸਰੀ ਗੱਲ ਮੈਨੂੰ ਇਹ ਵੀ ਲੱਗਦੀ ਹੈ, ਕਿਉਂਕਿ ਜੇ ਕੇਜਰੀਵਾਲ ਸਾਹਿਬ ਅਕਾਲੀ ਦਲ ਬਾਰੇ ਬੋਲਦੇ ਤੇ ਫਿਰ ਅਕਾਲੀ ਦਲ ਵਾਲਿਆਂ ਕਿਹੜਾ ਢਿੱਲ ਕਰਨੀ ਸੀ ਹੈ ਨਾ। ਇਹ ਵੀ ਹੋ ਸਕਦਾ ਵੀ ਨਾ ਆਖਿਆ ਵੀ ਯਾਰ ਅੱਗੇ ਬਥੇਰੀਆਂ ਮਾਫੀਆਂ ਮੰਗੀਆਂ, ਤੂੰ ਰਹਿਣ ਹੀ ਦੇ ਯਾਰ, ਦਫਾ ਕਰ, ਆਪਾਂ ਉਹਨਾਂ ਦੀ ਗੱਲ ਹੀ ਨਹੀਂ ਕਰਦੇ। ਆਹ ਗੱਲ ਹੀ ਨਹੀਂ ਕਰਨੀ, ਦੂਜੇ ਪਾਸੇ ਨੂੰ ਤੋਪ ਦਾ ਮੂੰਹ ਇਧਰ ਕੋ ਬਾਏਂ ਦਾਏਂ ਕਰ ਲਓਗੇ ਪਾਸੇ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਹੈ, ਅਰਵਿੰਦ ਕੇਜਰੀਵਾਲ ਸਾਹਿਬ ਦੇ ਕੋਲੇ ਤਕਨੀਕ ਹੈਗੀ ਹੈ। ਹੁਣ ਤੁਸੀਂ ਦੇਖੋ ਕਿ ਅਜੇ ਤੱਕ ਚੰਨੀ ਸਾਹਿਬ ਨੇ ਵੀ ਲੰਬੀ ਚ ਰੈਲੀ ਨਹੀਂ ਕੀਤੀ, ਕੈਪਟਨ ਸਾਹਿਬ ਨੇ ਤਾਂ 17 ਤੋਂ ਬਾਅਦ ਹੀ ਨਹੀਂ ਕੀਤੀ, ਵੈਸੇ ਜਦੋਂ ਇਲੈਕਸ਼ਨ ਲੜਨ ਤੋਂ ਬਾਅਦ ਨਾ ਇਹਨਾਂ ਨੇ ਕਰ ਲਈ ਹੈ। ਸੁਰਖੀਆਂ ਮੋਟੀਆਂ ਲੱਗੀਆਂ, ਘੱਟੋ ਘੱਟ ਇਸ ਗੱਲ ਦੀ ਚਰਚਾ ਤਾਂ ਹੈਗੀ ਨਾ ਕਿ ਭਾਈ ਅਗਲੇ ਬਾਦਲ ਸਾਹਿਬ ਦੇ ਖਿਲਾਫ ਰੈਲੀ ਕਰਕੇ ਆਏ ਆ, ਜਿਹੜੀ ਆਮ ਆਦਮੀ ਪਾਰਟੀ ਨੂੰ 4 ਮਹੀਨੇ ਪਹਿਲਾਂ ਤੱਕ ਗਿਣਤੀ 'ਚ ਨਹੀਂ ਸੀ ਰੱਖਿਆ ਜਾ ਰਿਹਾ। ਇਦਾਂ ਦੀਆਂ ਸਰਗਰਮੀਆਂ ਕਰਕੇ ਅਗਲੇ ਗਿਣਤੀ 'ਚ ਤਾਂ ਆਏ ਆ ਨਾ ਕਿ ਭਾਈ ਆ ਦੇਖੋ ਅਸੀਂ ਖੜੇ ਆ ਤੇ ਅਸੀਂ ਮੁਕਾਬਲਾ ਪੂਰਾ ਦੇਵਾਂਗੇ, ਸਾਨੂੰ ਘੱਟ ਨਾ ਮੰਨੋ। ਵਰਕਰ ਦੇ ਵਿੱਚ ਵੀ ਉਤਸ਼ਾਹ ਆਉਂਦਾ ਹੈ ਕਿ ਭਾਈ ਜੇ ਅਗਲੇ ਲੰਬੀ ਜਾ ਕੇ ਰੈਲੀ ਕਰ ਸਕਦੇ ਆ, ਪਟਿਆਲੇ ਤਾਂ ਫਿਰ ਕਰ ਹੀ ਸਕਦੇ ਆ। ਨਹੀਂ ਕਰਨਗੇ, ਪਟਿਆਲੇ ਤੇ ਥੁੱਕ ਨਾਲ 2-2 3-3 ਕਰਨੀਆਂ ਪੈਣੀਆਂ, ਕਿਉਂਕਿ ਕਾਰਨ ਇਹ ਆ ਨਾ ਵੀ ਪਟਿਆਲੇ 'ਚ ਹੁਣ ਉਹਨਾਂ ਨੂੰ ਕਈ ਚੀਜ਼ਾਂ ਸੈੱਟ ਕਰਨੀਆਂ ਪੈਣੀਆਂ। ਹੁਣ ਯਾਰ ਹੁਣ ਇਕੱਲੀ ਕਾਂਗਰਸ ਦੀ ਗੱਲ ਕਰੀਏ ਜਾਂ ਪੰਜਾਬ ਲੋਕ ਕਾਂਗਰਸ ਦੀ ਗੱਲ ਕਰੀਏ, ਫਿਰ ਅਕਾਲੀ ਦਲ ਤੇ ਹੈਗਾ ਹੀ ਹੈਗਾ। ਚਲੋ ਇੱਕ ਤਰ੍ਹਾਂ ਨਾਲ ਤਾਂ ਹੈ ਗੱਲ ਵੀ ਆਮ ਆਦਮੀ ਪਾਰਟੀ ਜਿਸ ਹਿਸਾਬ ਨਾਲ ਆਪਣੀ ਹਾਜ਼ਰੀ ਲਵਾ ਰਹੀ ਹੈ, ਉਹਦੇ ਤੋਂ ਜਿਹੜਾ ਵਿਚਾਰਾ ਕੋਈ ਬੰਦਾ ਹੌਲੀ ਹੌਲੀ ਬਹਿ ਗਿਆ ਸੀ ਯਾਰ ਜਾਪਦਾ ਇਹ ਫਿਰ ਬੰਦਿਆਂ ਦਾ ਹੁਣ ਇਰਾਦਾ ਨਹੀਂ ਆ, ਇਹਨਾਂ ਬਸ ਵੀ ਵਿਰੋਧੀ ਧਿਰ 'ਚ ਆਉਣਾ, ਇਹ ਹੁਣ ਨਹੀਂ ਗੱਲ ਜਾਪਦੀ, ਉਹ ਵੀ ਦੁਬਾਰਾ ਸਰਗਰਮ ਹੋਇਆ ਵੀ ਨਹੀਂ ਯਾਰ ਬੰਦੇ ਰੜਕਦੇ ਤੇ ਹੈਗੇ, ਕੀ ਪਤਾ ਕੁਝ ਹੋ ਜਾਵੇ। ਇਹ ਗੱਲ ਤੁਹਾਡੀ ਠੀਕ ਹੈ। ਇੱਕ ਗੱਲ ਜਿਹੜੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਲੰਧਰ 'ਚ ਆਖੀ ਨਾ, ਉਹ ਬੜੀ ਚਰਚਾ ਦਾ ਕੇਂਦਰ ਬਣੀ ਹੈ। ਕਿਹੜੀ? ਪੁੱਛ ਲਿਆ ਕਿ ਕਿਵੇਂ ਜੀ ਫਿਰ ਮੁੱਖ ਮੰਤਰੀ ਦਾ ਦਾਅਵਾ, ਉਹ ਕਹਿੰਦੇ ਗੱਲ ਫਾਈਨਲ ਹੋ ਗਈ ਹੈ, 20 ਦਿਨਾਂ ਤੱਕ ਐਲਾਨ ਕਰਾਂਗੇ, ਜਾਨੀ ਜਨਵਰੀ ਦਾ ਪਹਿਲਾ ਹਫਤਾ ਲਾ ਲਓ ਕਿ ਗੱਲ ਨਿਬੜ ਗਈ ਹੈ, ਫੈਸਲਾ ਤਕਰੀਬਨ ਹੋ ਗਿਆ, ਤੁਸੀਂ ਮਾਣ ਕਰੋਗੇ। ਮਾਣ ਕਹਿੰਦੇ ਇਹ ਗੱਲ ਬੜੀ ਕਲੀਅਰ ਹੈ, ਸ਼ਖਸੀਅਤ ਐਸੀ ਹੋਏਗੀ। ਹੁਣ ਫੈਸਲਾ ਵੀ ਕਹਿੰਦੇ ਲਗਭਗ ਹੋ ਗਿਆ, ਦਿਨ ਅਜੇ 20 ਪਾਤੇ ਆ ਵਿੱਚ, ਮਾਣ ਕਰੋਗੇ। ਫਿਰ ਇੱਕ ਵਾਰੀ ਚਰਚਾ ਚੱਲ ਪਈ ਕਿ ਭਾਈ ਇਸ ਮਾਣ ਵਾਲੀਆਂ ਬ੍ਰੈਕਟਾਂ ਨੂੰ ਜਦੋਂ ਆਪਾਂ ਖੋਲ੍ਹਣਾ ਹੈ ਤਾਂ ਕੀ ਉਸ ਮਾਣ ਦੇ ਵਿੱਚੋਂ ਮਾਣ ਆਊਗਾ ਜਾਂ ਉਸ ਮਾਣ ਦੇ ਵਿੱਚੋਂ ਕੁਛ ਹੋਰ ਆਊਗਾ। ਨਹੀਂ ਕੁਛ ਆਵੇ ਨਾ ਆਵੇ, ਪਰ ਉਹ ਰਣਨੀਤੀ ਘਾੜੇ ਵਧੀਆ ਬਣ ਗਏ। ਉਹਨਾਂ ਵੇਖਿਆ ਵੀ ਦੇਖੋ ਜਦੋਂ ਜੇ ਮੈਨੂੰ ਯਾਦ ਆਉਂਦਾ ਵੀ ਹੁਣ ਤੋਂ ਜਦੋਂ 25 ਦਿਨ ਪਹਿਲਾਂ ਆਏ ਸੀ ਨਾ, ਉਦੋਂ ਕਹਿੰਦੇ ਬਸ ਤੁਸੀਂ ਮੈਨੂੰ ਦਿਨ 15-20 ਦਿਓ, ਮੈਂ ਐਲਾਨ ਕੀਤਾ ਲਓ। ਉਹ 15-20 ਦਿਨ ਲੋਕ ਚੁੱਪ ਰਹੇ, ਕਿਸੇ ਨੇ ਸਵਾਲ ਨਹੀਂ ਕੀਤਾ ਵੀ ਯਾਰ ਕੋਈ ਨਹੀਂ, ਕੇਜਰੀਵਾਲ ਸਾਹਿਬ ਨੇ ਕਿਹਾ। ਹੁਣ ਜਦੋਂ ਦੁਬਾਰਾ ਫਿਰ 20 ਦਿਨ ਪਾ ਲਿਆ, ਤੇ ਜੇ ਮੰਨ ਲਓ ਪਹਿਲੇ ਹਫ਼ਤੇ 'ਚ ਪੁੱਛਣ ਲੱਗੇ ਤੇ ਹੋਣਾ ਵੀ ਕੋਈ ਨਹੀਂ, ਕੇਜਰੀਵਾਲ ਸਾਹਿਬ ਨੇ ਕਿਹਾ ਵੀ ਮੈਂ ਲੋਹੜੀਓਂ ਬਾਅਦ ਆ ਕੇ ਦੱਸਣਾ, ਕਿਉਂਕਿ ਅਸੀਂ ਹੱਥ ਉਗਾਇਆ। ਤੇ ਉਹ ਕਿਹਾ ਵੀ ਨਹੀਂ ਨਾਲੇ ਤੇ ਮਹੀਨਾ ਬਦਲ ਜੂਗਾ, ਨਾਲੇ ਥੋੜ੍ਹਾ ਜਿਹਾ ਪੰਜਾਬ ਦਾ ਮਾਹੌਲ ਬਦਲ ਜੂਗਾ, ਤੇ ਫਿਰ ਆਪਾਂ ਐਲਾਨ ਕਰਨਾ। 15-20 ਦਿਨ ਕਰਕੇ ਜੇ ਉਹ ਕੰਮ ਲਾਗੇ ਜੇ ਲੈ ਗਏ, ਤੇ ਹੋ ਸਕਦਾ ਵੀ ਉਹਨਾਂ ਦੀ ਰਣਨੀਤੀ ਦੇ ਹਿਸਾਬ ਨਾਲ ਵੀ ਯਾਰ ਅਸੀਂ ਐਂ ਠਾਹ ਸੋਟਾ ਮਾਰਨਾ ਤੇ ਬੱਲੇ ਬੱਲੇ ਹੋ ਜਾਣੀਆਂ, ਸ਼ਾਇਦ ਗੱਲ ਬਣ ਜੇ। ਤੇ ਕਿਸੇ ਵੇਲੇ ਇਹ ਵੀ ਹੁੰਦਾ ਵੀ ਉਹੀ ਬੱਕਰੀ ਦਾ ਰੋਗ ਪਠੋਰੇ ਨੂੰ ਹੋ ਜਾਂਦਾ, ਕਿਉਂਕਿ 17 'ਚ ਵੀ ਤੇ ਰੌਲਾ ਇਹੋ ਹੀ ਪਿਆ ਸੀ ਵੀ ਯਾਰ ਮੁੱਖ ਮੰਤਰੀ ਕੌਣ ਹੋਊਗਾ। ਇਹ ਨਾ ਹੋਵੇ ਐਤਕੀ ਵੀ ਜਨਵਰੀ ਫਰਵਰੀ ਤੱਕ ਆਪ ਦੇ ਵਰਕਰ ਵਿਚਾਰੇ ਆਪਸ 'ਚ ਗੱਲਾਂ ਹੀ ਕਰਦੇ ਰਹਿਣ, ਯਾਰ ਕੌਣ ਹੋਊਗਾ। ਫਿਰ ਉਹ ਕਹਿੰਦੇ ਕੋਈ ਨਹੀਂ ਦੱਸਾਂਗੇ, ਅਜੇ ਟਾਈਮ ਨਹੀਂ ਆਇਆ। ਪ੍ਰਦੂਸ਼ਣ ਦੀ ਗੱਲ ਕੇਜਰੀਵਾਲ ਸਾਹਿਬ ਵੀ ਕਰਦੇ ਹੁੰਦੇ ਕਿ ਪ੍ਰਦੂਸ਼ਣ ਘਟਾਉਣਾ ਹੀ, ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਕਰਦੇ ਹੁੰਦੇ ਆ ਕਿ ਭਾਈ ਉਹਨਾਂ ਨੇ, ਮੈਨੂੰ ਯਾਦ ਹੈ ਜਦੋਂ ਕੋਵਿਡ ਆਇਆ ਸੀ, ਲੋਕਡਾਊਨ ਹੋ ਗਿਆ, ਉਹ ਕਹਿੰਦੇ ਸੀ ਆ ਦੇਖੋ ਜੀ ਇੱਥੋਂ ਪਹਾੜੀਆਂ ਦੀਦੀਆਂ, ਉਦੋਂ ਮੁੱਖ ਮੰਤਰੀ ਸਨ ਪੰਜਾਬ ਦੇ। ਹੁਣ ਇਹ ਟ੍ਰੈਫਿਕ ਬੜੀ ਹੋ ਗਈ, ਪ੍ਰਦੂਸ਼ਣ ਬੜਾ ਹੈ। ਜੇ ਕਿਤੇ ਬਹੁਤੇ ਵਿਚਾਰਧਾਰਕ ਵਖਰੇਵੇਂ ਨਾ ਹੁੰਦੇ, ਇੱਕ ਦੂਸਰੇ ਤੇ ਬਹੁਤੇ ਦੋਸ਼ ਨਾ ਲਾਏ ਹੁੰਦੇ, ਤਾਂ ਐਡਜਸਟਮੈਂਟ ਹੋ ਸਕਦੀ ਸੀ। ਕੇਜਰੀਵਾਲ ਸਾਹਿਬ ਜਹਾਜ਼ ਫੜ ਕੇ ਪੰਜਾਬ ਆਏ, ਉਧਰਲੇ ਪਾਸੇ ਕੈਪਟਨ ਸਾਹਿਬ ਨੇ ਹੁਣ ਦਿੱਲੀ ਜਾਣਾ ਹੀ। ਜੇ ਬਣਦੀ ਹੁੰਦੀ, ਜੇ ਬਹੁਤੇ ਵਖਰੇਵੇਂ ਨਾ ਹੁੰਦੇ, ਤਾਂ ਹੋ ਸਕਦਾ ਕੇਜਰੀਵਾਲ ਸਾਹਿਬ ਟੈਲੀਫੋਨ ਕਰਕੇ ਕਹਿੰਦੇ ਕੈਪਟਨ ਸਾਹਿਬ ਮਾੜਾ ਜਿਹਾ ਲੰਬੀ ਜਾ ਆਇਓ, ਸਾਡੇ ਵੱਲੋਂ ਹਾਜ਼ਰੀ ਲਵਾ ਆਇਓ। ਕਹਿ ਰਹੇ ਹੁੰਦਾ ਨਾ ਯਾਰ ਜਾਣਾ ਹੀ ਪਿਆ, ਮੇਰਾ ਸ਼ਗਨ ਦੇ ਆਈ। ਤੇ ਹੋ ਸਕਦਾ ਕੈਪਟਨ ਸਾਹਿਬ ਵੀ ਕਹਿੰਦੇ ਕੇਜਰੀਵਾਲ ਸਾਹਿਬ ਸਪੈਸ਼ਲ ਦਿੱਲੀ ਆਉਣਾ ਪੈਣਾ ਹੀ, ਤੇਲ ਅੱਗੇ ਮਹਿੰਗਾ ਹੋਈ ਜਾਂਦਾ, ਟ੍ਰੈਫਿਕ ਬੜੀ ਹੈ, ਖਤਰੇ ਵੱਧ ਜਾਂਦੇ, ਧੂਆਂ ਉੱਡਣਾ ਹੀ, ਲੋਕ ਬਚਾਉਣੇ ਆ। ਤੁਸੀਂ ਐਂ ਕਰਿਓ ਮਾੜਾ ਜਿਹਾ JP ਨੱਡਾ ਸਾਹਿਬ ਨਾਲ 2 ਘੰਟੇ ਸਾਡੇ ਵੱਲੋਂ ਮਾੜਾ ਜਿਹਾ ਬੈਠ ਕੇ ਆਇਓ ਤੇ ਪੁੱਛਿਓ ਫਿਰ ਪੰਜਾਬ ਲੋਕ ਕਾਂਗਰਸ ਨੂੰ ਕਿੰਨੀਆਂ ਕੁ ਸੀਟਾਂ ਛੱਡਦੇ, 117 ਦੇ ਵਿੱਚੋਂ ਵਧੀਆ ਠੋਕ ਵਜਾ ਕੇ ਗੱਲ ਕਰਿਓ। ਦਿੱਲੀ ਵਾਲੇ ਪੰਜਾਬ ਨੂੰ ਤੁਰੇ ਆ, ਪੰਜਾਬ ਵਾਲੇ ਦਿੱਲੀ ਨੂੰ ਤੁਰੇ ਆ, ਪਰ ਮਸਲਾ ਪੰਜਾਬ ਵਿਧਾਨ ਸਭਾ ਚੋਣਾਂ ਦਾ ਤੇ ਕਿੱਸਾ ਕੁਰਸੀ ਦਾ। ਨਹੀਂ ਕਿੱਸਾ ਪੂਰਾ ਕੁਰਸੀ ਦਾ। ਇਸੇ ਕਰਕੇ ਸੁਖਬੀਰ ਬਾਦਲ ਸਾਹਿਬ ਕਹਿੰਦੇ ਆ, ਉਹ ਕਹਿੰਦੇ ਵੀ 3 ਸਰਕਾਰਾਂ ਨਾਲ ਆਪਣੀ ਲੜਾਈ ਹੈ। ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਸਾਰੇ ਜਥੇਦਾਰ ਸਾਹਿਬਾਨ ਧਿਆਨ ਦੇ ਦੇਣ। ਕਹਿੰਦੇ 3 ਦੀਆਂ 3 ਸਰਕਾਰਾਂ ਦਿੱਲੀ ਦੀਆਂ। ਕਹਿੰਦੇ ਇੱਕ ਕੇਜਰੀਵਾਲ ਦਿੱਲੀਓਂ, BJP ਦਿੱਲੀਓਂ, ਕਾਂਗਰਸ ਦਿੱਲੀਓਂ, ਇੱਕੋ ਇੱਕ ਪਾਰਟੀ ਹੈ ਕਹਿੰਦੇ ਪੰਜਾਬੀਆਂ ਦੀ। ਤੇ ਇਸੇ ਕਰਕੇ ਅਸੀਂ ਗੱਲ ਪੰਜਾਬ ਦੀ ਕਰਨੀ ਹੈ, ਤੇ ਐਤਕੀ ਪੰਜਾਬੀਆਂ ਨੇ ਪੰਜਾਬ ਦੀ ਆਪਣੀ ਪਾਰਟੀ ਜਿਤਾਉਣੀ। ਹੁਣ ਮੈਨੂੰ ਸਮਝ ਨਹੀਂ ਆਏ ਵੀ ਐਤਕੀ ਅਚਾਨਕ ਅਕਾਲੀ ਦਲ ਕਿਉਂ, ਮਤਲਬ ਉਹਨੂੰ ਇੱਦਾਂ ਕਿਉਂ ਲੱਗਦਾ ਵੀ ਅਸੀਂ ਪੰਜਾਬ ਦੇ ਹਾਂ ਯਾਰ। ਇੱਕ ਪਾਸੇ ਕਹਿੰਦੇ ਸਾਨੂੰ 100 ਸਾਲ ਹੋ ਗਿਆ, ਤੇ ਮੇਰੇ ਖਿਆਲ ਨਾਲ ਜੇ ਮੈਂ ਗਲਤ ਨਹੀਂ ਤੇ 2.5-3 ਸਾਲ ਪਹਿਲਾਂ ਤੱਕ ਤੇ ਉਹ ਕਹਿੰਦੇ ਵੀ ਆਪਾਂ ਨੈਸ਼ਨਲ ਲੈਵਲ ਦੀ ਪਾਰਟੀ ਬਣਨਾ ਹੀ।
ਨਹੀਂ ਬਣਨਾ, ਹੁਣ ਵੀ ਬਣਨਾ ਹੈ, ਜਦੋਂ ਸੂਤ ਜੇ ਆਊਗਾ ਬਣਾਂਗੇ ਆਪਾਂ। ਅੱਛਾ, ਥੋੜਾ ਚਿਰ ਮਤਲਬ ਆਪਾਂ ਫਰਵਰੀ ਮਾਰਚ ਤੱਕ ਪੰਜਾਬ ਦੀ ਰਹਿਣਾ, ਉਦੋਂ ਬਾਅਦ ਅਪ੍ਰੈਲ ਚੜ੍ਹਦਿਆਂ ਸਾਰ ਹੀ ਮਤਲਬ ਕਣਕਾਂ ਵੱਢ ਕੇ ਨਾਲ ਹੀ ਗਲੋਬਲ ਹੋ ਜਾਣਾ। 97 ਤੋਂ ਬਾਅਦ ਹੋਏ ਸੀ ਆਪਾਂ, 15-20 ਸਾਲ ਉਹ ਫੇਜ਼ ਚੱਲਦਾ ਹੁੰਦਾ। ਫੈਸ਼ਨ ਬਦਲਦੇ ਆ ਨਾ, ਫੈਸ਼ਨ ਦੇ ਹੈ ਨਾ, ਗਰੰਟੀ ਦੀ ਇੱਛਾ ਨਹੀਂ ਰੱਖਣੀ ਫੈਸ਼ਨ ਦੇ ਦੌਰ 'ਚ। ਉਹਦੇ ਤੋਂ ਬਾਅਦ ਜਦੋਂ ਦੇਖਿਆ ਕਿ ਭਾਈ ਹੁਣ ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਮੰਨਣੀ ਪਊਗੀ, ਸ਼੍ਰੋਮਣੀ ਅਕਾਲੀ ਦਲ ਦੇ ਲਈ ਬਹੁਤ ਜ਼ਰੂਰੀ ਹੈ ਕਿ ਜੜ੍ਹਾਂ ਕਾਇਮ ਰੱਖਣੀਆਂ। ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਉਹ ਗੱਲ ਸਮਝ ਆ ਗਈ ਹੈ ਜਾਂ ਵੱਡੇ ਬਾਦਲ ਸਾਹਿਬ ਨੇ ਸਮਝਾਤੀ ਹੈ? ਅਕਾਲੀ ਦਲ ਦਾ ਵੋਟ ਬੈਂਕ ਕੀ ਸੀ? ਕਿਸਾਨੀ, ਪੰਥਕ। ਜਦੋਂ ਪੰਜਾਬੀਅਤ ਆਇਆ ਪੰਥਕ ਦੇ ਨਾਲ, ਅਸੀਂ ਨਹੀਂ ਕਹਿੰਦੇ ਗਲਤ ਆਇਆ, ਵਧੀਆ ਆਇਆ, ਉਹਦੇ ਨਾਲ ਜਿਹੜਾ ਮਜ਼ਬੂਤ ਪੰਥਕ ਵੋਟ ਬੈਂਕ ਸੀ, ਇੱਕ ਪੰਥਕ ਪਾਰਟੀ ਦੀ ਜਿਹੜੀ ਛਵੀ ਸੀ, ਤਸਵੀਰ ਸੀ, ਅਕਸ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ, ਜਾਂ ਅਕਾਲੀ ਦਲ ਦੇ ਵਿੱਚ ਕਿਸੇ ਵੇਲੇ ਦਸਤਾਰਧਾਰੀ ਹੀ ਹੁੰਦੇ ਸੀ ਬਹੁਤੇ, ਉਹਦੇ ਤੋਂ ਬਾਅਦ ਹੋਰ ਸੱਜਣ ਜਿਹੜੇ ਆ ਗਏ, ਫਿਰ ਇਹ ਵੀ ਆਉਣ ਲੱਗ ਪਿਆ ਜੀ ਹੁਣ ਕਾਰੋਬਾਰੀ ਬੰਦੇ ਆ ਗਏ, ਚਲੋ ਕਾਰੋਬਾਰ ਵੀ ਕਰਨੇ ਹੀ ਹੋਏ। ਫਿਰ ਉਹ ਪੰਥਕ ਜਿਹੜਾ ਅਕਸ ਸੀ ਥੋੜਾ ਜਿਹਾ ਥੱਲੇ ਨੂੰ ਆਇਆ ਸੀ, ਪਰ ਕਿਸਾਨੀ ਵੋਟ ਬੈਂਕ ਸੀ। ਆ ਪਿਛਲੇ 1.25 ਸਾਲ ਨੇ ਕਿਸਾਨੀ ਵੋਟ ਬੈਂਕ ਨੂੰ ਵੀ ਢਾਹ ਲਾਈ, ਚਾਹੇ ਉਹਨਾਂ ਨੇ ਗੱਠਜੋੜ ਵੀ ਤੋੜਿਆ, ਚਾਹੇ ਕੇਂਦਰੀ ਮੰਤਰੀ ਮੰਡਲ ਚੋਂ ਅਸਤੀਫਾ ਵੀ ਆਇਆ, ਪਰ ਉਹ ਮਹੀਨੇ ਕੁ ਦੇ ਜਿਹੜੇ ਬਿਆਨ ਸੀ ਵੱਡੇ ਬਾਦਲ ਸਾਹਿਬ ਦੇ ਵੀ, ਬੀਬੀ ਬਾਦਲ ਦੇ ਵੀ, ਸੁਖਬੀਰ ਸਿੰਘ ਬਾਦਲ ਸਾਹਿਬ ਦੇ, ਉਹ ਪਿੱਛਾ ਨਹੀਂ ਸੀ ਛੱਡਦੇ। ਇਸ ਕਰਕੇ ਉਹਨਾਂ ਨੇ ਸਾਰਾ ਹੀ ਜ਼ੋਰ ਲਾ ਲਿਆ। ਉਹ ਕਹਿੰਦੇ ਹਰਿਆਣੇ 'ਚੋਂ 2 ਜਿੱਤਣੇ, ਦਿੱਲੀੋਂ 2 ਜਿੱਤਣੇ, ਰਾਜਸਥਾਨ ਯੂਪੀ 'ਚ ਹਾਜ਼ਰੀ ਲੱਗਣੀ ਕਿ ਨਹੀਂ ਲੱਗਣੀ ਪਤਾ ਨਹੀਂ, ਆਪਾਂ ਪਹਿਲਾਂ ਪੰਜਾਬ ਦੀਆਂ ਜੜ੍ਹਾਂ ਮਜ਼ਬੂਤ ਕਰ ਲਈਏ। ਇਸ ਕਰਕੇ ਉਹਨਾਂ ਨੇ ਫਿਰ ਖੇਤਰੀ ਮੁੱਦਾ ਉਭਾਰਿਆ ਕਿ ਭਾਈ ਸਾਡੀ ਪਾਰਟੀ ਹੈ ਜਿਹੜੀ ਪੰਜਾਬ 'ਚ ਹੈਗੀ ਹੈ, ਪੰਜਾਬ ਤੋਂ ਚੱਲਦੀ ਹੈ, ਪੰਜਾਬ ਦੇ ਫੈਸਲੇ ਪੰਜਾਬ 'ਚ ਬਹਿ ਕੇ ਕਰਦੀ ਹੈ। ਕੇਜਰੀਵਾਲ ਸਾਹਿਬ ਦਿੱਲੀੋਂ ਫੈਸਲੇ ਕਰਦੇ ਆ, ਭਾਜਪਾ ਵਾਲੇ ਦਿੱਲੀੋਂ ਫੈਸਲਾ ਕਰਦੇ ਆ, ਕਾਂਗਰਸ ਪਾਰਟੀ ਦੇ ਪੰਜਾਬ ਦੇ ਲੀਡਰ ਸਾਰੇ ਦਿੱਲੀ ਵਾਲੀ ਚਾਬੀ ਨਾਲ ਚੱਲਦੇ ਆ। ਤੇ ਤੁਸੀਂ ਜੇ ਪੰਜਾਬ ਦੀਆਂ ਸਮੱਸਿਆਵਾਂ ਹੱਲ ਕਰਾਉਣਾ ਚਾਹੁੰਦੇ ਆ ਤਾਂ ਅਕਾਲੀ ਦਲ ਨੂੰ ਵੋਟਾਂ ਪਾਓ। ਸੁਜਾਨਪੁਰ ਗਏ ਸੀ, ਸੁਜਾਨਪੁਰ ਗਏ ਤੇ ਉੱਥੇ ਕਿਉਂਕਿ ਰਾਜਕੁਮਾਰ ਗੁਪਤਾ ਸਾਹਿਬ ਭਾਜਪਾ 'ਚੋਂ ਨਵੇਂ ਆਏ ਇੱਧਰਲੇ ਪਾਸੇ, ਉਹਨਾਂ ਦੇ ਹੱਕ 'ਚ ਪ੍ਰਚਾਰ ਕੀਤਾ। ਤੇ ਦੂਸਰਾ ਸੁੱਚਾ ਸਿੰਘ ਛੋਟੇਪੁਰ ਅਕਾਲੀ ਉਮੀਦਵਾਰ, ਉਹ ਹੈਗੇ ਨੇ ਬਟਾਲਿਓਂ, ਦੋਨਾਂ ਦੇ ਹੱਕ 'ਚ ਪ੍ਰਚਾਰ ਕਰਦੇ ਆ। 3 ਵਾਅਦੇ ਕੀਤੇ। ਉਹ ਕਹਿੰਦੇ ਜੀ ਜਿਨ੍ਹਾਂ ਦੇ ਕਾਰਡ ਬਣੇ ਹੋਏ ਨੇ, ਨੀਲੇ ਕਾਰਡ, ਬੀਬੀਆਂ ਨੂੰ 2-2 ਹਜ਼ਾਰ ਰੁਪਈਆ ਸਾਡੀ ਸਰਕਾਰ ਬਣ ਲੈਣ ਦਿਓ, ਖਾਤੇ 'ਚ ਆਊਗਾ। ਕੇਜਰੀਵਾਲ ਸਾਹਿਬ ਦਾ 1000 ਸੀ ਸਾਰੀਆਂ ਬੀਬੀਆਂ ਲਈ, ਇਹ ਗਿਣਤੀ ਦੁੱਗਣੀ ਕਰਤੀ। ਬੱਚੇ ਜਿਹੜੇ ਵਿਦਿਆਰਥੀ ਨੇ, ਇੱਕ ਕਾਰਡ ਬਣੇਗਾ ਸਪੈਸ਼ਲ। ਉਹ ਜਿਹੜਾ ਕਾਰਡ ਬਣੇਗਾ, ਕਹਿੰਦੇ ਉਹ ਕਾਰਡ ਜੇ ਤੁਹਾਨੂੰ ਫੀਸ ਦੇਣ 'ਚ ਸਮੱਸਿਆ ਹੈ, ਕੁਛ ਹੋਰ ਸਮੱਸਿਆ, ਤੁਹਾਡੀ ਪੜ੍ਹਾਈ ਨਹੀਂ ਰੁਕਦੀ, ਉਹ ਕਾਰਡ ਦੇ ਨਾਲ ਹੀ ਕੰਮ ਸਾਰਾ ਚੱਲ ਜਾਊਗਾ, ਤੁਸੀਂ ਘਬਰਾਉਣਾ ਬਿਲਕੁਲ ਨਹੀਂ ਹੈ। ਇਹ 2 ਵਾਅਦੇ ਕਰ ਦਿੱਤੇ ਤੇ ਦੋਨਾਂ ਵਾਅਦਿਆਂ ਦੇ ਨਾਲ ਕੁਝ ਜਵਾਨੀ ਤੇ ਨਾਲ ਦੀ ਨਾਲ ਬੀਬੀਆਂ ਦੀਆਂ ਵੋਟਾਂ ਲੈਣ ਦਾ ਯਤਨ ਕੀਤਾ। ਪਰ ਜਿੱਦਾਂ ਉਹ ਪੰਜਾਬ ਦੇ ਉੱਤੇ ਫੋਕਸ ਹੋਏ ਆ, ਕਿਉਂਕਿ ਹੈ ਉਹਨਾਂ ਦੇ ਲਈ ਵੀ ਕਰੋ ਜਾਂ ਮਰੋ ਵਾਲੀ ਸਥਿਤੀ, ਕਿਉਂਕਿ ਭਾਜਪਾ ਵਾਲੇ ਜੋ ਕਰਦੇ ਹੁੰਦੇ ਸਾਰਿਆਂ ਨੂੰ ਪਤਾ ਹੈ। ਨਹੀਂ ਤੇ ਉਹ ਦੂਜੇ ਆਪ ਵਾਲੇ ਕਿਹੜਾ ਟਲਦੇ ਆ। ਇੱਧਰ ਜੇ ਇਹਨਾਂ ਨੇ ਇਹ ਗੱਲ ਕੀਤੀ ਤੇ ਭਗਵੰਤ ਮਾਨ ਹੋਣੀ ਫੇਰ ਦੁਆਲੇ ਹੋ ਗਏ। ਕਹਿੰਦੇ ਮੈਨੂੰ ਬੜੀ ਹੈਰਾਨੀ ਹੋਈ, ਸੁਖਬੀਰ ਬਾਦਲ ਸਾਹਿਬ ਕਹਿੰਦੇ ਮੈਂ ਕਿਸਾਨ ਵਾ। ਕਿੱਧਰੋਂ ਯਾਰ, ਕਿੱਧਰੋਂ ਕਿਸਾਨ? ਮਤਲਬ ਕਹਿੰਦੇ ਮੈਂ ਕੋਈ ਕਿਸਾਨ ਨਹੀਂ ਵੇਖਿਆ ਜਿਹੜਾ ਕੋਈ ਹੋਟਲਾਂ ਵਾਲਾ, ਉਦੋਂ ਬਾਅਦ ਕਾਰੋਬਾਰਾਂ ਵਾਲਾ, ਗੱਡੀਆਂ ਵਾਲਾ, ਬੱਸਾਂ ਵਾਲਾ, ਟਰਾਂਸਪੋਰਟਾਂ ਵਾਲਾ ਹੋਵੇ ਤੇ ਬਾਅਦ ਜਾ ਕੇ ਮੈਂ ਕਿਸਾਨ ਯਾਰ। ਅੱਛਾ, ਉਦੋਂ ਬਾਅਦ ਦੂਜੀ ਗੱਲ ਘੇਰ ਲਈ, ਕਹਿੰਦੇ ਆਹ ਦੇਖ ਲਓ, ਉਹ ਤਾਂ ਸ਼ਾਇਦ ਕੇਜਰੀਵਾਲ ਸਾਹਿਬ ਨੇ ਵੀ ਕਹੀ ਗੱਲ, ਕਹਿੰਦੇ ਮੈਂ ਨਹੀਂ ਕਹਿੰਦਾ ਵੀ ਭਾਈ ਸਾਹਿਬ ਹੁਣ ਤਾਂ ਤੁਹਾਡੇ ਸਾਹਮਣੇ ਆ ਵੀ ਮੈਂ ਜਿਹੜੀ ਗੱਲ ਕਹਿਣਾ ਜਾਂ ਉਹ ਚੰਨੀ ਸਾਹਿਬ ਚੁੱਕ ਲੈਂਦੇ ਜਾਂ ਹੁਣ ਅਕਾਲੀ ਦਲ ਚੁੱਕਣ ਲੱਗ ਪਿਆ। ਜਿੱਦਣ ਕਹਿੰਦੇ ਮੈਂ 1000 ਦੀ ਗੱਲ ਕੀਤੀ, ਮੈਨੂੰ ਕੱਲੇ ਨੇ ਹਿਸਾਬ ਗਣਾਇਆ, ਐਦਾਂ ਕਿੱਦਾਂ, ਇੰਨੇ ਤਾਂ ਪੈਸੇ ਹੀ ਨਹੀਂ ਪੰਜਾਬ ਦੇ ਵਿੱਚ, ਇਹ ਕਿੱਥੋਂ ਦੇਣਗੇ? ਕੇਜਰੀਵਾਲ ਸਾਹਿਬ ਪਹਿਲਾਂ ਹਿਸਾਬ ਤੇ ਦੇ ਦਿਓ। ਕਹਿੰਦੇ ਮੈਂ ਤੇ ਜੇ 1000 ਦੀ ਗੱਲ ਕੀਤੀ ਸੀ, ਇਹ 2000 ਤੇ ਚੱਲ ਗਏ, ਮੈਂ ਤੇ ਕਿਹਾ ਨਹੀਂ ਵੀ ਕਿੱਥੋਂ ਦੇਣਾ। ਇਹਦਾ ਮਤਲਬ ਇਹ ਹੋ ਗਿਆ। ਵੈਸੇ ਉਹ ਪੰਨੂ ਸਾਹਿਬ ਕਈ ਵਾਰ ਇੱਕ ਜ਼ਿਕਰ ਕਰਦੇ ਹੁੰਦੇ ਵੀ ਜਿਹੜਾ ਬੰਦਾ ਕੇਂਦਰੀ ਮੁੱਦਾ ਬਣ ਜੇ, ਕਿਉਂਕਿ ਹੁਣ ਜੇ ਚੰਨੀ ਸਾਹਿਬ ਵੀ ਗੱਲ ਕਰਦੇ, ਚੰਨੀ ਸਾਹਿਬ ਨੇ ਵੀ ਇਹੋ ਗੱਲ ਕੀਤੀ। ਉਹ ਕਹਿੰਦੇ ਕੇਜਰੀਵਾਲ ਸਾਹਿਬ ਜਿਹੜੀ ਥਾਂ ਤੇ ਜਾਂਦੇ ਆਪਣੇ ਹਿਸਾਬ ਨਾਲ ਪੈਸੇ ਵਧਾ ਘਟਾ ਲੈਂਦੇ ਆ। ਕਹਿੰਦੇ ਗੋਆ 'ਚ 500 ਦੇਣਾ ਸੀ, ਪੰਜਾਬ 'ਚ 1000 ਦੇਣਾ, ਇਹ ਕੀ ਹਿਸਾਬ ਹੋਇਆ? ਹੁਣ ਮੈਨੂੰ ਨਹੀਂ ਸਮਝ ਆਈ ਵੀ ਜਾਂ ਉਹ ਚਾਹੁੰਦੇ ਵੀ ਯਾਰ ਵੀ ਪੰਜਾਬ 'ਚ ਵੀ ਜਾਂ ਤਾਂ 500 ਹੀ ਦਿਓ ਜਾਂ ਫਿਰ ਗੋਆ ਵਾਲਿਆਂ ਨੂੰ 1000 ਦਿਓ। ਦੇਖੋ ਸੰਧਾਲੀਆ ਸਾਹਿਬ, ਇੱਥੇ ਇੱਕ ਗੱਲ ਮੰਨਣੀ ਪਊਗੀ, ਪਤਾ ਨਹੀਂ ਬਾਕੀ ਪਾਰਟੀਆਂ ਵਾਲੇ ਗਲਤੀ ਕਰਦੇ ਆ, ਜਾਣਬੁੱਝ ਕੇ ਕਰਦੇ ਆ ਕਿ ਅਚਾਨਕ ਹੋ ਜਾਂਦੀ ਹੈ। ਹੁਣ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਦੇ ਬਾਰੇ ਮੰਨਿਆ ਜਾਂਦਾ ਸੀ ਕਿ ਇਹਨਾਂ ਨੂੰ 2017 'ਚ 23% ਵੋਟ ਪਈ, ਲੋਕ ਸਭਾ ਦੀ ਚੋਣ ਤੱਕ ਆਉਂਦਿਆਂ 7.5% ਰਹਿ ਗਈ। ਉਹ 14-15% ਜਿਹੜੀ ਵੋਟ ਘਟੀ ਹੈ, 16% ਵੀ ਉਹ ਜਾਊ ਕਿੱਥੇ? MP 4 ਸੀ, 1 ਰਹਿ ਗਿਆ। 20 MLA ਜਿੱਤੇ ਸੀ, ਉਹ 10 ਕਹਿ ਲਓ, 11 ਕਹਿ ਲਓ, 12 ਕਹਿ ਲਓ, ਤੁਹਾਡੀ ਮਰਜ਼ੀ ਹੈ। ਕਿ ਕਹਾਣੀ ਕਿੱਧਰ ਗਈ ਕਿ ਸੁੰਗੜ ਗਈ ਪਾਰਟੀ। ਬਹੁਤੇ 2017 ਦੇ ਤੇ 2019 ਦੇ ਉਮੀਦਵਾਰ ਪਾਰਟੀ ਛੱਡ ਕੇ ਚਲੇ ਗਏ। ਜਾਣੀ ਇਹ ਕਹਿਣ ਲੱਗ ਪਈਆਂ ਸੀ ਪਾਰਟੀਆਂ ਕਿ ਇਹ ਗਿਣਤੀ ਜਾਣੀ ਇਹ ਖਤਮ, ਪਾਣੀ ਦਾ ਬੁਲਬੁਲਾ ਸੀ, ਠੁੱਸ ਫਟ ਗਿਆ। ਪਰ ਹੁਣ ਅਰਵਿੰਦ ਕੇਜਰੀਵਾਲ ਲੰਬੀ 'ਚ ਰੈਲੀ ਕਰਦੇ ਆ, ਜਲੰਧਰ 'ਚ ਤਿਰੰਗਾ ਯਾਤਰਾ ਕਰਦੇ ਆ, ਖਬਰ ਬਣਦੀ ਹੈ
ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਆ ਕਿ ਭਾਈ ਇਹ ਬੰਦਾ ਸ਼ਬਦਾਂ ਦਾ ਜਾਦੂਗਰ ਹੈ, ਇਹ ਭੁਲੇਖਿਆਂ 'ਚ ਪਾਉਣ ਆਉਂਦਾ ਹੈ, ਇਹਨੇ ਕਰਨਾ ਕਤਰਨਾ ਕੁਛ ਨਹੀਂ, ਅਰਵਿੰਦ ਕੇਜਰੀਵਾਲ ਤੇ ਨਿਸ਼ਾਨੇ। ਚੰਨੀ ਸਾਹਿਬ ਕਹਿੰਦੇ ਜੀ ਉੱਥੇ 5 ਜਾਣੀ ਐਸੀ ਕਿਹੜੀ ਗੱਲ ਹੋ ਗਈ ਕਿ ਜਿਹੜੀ ਪਾਰਟੀ ਦੀ ਤੁਹਾਨੂੰ ਲੱਗਦਾ ਹੋਂਦ ਹੀ ਨਹੀਂ ਹੈਗੀ। ਉਸ ਪਾਰਟੀ ਦਾ ਪ੍ਰਧਾਨ ਗੋਆ 'ਚ ਜਾ ਕੇ ਕੀ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ, ਇਹ ਤੇ ਵੀ ਨਜ਼ਰ ਰੱਖਣੀ ਪੈਂਦੀ ਹੈ। ਦੱਸਣਾ ਪੈਂਦਾ। ਮਤਲਬ ਇਹ ਗੱਲ ਵਾਕਈ ਕਿਤੇ ਨਾ ਕਿਤੇ ਧਿਆਨ ਮੰਗਦੀ ਆ ਵੀ ਜੇ ਹੁਣ ਅਗਲੇ, ਮੈਂ ਨਹੀਂ ਕਹਿੰਦਾ ਵੀ ਅਗਲਿਆਂ ਨੇ ਜਿੱਤਣਾ ਹਾਰਨਾ, ਪਰ ਕਿਸੇ ਵੇਲੇ ਹੁੰਦਾ ਨਾ ਵੀ ਗੇਮ ਆਪਣੇ ਆਲੇ ਦੁਆਲੇ ਘੁਮਾਉਣ ਲੱਗ ਪਏ। ਜੇ ਬੰਦੇ ਉਸ ਪਾਸੇ ਘੁਮਾਉਣ ਲੱਗ ਪਿਆ ਗੱਲਬਾਤ, ਤੇ ਬਾਕੀਆਂ ਨੂੰ ਵੀ ਸੋਚਣਾ ਪਊਗਾ ਵੀ ਜਿਹੜੇ ਸਲਾਹਕਾਰ ਆਪਾਂ ਲਿਆਂਦੇ ਮਹਿੰਗੇ ਉਹ ਕੋਈ ਵੱਖਰੀ ਸਲਾਹ ਦੇਣ। ਉਹ ਗੱਲਾਂ ਕਿਉਂ ਕਰਦੇ ਜਿਹੜੀ ਅਗਲਾ ਬੰਦਾ ਅੱਗੇ ਕਰਨ ਡਿਆ। ਅੱਛਾ, ਇੱਕ ਚੀਜ਼ ਹੋਰ ਇੱਥੇ ਮੈਂ ਐਡ ਕਰਾਂ, ਜਿਹੜੀ ਉਹ ਬੜੇ ਦਿਨਾਂ ਤੋਂ ਰੌਲਾ ਪੈਂਦਾ ਨਾ ਵੀ ਉਹ ਐਤਕੀ ਹੁਣ ਮੇਰਾ ਖਿਆਲ ਰਾਜਾ ਵੜਿੰਗ ਸਾਹਿਬ ਨੇ ਫਿਰ ਕਿਹਾ, ਕਹਿੰਦੇ ਕੇਜਰੀਵਾਲ ਨੂੰ ਮੈਂ ਕਦੋਂ ਦੀ ਚਿੱਠੀ ਲਿਖੀ ਆ, ਸਾਡੇ ਵਾਲੀਆਂ ਬੱਸਾਂ ਦਾ ਜਵਾਬ ਹੀ ਕੋਈ ਨਹੀਂ ਦਿੰਦਾ। ਕੇਜਰੀਵਾਲ ਸਾਹਿਬ ਨਹੀਂ ਬੋਲਦੇ, ਉਹ ਆਪਣੇ ਕਿਸੇ ਨਾ ਕਿਸੇ ਲੀਡਰ ਨੂੰ ਕਹਿੰਦੇ। ਹੁਣ ਮੀਤ ਢੇਰ ਸਾਹਿਬ ਦੀ ਡਿਊਟੀ ਲਾਤੀ ਵੀ ਦਿਓ ਜਵਾਬ ਜੀ। ਹੁਣ ਮੀਤ ਢੇਰ ਸਾਹਿਬ ਕਹਿੰਦੇ ਦੇਖੋ ਜੀ ਬੜੀ ਗੱਲ ਕਲੀਅਰ ਹੈ ਰਾਜਾ ਵੜਿੰਗ ਜੀ, ਕਿਉਂ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਹੋ? ਤੁਹਾਨੂੰ ਪਤਾ ਵੀ 2 ਤਰ੍ਹਾਂ ਦੀਆਂ ਬੱਸਾਂ, ਇੱਕ ਉਹ ਬੱਸ ਹੁੰਦੀ ਜਿਹਨੇ ਹਰੇਕ ਅੱਡੇ ਤੇ ਰੋਕ ਕੇ ਜਾਣਾ, ਇੱਕ ਉਹ ਬੱਸ ਹੁੰਦੀ ਜਿਹਨੇ ਇੱਕ ਥਾਂ ਤੋਂ ਸਵਾਰੀ ਚੁੱਕਣੀ ਸਿੱਧੀ ਉੱਥੇ ਜਾਣਾ। ਤੇ ਦਿੱਲੀ ਦਾ ਕਾਨੂੰਨ ਅਦਾਲਤਾਂ ਇਹ ਕਹਿੰਦੀਆਂ ਵੀ ਜਿਹੜੀ ਬੱਸ ਸਿੱਧੀ ਜਾਂਦੀ ਆ ਉਹ ਏਅਰਪੋਰਟ ਜਾ ਸਕਦੀ ਹੈ, ਜਿਹੜੀ ਰੋਕ ਕੇ ਜਾਂਦੀ ਉਹ ਨਹੀਂ ਜਾ ਸਕਦੀ। ਤੁਸੀਂ ਸਿੱਧੀ ਜਾਣ ਵਾਲੀ ਬੱਸ ਪਾ ਲਓ, ਜੇ ਤੁਹਾਡੇ ਕੋਲ ਨਹੀਂ ਪੈਂਦੇ ਤੁਸੀਂ ਸਾਨੂੰ ਦੱਸ ਦਿਓ, ਅਸੀਂ ਪਾ ਲਓ। ਮੈਂ ਇਹ ਸੋਚਦਾ ਵੀ ਜੇ ਇਸ ਮੁੱਦੇ ਦਾ ਹੱਲ ਉਹਨਾਂ ਨੂੰ ਜਾਪਦਾ ਸੀ ਵੀ ਇਹ ਜਵਾਬ ਆ ਜਾਣਾ, ਤੇ ਰਾਜਾ ਵੜਿੰਗ ਸਾਹਿਬ ਨੇ ਕੀਤਾ ਕਿ ਉਹਨੇ ਵੀ ਆਹ ਦੇਖੋ ਜੀ ਇਹ ਮੈਨੂੰ ਇੱਦਾਂ ਦੀਆਂ ਗੱਲਾਂ ਕਰਦੇ ਸੀ, ਮੈਂ ਬੱਸਾਂ ਤਿਆਰ ਰੱਖੀਆਂ 11 ਬੱਸਾਂ ਸਵੇਰ ਤੋਂ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਸਿੱਧੀਆਂ ਏਅਰਪੋਰਟ ਲਈ ਅਸੀਂ ਤਿਆਰ ਰੱਖੀਆਂ, ਕੇਜਰੀਵਾਲ ਸਾਹਿਬ ਦਿਓ ਮਨਜ਼ੂਰੀ। ਘੇਰਨ ਤੇ ਉੱਥੇ ਸਗੋਂ ਸੰਧਾਲੀਆ ਸਾਹਿਬ ਕੇਂਦਰੀ ਮੁੱਦਾ ਇਹ ਨਹੀਂ ਹੈ। ਤੁਸੀਂ ਦੇਖੋ ਕਿ ਰਾਜਾ ਵੜਿੰਗ ਨੇ ਕੇਜਰੀਵਾਲ ਸਾਹਿਬ ਨੂੰ ਚਿੱਠੀ ਲਿਖੀ ਸੀ ਤੇ ਰਾਜਾ ਵੜਿੰਗ ਅਰਵਿੰਦ ਕੇਜਰੀਵਾਲ ਤੋਂ ਜਵਾਬ ਚਾਹੁੰਦਾ ਕਿਉਂਕਿ ਵੱਡੀ ਗੱਲ ਬਣਦੀ ਹੈ। ਤੇ ਜੇ ਜਵਾਬ ਪੰਜਾਬ ਦੇ ਐਮਐਲਏ ਮੀਤ ਹੇਰ ਦੇਣਗੇ ਤੇ ਫਿਰ ਇੱਕ ਐਮਐਲਏ ਦਾ ਇੱਕ ਮੰਤਰੀ ਨੂੰ ਜਵਾਬ ਹੈ। ਕੇਜਰੀਵਾਲ ਸਾਹਿਬ ਨੂੰ ਮੁੱਦਾ ਨਹੀਂ ਬਣਨ ਦੇਣਾ ਚਾਹੁੰਦੇ, ਪਰ ਅਸੀਂ ਚਾਹੁੰਦੇ ਹਾਂ ਕਿ ਭਾਈ ਕੇਜਰੀਵਾਲ ਸਾਹਿਬ ਇੱਕ ਵਾਰੀ ਚਿੱਠੀ ਲਿਖ ਦਿਓ। ਮੈਂ ਤਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਇੱਕ ਹੋਰ ਸੱਦਾ ਦਿੰਦਾ, ਚਰਚਾ ਇਕੱਲੀ ਇਹ ਨਹੀਂ, ਕਿਉਂਕਿ ਇਹ ਗੱਲ ਬੜੀ ਕਲੀਅਰ ਹੈ ਜੋ ਮੀਤ ਹੇਰ ਹੋਰਾਂ ਨੇ ਆਖੀ। ਉਹ ਕਹਿੰਦੇ ਜੀ ਤੁਸੀਂ ਦਿੱਲੀ ਦੇ ਹਵਾਈ ਅੱਡੇ ਜਾ ਸਕਦੇ ਹੋ, ਪਰ ਤੁਹਾਡੀ ਬੱਸ ਇੱਕ ਜਗ੍ਹਾ ਤੋਂ ਸਵਾਰੀ ਚੱਕੇ ਤੇ ਹਵਾਈ ਅੱਡੇ ਲਾਵੇ, ਰਾਹ 'ਚ ਨਹੀਂ ਰੁਕਣੀ। ਠੀਕ ਹੈ, ਬਿਲਕੁਲ ਉਹਨਾਂ ਦੀ ਗੱਲ। ਮੈਂ ਕਹਿੰਦਾ ਕਿ ਆਮ ਆਦਮੀ ਪਾਰਟੀ ਵਾਲਿਆਂ ਜੇ ਜੱਸ ਖੱਟਣਾ ਮੁਫਤ, ਬਹੁਤ ਸਾਰੀਆਂ ਬੱਸਾਂ ਨੇ ਜਿਹੜੀਆਂ ਦਿੱਲੀ ਏਅਰਪੋਰਟ ਜਾਂਦੀਆਂ, ਤੁਸੀਂ ਵੀਡੀਓਗ੍ਰਾਫੀ ਕਰਾ ਲਓ ਕਿ ਕਿੱਥੋਂ ਤੁਰੀਆਂ, ਕਿੱਥੇ ਕਿੱਥੇ ਰੁਕੀਆਂ। ਇਹਨਾਂ ਦੀਆਂ ਨਹੀਂ ਜਾਂਦੀਆਂ, ਤੁਸੀਂ ਉਹਨਾਂ ਦੀਆਂ ਵੀ ਬੰਦ ਕਰਾ ਦਿਓ। ਵੈਸੇ ਹੀ ਗੱਲ ਕਰਦੇ ਆ, ਨਾਲੇ ਨਾ ਹਿੰਗ ਲੱਗੇ ਨਾ ਫੜਕੜੀ ਰੰਗ ਚੋਖਾ ਆਵੇ। ਤੁਹਾਨੂੰ ਆਗਿਆ ਦੇਣ ਦੀ ਲੋੜ ਨਹੀਂ, ਚਿੱਠੀ ਦਾ ਜਵਾਬ ਦੇਣ ਦੀ ਲੋੜ ਨਹੀਂ। ਨਾਲੇ ਤੁਸੀਂ ਇੱਕ ਪਾਰਟੀ ਤੇ ਹਮਲਾ ਕਰਦੇ ਹੋਗੇ, ਦੂਜੀ ਚਿੱਠੀ ਤੁਹਾਡੀ ਦਾ ਸਪਸ਼ਟੀਕਰਨ ਆਪਣੇ ਆਪ ਆ ਗਿਆ। ਨਹੀਂ ਇਹ ਵੇਖਦੇ ਆਈਡੀਆ ਤੇ ਅੱਛਾ, ਪਰ ਉਹ ਕਰਨ ਤੇ ਤਾਂ ਆ ਨਾ। ਨਹੀਂ ਕਰ ਸਕਦੇ ਆ, ਤੁਹਾਨੂੰ ਯਾਦ ਹੋਣਾ, ਮੈਂ ਦੱਸਦਾ ਕਿਵੇਂ। ਜੇ ਇੱਕ ਕਾਂਗਰਸੀ ਐਮਐਲਏ ਨੇ ਪੰਜਾਬ ਦੇ ਵਿੱਚੋਂ ਪਾਣੀ ਵਾਲੀ ਬੱਸ ਜਿਹੜੀ ਢੱਕ ਕੇ ਲੈ ਜਾਂਦੀ ਜਾਈ ਜਾ ਰਹੀ ਸੀ, ਉਹਦੀ ਵੀਡੀਓਗ੍ਰਾਫੀ ਹੋ ਸਕਦੀ ਹੈ, ਮੈਂ ਨਾਂ ਨਹੀਂ ਲੈਣਾ ਕਿ ਕਿਹਨਾਂ ਨੇ ਕੀਤੀ। ਜਦੋਂ ਪਾਣੀ ਵਾਲੀ ਬੱਸ ਜਿਹੜੀ ਪਹਿਲਾਂ ਉਹ ਲਿਆਂਦੀ ਸੀ ਕਿ ਆਪਾਂ ਪਹਿਲਾਂ ਟਰਾਈ ਕਰਦੇ ਯਾਰ, ਪੁਰਾਣੀ ਦੇਰ ਹੋਈ ਜਾਂਦੀ ਜਿਹੜੀ ਬਾਅਦ ਚ ਆਈ ਹੈ, ਉਹ ਜਦੋਂ ਢੱਕ ਕੇ ਲਿਜਾਣ ਲੱਗੇ ਆ, ਉਹ ਇੱਕ ਪੰਪ ਤੇ ਖੜੀ ਸੀ, ਇੱਕ ਕਾਂਗਰਸੀ ਐਮਐਲਏ ਆਉਂਦੇ ਸੀ ਤੇ ਉਹਨਾਂ ਨੇ ਫਿਰ ਵੀਡੀਓ ਬਣਾ ਕੇ ਸਾਰੇ ਰੌਲਾ ਪਾਇਆ ਕਿ ਪਾਣੀ ਵਾਲੀ ਬੱਸ ਤਾਂ ਚੱਲੀ। ਜੇ ਉਹ ਕਰ ਸਕਦੇ ਆ, ਨਕਲ ਤਾਂ ਮਾਰ ਹੀ ਸਕਦੇ ਆ। ਹਾਂ ਨਹੀਂ ਆਈਡੀਆ ਠੀਕ ਆ, ਜੇ ਬਹੁਤੀ ਗੱਲ ਨਹੀਂ ਆ ਤੇ ਮਤਲਬ ਉਹਨਾਂ ਕੋਲੋਂ ਹੀ ਸਲਾਹ ਸਮੂਹ ਲੈ ਲੈਣਗੇ ਵੀ ਯਾਰ ਟਾਈਮ ਨਾਲ ਦੇ ਵੀ ਦਿੰਦੇ ਹੁੰਦੇ ਆ ਕਿਦਾਂ ਕੀਤੀ ਤੁਸੀਂ। ਚਲੋ ਇੱਕ ਗੱਲ ਤੇ ਪੱਕੀ ਆ ਵੀ ਇਸ ਵਕਤ ਜਿਹੜੀ ਲੜਾਈ ਇਸ ਪਾਸੇ ਚੱਲਦੀ, ਪਰ ਸਾਰੇ ਕੁਛ ਚ ਕਹਿੰਦੇ ਵੀ ਸੁਖਬੀਰ ਬਾਦਲ ਸਾਹਿਬ ਦਾ ਇੱਕ ਹੋਰ ਪਾਸੇ ਵੀ ਨਾਂ ਵੱਜਣ ਲੱਗ ਪਿਆ। ਕਹਿੰਦੇ ਭਵਿੱਖਬਾਣੀ ਕਰਨ ਲੱਗ ਪਿਆ ਅੱਜ ਕੱਲ੍ਹ। ਉਹਨਾਂ ਨੇ ਭਵਿੱਖਬਾਣੀ ਕੀਤੀ, ਉਹ ਕਹਿੰਦੇ ਵੀ ਦੇਖੋ ਬੜਾ ਕਲੀਅਰ ਹੈ, ਬੀਜੇਪੀ ਵਾਲੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ 2 ਨਹੀਂ ਤੇ 3 ਸੀਟਾਂ। ਤੇ ਰਹੀ ਗੱਲ ਆਮ ਆਦਮੀ ਪਾਰਟੀ ਵਾਲਿਆਂ ਦੀ, ਮਾਲਵੇ ਦੀਆਂ 65 ਚੋਂ ਕੋਈ ਵੀ ਨਹੀਂ ਆਉਣੀ ਇਹਨਾਂ ਨੂੰ। ਆਹ ਦੁਆਬੇ ਚੋਂ ਕਿਤੇ ਕੋਈ ਇੱਕ ਅੱਧੀ ਭਾਵੇਂ ਆ ਜਾਵੇ। ਮੈਂ ਸੋਚਦਾ ਵੀ ਐਮਐਲਏ ਸਾਰੇ ਉਹਨਾਂ ਦੇ ਮਾਲਵੇ 'ਚ ਆ, ਉਹ ਸਾਰੇ ਹਰਾ ਦਿੱਤੇ ਆ। ਤੇ ਦੁਆਬੇ 'ਚੋਂ ਜਿੱਥੋਂ ਕਈ ਬੰਦੇ ਨੂੰ ਅੱਗੇ ਛੱਡ ਕੇ ਚਲੇ ਗਏ ਜਾਂ ਕਈ ਜਾਣ ਨੂੰ ਫਿਰਦੇ ਆ, ਇੱਕ ਬੰਦੇ ਨੂੰ ਅਜੇ ਟਿਕਟ ਨਹੀਂ ਦਿੱਤੀ। ਇੱਥੋਂ ਕਹਿੰਦੇ ਜੇ ਟਿਕਟ ਅੱਧੀ ਆ ਜਾਣੀ, ਸੀਟ ਆ ਜਾਣੀ। ਹੋ ਸਕਦਾ ਰੋੜੀ ਸਾਹਿਬ ਕਹਿੰਦੇ ਹੁਣ ਯਾਰ ਆਪਣੇ ਵਾਲੀ ਸੀਟ ਜੈ ਕਿਸ਼ਨ ਰੋੜੀ ਹੈ ਨਾ, ਆਹੋ ਕੋਈ ਨਾ ਦੁਆਬੇ ਮੈਨੂੰ ਉਹੀ ਲੱਗਦਾ ਜੀ। ਮੈਨੂੰ ਇਹ ਸੀ ਵੀ ਜੇ ਸੰਧੂਆ ਸਾਹਿਬ ਨੂੰ ਆਖਿਆ ਹੋਊਗਾ ਵੀ ਯਾਰ ਸ਼ਾਇਦ ਕੀ ਦਾ ਮੇਰਾ ਵੀ ਦਾ ਲੱਗ ਜੇ। ਪਰ ਇੱਕ ਚੀਜ਼ ਹੈ, ਇਹ ਸਾਰੇ ਕੁਝ ਉਹਨਾਂ ਕਾਂਗਰਸ ਦਾ ਵੀ ਕਹਿਤਾ ਵੀ ਉਹਨਾਂ ਦੇ ਪੱਲੇ ਕੁਝ ਨਹੀਂ ਪੈਣਾ, ਇਹ ਨਹੀਂ ਦੱਸਿਆ ਵੀ ਉਹਨਾਂ ਨੂੰ ਕਿੰਨੀਆਂ ਆਉਣੀਆਂ। ਨਹੀਂ ਉਹ ਤਾਂ ਸਰਕਾਰ ਬਣਨੀ ਆ ਨਾ। ਤੁਸੀਂ ਦੇਖੋ ਬਾਦਲ ਸਾਹਿਬ 100 ਕਹਿ ਕੇ ਗਏ ਕਿ ਨਹੀਂ ਉਦਣ ਮੋਗੇ ਕਿੱਲੀ ਚਾਲਾਂ। ਤੁਸੀਂ ਇਹ ਦੇਖੋ ਕਿ ਇੱਕ ਕਮਾਲ ਦੀ ਗੱਲ ਹੈ ਇਹਦੇ ਵਿੱਚ। ਬੀਜੇਪੀ ਵਾਲੇ ਕਹਿੰਦੇ ਹੋਣੇ ਆ ਕਿ ਆਪਾਂ ਬੈਲੈਂਸ ਹੀ ਰਹਿ, ਉਹ ਕਹਿੰਦੇ ਨੇ ਬੀਜੇਪੀ ਨੂੰ 2 ਨਹੀਂ 3। ਜਦੋਂ ਤੁਹਾਡੇ ਨਾਲ ਗੱਠਜੋੜ ਸੀ ਆਈਆਂ ਉਦੋਂ ਵੀ 3 ਨਹੀਂ ਸੀ, ਉਹਨਾਂ ਨੂੰ ਤਾਂ ਕੋਈ ਘਾਟਾ ਪਿਆ ਹੀ ਨਾ। ਫਿਰ ਉਹਦੇ ਬਰਾਬਰ ਨੇ, ਉਹ ਤਾਂ ਜਾਣੀ ਉਹ ਤਾਂ ਬਰਾਬਰ, ਸਗੋਂ ਹੁਣ 2 ਨੇ। ਉਹ ਇੱਕ ਉਹਨਾਂ ਦੀ ਫੇਰ ਹਰ ਗਈ ਸੀ, ਤੇ ਜਦੋਂ ਹਰੇ ਸੀ ਉਦੋਂ ਗੱਠਜੋੜ ਹੀ ਸੀਗਾ ਮੇਰਾ ਖਿਆਲ ਹੈ। ਤੇ ਗੱਠਜੋੜ ਦੇ ਵਿੱਚ ਜੇ ਉਹ ਹਰ ਗਿਆ ਸੀ 2 ਤੋਂ ਜੇ ਵਧਾ ਕੇ ਉਹ 3 ਕਰ ਲੈਣ, ਮੈਂ ਕਹਿੰਦਾ ਉਹ ਤਾਂ ਫਾਇਦੇ 'ਚ ਰਹਿ ਗਏ ਪੂਰੇ। ਉਹ ਤਾਂ ਫਾਇਦੇ 'ਚ ਹੋ ਗਏ ਨਾ ਪੂਰੇ ਫਾਇਦੇ। ਇੱਕ ਗੱਲ ਇਹ ਵੀ ਹੈ ਕਿ ਅੱਜ
ਉਹ ਲਾਭ 'ਚ ਰਹਿੰਦੇ ਜਾਂ ਹਾਨੀ 'ਚ, ਇਹ ਅੱਜ ਪਤਾ ਲੱਗ ਸਕਦਾ, ਕਿਉਂਕਿ ਅੱਜ ਕੈਪਟਨ ਸਾਹਿਬ ਨੇ ਜਦੋਂ ਦਿੱਲੀ ਜਾਣਾ ਹੈ, ਉਮੀਦ ਹੈ ਕਿ ਜੇਪੀ ਨੱਡਾ ਸਾਹਿਬ ਦੇ ਨਾਲ ਮੁਲਾਕਾਤ ਹੋ ਕੇ ਸੀਟਾਂ ਦੀ ਵੰਡ ਕਲੀਅਰ ਹੋ ਜਾਏ। ਅੱਜ ਇਹ ਵੀ ਪਤਾ ਲੱਗ ਜੂਗਾ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਪਾਰਟੀ ਕਿੱਥੇ ਖਲੋਤੀ, ਕਿਉਂਕਿ ਤਕਰੀਬਨ ਕਲੀਅਰ ਹੋ ਗਿਆ ਕਿ ਉਹ ਨਾਲ ਦੇਰ ਸਵੇਰ ਚਲੇ ਜਾਣਗੇ। ਹੁਣ 117 ਸੀਟਾਂ ਦੀ ਵੰਡ ਕਿਵੇਂ ਹੋਊ, ਕਿਉਂਕਿ ਭਾਜਪਾ ਵਾਲਿਆਂ ਨੇ ਕਹਿਣਾ ਦੇਖੋ ਜੀ 40 ਬੰਦੇ ਮਹੀਨੇ ਦੇ ਅੰਦਰ ਅੰਦਰ ਸਾਡੀ ਪਾਰਟੀ ਸ਼ਾਮਲ ਹੋਇਆ। ਕੈਪਟਨ ਸਾਹਿਬ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ, ਪਿਛਲੇ ਅੰਕੜੇ ਨਾ ਦੇਖਿਓ, ਆ ਮਹੀਨੇ ਦੇ ਅੰਕੜੇ ਦੇਖੋ। ਕੈਪਟਨ ਸਾਹਿਬ ਨੇ ਕਹਿਣਾ ਗੱਲ ਤਾਂ ਤੁਹਾਡੀ ਠੀਕ ਹੈ, ਨਾਲੇ ਸਾਹਿਬ ਠੀਕ ਬੋਲ ਰਹੇ ਆਪ, ਤੁਸੀਂ ਆ ਵੀ ਦੇਖਿਓ ਸਾਡੇ ਕੋਲ ਬੀਬੀ ਭਾਗੀ ਕੀ ਆਏ, ਠੇਕੇਦਾਰ ਸਾਹਿਬ ਆਏ, ਇੱਕ ਮੇਅਰ ਆਏ ਨੇ ਸ਼ਹਿਰ ਦੇ, ਇਹ 5-5 ਬੰਦੇ ਤਾਂ ਇੱਕ ਦਿਨ ਚ ਆ ਰਹੇ ਨੇ। ਇੱਕ ਸਾਬਕਾ MP ਆਏ ਤੇ ਇਹਨਾਂ ਨੂੰ ਬਣਾਇਆ ਵੀ ਉਦੋਂ ਤੁਸੀਂ ਸੀ, ਗੱਠਜੋੜ ਸੀ ਤੁਹਾਡਾ, ਅਲੀਵਾਲ ਸਾਹਿਬ ਦੀ ਗੱਲ ਕਰਦੇ ਕਿ ਬਹੁਤ ਸਾਰੇ ਬੰਦੇ ਆਉਣੇ ਆ, ਤੁਸੀਂ ਕੋਡ ਆਫ ਕੰਡਕਟ ਲਾ ਜਾਂਦੇ ਹੋ, ਸੀਟਾਂ 60 ਰੱਖੋ ਇੱਥੇ। ਨਹੀਂ ਮੈਨੂੰ ਲੱਗਦਾ ਇਸੇ ਕਰਕੇ ਇੱਕ ਦਿਨ ਪਹਿਲਾਂ ਰੌਲਾ ਪੈ ਵੀ ਗਿਆ, ਸ਼ਾਇਦ ਅੱਜ ਕਰ ਹੀ ਦੇਣ ਗੁਰੂ ਹਰਸਾਏ ਵਾਲੇ ਸੋਢੀ ਸਾਹਿਬ, ਉਹ ਵੀ ਤੇ ਕਹਿੰਦੇ ਆ ਨਾ ਵੀ ਮਤਲਬ ਉਧਰ ਮੀਟਿੰਗ 'ਚ ਨਹੀਂ ਗਏ ਤੇ ਸ਼ਾਇਦ ਕੈਪਟਨ ਸਾਹਿਬ ਨੂੰ ਅੱਜ ਨਹੀਂ ਤੇ ਕੱਲ ਨੂੰ ਮਿਲ ਲੈਣ। ਨਹੀਂ ਦੇਖੋ, ਮੁਲਾਕਾਤ ਉਹਨਾਂ ਨੇ ਕਿਹੜਾ ਨਵੇਂ ਮਿਲਣਾ, ਮੈਂ ਤਦੇ ਆਖਿਆ ਨਾ, ਪਰ ਉਹ ਦਿਨ ਹੁੰਦਾ ਨਾ ਕਿਸੇ ਵੇਲੇ ਹੁੰਦਾ ਵੀ ਮਹਾਰਾਜ ਕੋਈ ਬੰਦਾ ਲੈ ਕਮਾਲ ਕਰਦੇ ਹੋ ਮਹਾਰਾਜ, ਸਾਬਕਾ ਕੈਬਨਿਟ ਮੰਤਰੀ ਸਾਹਿਬ ਦਾ ਮੈਨੂੰ ਫੋਨ ਆਇਆ, ਮੈਂ ਉਹਨਾਂ ਕਿਹਾ ਰੁਕੋ ਮੈਂ ਮਾੜਾ ਜਿਹਾ ਦਿੱਲੀੋਂ ਹੋ ਆਵਾਂ, ਆਣ ਕੇ ਮਿਲਦੇ ਹਾਂ ਜੀ। ਨਹੀਂ ਇਹ ਠੀਕ ਹੈ। ਇੱਥੇ ਇੱਕ ਚਰਚਾ ਮੈਂ ਹੋਰ ਦੱਸ ਦਿੰਦਾ, ਦੁਆਬੇ ਦੀਆਂ ਜਿਹੜੀਆਂ 23 ਵਿਧਾਨ ਸਭਾ ਸੀਟਾਂ ਨੇ, ਉਹ 23 ਵਿਧਾਨ ਸਭਾ ਸੀਟਾਂ ਨੂੰ ਧਿਆਨ ਦੇ ਵਿੱਚ ਰੱਖ ਕੇ, ਜਿੱਥੋਂ ਆਮ ਆਦਮੀ ਪਾਰਟੀ ਦਾ ਇੱਕ ਅੱਧਾ ਬੰਦਾ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਾਗਜ਼ਾਂ ਜਿਤਾਇਆ ਹੀ, ਬਹੁਤ ਧਿਆਨ ਦੇ ਕੇ ਕਿ ਭਾਈ ਦੁਆਬੇ ਚੋਂ ਕਿਤੇ ਮਾਰ ਨਾ ਖਾਈਏ, ਬਸਪਾ ਦੇ ਨਾਲ ਗੱਠਜੋੜ ਕੀਤਾ ਤੇ ਬਹੁਤੀਆਂ ਸੀਟਾਂ ਵੀ ਦੁਆਬੇ ਚੋਂ ਦਿੱਤੀਆਂ ਉਹਨਾਂ ਨੂੰ। ਉਹ ਦੁਆਬੇ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜ਼ੋਰ ਵੀ ਲਾਇਆ, ਭੁਲੱਥ ਗਏ, ਕਰਤਾਰਪੁਰ ਗਏ, ਜਲੰਧਰ ਕਿੰਨੀ ਵਾਰੀ ਗਏ, ਬਹੁਜਨ ਸਮਾਜ ਪਾਰਟੀ ਦੇ ਨਾਲ ਵੱਡੀਆਂ ਰੈਲੀਆਂ ਉੱਥੇ ਕੀਤੀਆਂ, ਹੁਸ਼ਿਆਰਪੁਰ ਦੇ ਬਹੁਤੇ ਹਲਕੇ ਉਹਨਾਂ ਨੇ ਗਾਹ ਤੇ ਕਿ ਭਾਈ ਆਪਾਂ ਇੱਥੋਂ ਐਤਕੀ ਟੱਕਰ ਦੇਣੀ ਆ, ਫੇਰ ਨਹੀਂ ਆਪਾਂ ਰਹਿੰਦੇ। ਅੱਜ ਹੋ ਸਕਦਾ ਕਿ ਦੁਆਬੇ ਦੇ ਵਿੱਚ ਇੱਕ ਧਮਾਕਾ ਜਿਹਾ ਹੋਵੇ। ਦੁਆਬੇ ਦੇ ਵਿੱਚੋਂ ਬਸਪਾ ਦੇ ਅੱਧੀ ਦਰਜਨ ਦੇ ਕਰੀਬ ਲੀਡਰ ਜਿਹੜੇ ਪਿਛਲੇ ਦਿਨਾਂ ਤੋਂ ਗੁੱਸੇ ਨੇ, ਉਹ ਬਹੁਜਨ ਸਮਾਜ ਪਾਰਟੀ ਦੇ ਲੀਡਰ ਅੱਜ ਕਾਂਗਰਸ ਪਾਰਟੀ ਦਾ ਪੱਲਾ ਫੜ ਸਕਦੇ ਆ। ਉਮੀਦ ਹੈ ਕਿ ਉਸ ਪੱਲਾ ਫੜਾਈ ਸਮਾਗਮ ਦੇ ਵਿੱਚ ਕਿ ਸਿਆਸੀ ਤੌਰ ਦੇ ਉੱਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ, ਹਰੀਸ਼ ਚੌਧਰੀ ਸਾਹਿਬ ਜਿਹੜੇ ਇੰਚਾਰਜ ਨੇ, ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਪ੍ਰਧਾਨ, ਉਹ ਸਾਰੇ ਹੀ ਸ਼ਾਮਲ ਹੋਣਗੇ ਤੇ ਇਹਨੂੰ ਇਸ ਪ੍ਰਕਿਰਿਆ ਦੇ ਨਾਲ ਦੇਖਿਆ ਜਾਊਗਾ ਕਿ ਭਾਈ ਜਿਹੜਾ ਘਾਟਾ ਕਾਂਗਰਸ ਨੂੰ ਬਸਪਾ ਅਕਾਲੀ ਗੱਠਜੋੜ ਹੋਣ ਦੇ ਨਾਲ ਪੈ ਗਿਆ ਸੀ, ਅਸੀਂ ਕੁਝ ਹੱਦ ਤੱਕ ਪੂਰਾ ਕੀਤਾ। ਤੇ ਉਹਦੇ ਵਿੱਚੋਂ ਕਈ ਬੰਦੇ ਉਹ ਨੇ ਜਿਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਚੋਖੀਆਂ ਵੋਟਾਂ ਬਸਪਾ ਕੱਲੀ ਦੀ ਟਿਕਟ ਦੇ ਉੱਤੇ ਲੈ ਲਈਆਂ ਸੀ, ਤੇ ਹੋ ਸਕਦਾ 3-4 ਹਲਕਿਆਂ ਦੇ ਸਮੀਕਰਨ ਭੂਰਕ ਤਬਦੀਲ ਹੋ ਜਾਣ। ਤੇ ਜਦੋਂ ਇਹ ਚੇਂਜ ਹੋਈ ਤੇ ਹੋ ਸਕਦਾ ਵੀ ਕੇਜਰੀਵਾਲ ਸਾਹਿਬ ਕੋਲ ਉਦੋਂ ਤੱਕ ਦਿੱਲੀ ਚਲ ਗਏ ਹੋਣੇ ਆ, ਉਹ ਫੋਨ ਕਰਕੇ ਇਹਨਾਂ ਨੂੰ ਪੁੱਛਣ, ਯਾਰ ਕੀ ਗੱਲ ਤੁਸੀਂ ਕਿੱਥੇ ਫਿਰਦੇ ਹੋ? ਅਗਲੇ ਜੇ 10 ਬੰਦੇ ਖੜਦੇ ਨੇ, ਤੁਸੀਂ 2-4-5 ਤਾਂ ਲਿਆਓ ਵਿੱਚੋਂ, ਕੁਛ ਨਾ ਕੁਛ ਤਾਂ ਮਿਲੇ, ਕੁਛ ਤਾਂ ਚਾਹੀਦਾ ਨਾ। ਹੁਣ ਜੇ ਸਾਰੇ ਉਹੀ ਲੈ ਕੇ ਫਿਰ ਆਪਾਂ ਕੀ ਕਰਾਂਗੇ? ਪਰ ਇਹ ਸਾਰੇ ਕੁਛ ਇੱਕ ਗੱਲ ਤੇ ਹੈਗੀ ਹੈ ਬੜੀ ਕਲੀਅਰ ਵੀ ਕਾਂਗਰਸ ਪਾਰਟੀ ਦਾ ਜਿਹੜਾ ਇਸ ਵਕਤ ਦਾ ਮਾਹੌਲ ਚੱਲਦਾ ਪਿਆ, ਉਹ ਸਮਝੋ ਬਾਹਰ ਆ। ਮੈਨੂੰ ਇਹ ਵੀ ਲੱਗਦਾ ਵੀ ਹੋ ਸਕਦਾ ਜਿਹੜੇ ਵੱਡੇ ਵੱਡੇ ਪੰਡਤ ਹੁੰਦੇ ਨੇ, ਕਿਸੇ ਵੇਲੇ ਕਹਿੰਦਾ ਮੈਂ ਜੰਤਰੀ ਵੇਖੀ ਹੈ, ਮੈਨੂੰ ਰਾਹੂ ਕੇਤੂ ਦੀ ਚਾਲ ਇੱਦਾਂ ਜਾਪਦੀ ਹੈ, ਮੰਗਲ ਥੋੜ੍ਹਾ ਜਿਹਾ ਨਾਰਾਜ਼ ਸੀਗਾ ਪਰ ਬੁੱਧ ਨੇ ਮਨਾ ਕੇ ਉਹਨੂੰ ਨਾਲ ਲੈ ਆਉਣਾ, ਉਦੋਂ ਬਾਅਦ ਸ਼ਾਇਦ ਹੋ ਸਕਦਾ ਵੀ ਐਂ ਬਹੁਤ ਅਗਲੀ ਮੱਸਿਆ ਤੱਕ ਮਾਹੌਲ ਠੀਕ ਹੋ ਜੇ। ਉਹਨਾਂ ਵਿਚਾਰਿਆਂ ਦਾ ਸਿਰ ਦੁਖਣ ਲੱਗ ਪਿਆ, ਕਿਉਂਕਿ ਇੱਕ ਦਿਨ ਪਹਿਲਾਂ ਤਾਂ ਕੁਛ ਹੁੰਦਾ, ਅਗਲੇ ਦਿਨ ਕੁਛ ਹੁੰਦਾ। ਹੁਣ ਜਿੱਦਾਂ ਕੱਲ੍ਹ ਤੱਕ ਆਪਾਂ ਗੱਲ ਕਰਦੇ ਸੀ ਵੀ ਜਦੋਂ ਵੀ ਕਿਤੇ ਬੋਲਦੇ ਨੇ ਸਿੱਧੂ ਸਾਹਿਬ ਕਹਿੰਦੇ ਅੱਛਾ ਪ੍ਰਚਾਰ ਤੇ ਸ਼ੁਰੂ ਕਰ ਲਿਆ, ਫਿਰ ਇਕੱਲੇ ਹੀ ਮਤਲਬ ਜਿੱਥੇ ਵੇਖ ਲਓ ਉੱਥੇ ਇਕੱਲੇ ਹੀ ਮਤਲਬ ਹੈ ਇੱਦਾਂ ਕਿੱਦਾਂ ਮਤਲਬ। ਹੁਣ ਜਦੋਂ ਹੁਣ ਬੋਲੇ ਨੇ ਤੇ ਉੱਥੇ ਕਹਿੰਦੇ ਵੀ ਮੈਂ ਤੇ ਚੰਨੀ ਦੋਵੇਂ 2 ਬਲਦਾਂ ਦੀ ਜੋੜੀ, ਤੇ ਦੇਖਿਓ ਫਿਰ ਤੁਸੀਂ ਇੱਕ ਰਾਹੀਂ ਵੱਟ ਕਿੱਦਾਂ ਕੱਢਦੇ ਆ। ਨਹੀਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ, 2 ਜਗ੍ਹਾ ਦੇ ਉੱਤੇ ਗਏ, ਇੱਕ ਤਾਂ ਰਾਏਕੋਟ ਗਏ, ਦੂਸਰਾ ਮੋਗੇ ਗਏ। ਹੁਣ ਰਾਏਕੋਟ ਦੇ ਵਿੱਚ ਜਾ ਕੇ ਉੱਥੇ ਕਾਰਜਕਾਰੀ ਪ੍ਰਧਾਨ ਕਾਂਗਰਸ ਪਾਰਟੀ ਪੰਜਾਬ ਸੂਬੇ ਦੇ ਕੁਲਜੀਤ ਸਿੰਘ ਨਾਗਰਾ MLA ਸਾਹਿਬ ਵੀ ਬੈਠੇ, ਉੱਥੇ ਗੁਰਕੀਰਤ ਸਿੰਘ ਕੋਟਲੀ ਮੰਤਰੀ ਸਾਹਿਬ ਵੀ ਬੈਠੇ, ਤੇ ਡਾਕਟਰ ਅਮਰ ਸਿੰਘ MP ਨੇ। ਰਾਏਕੋਟ ਤੋਂ ਉਹ ਆਪਣੇ ਬੇਟੇ ਨੂੰ ਐਤਕੀ ਟਿਕਟ ਦਿਵਾਉਣਾ ਚਾਹੁੰਦੇ ਆ, ਤੇ ਤੁਹਾਨੂੰ ਯਾਦ ਹੋਣਾ ਹੈ ਜਗਤਾਰ ਸਿੰਘ ਜੱਗਾ ਉੱਥੋਂ ਆਮ ਆਦਮੀ ਪਾਰਟੀ ਦੇ ਕਾਗਜ਼ੀ ਪੱਤਰੀ MLA ਨੇ, ਪਰ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਆ। ਚੰਨੀ ਸਾਹਿਬ ਨੇ ਵਿਸ਼ੇਸ਼ ਤੌਰ ਤੇ ਥਾਪੜਾ ਦਿੱਤਾ ਸੀ, ਬਹੁਤੇ ਲੋਕਾਂ ਨੂੰ ਲੱਗਦਾ ਸੀ ਕਿ ਡਾਕਟਰ ਅਮਰ ਸਿੰਘ MP ਨੇ, ਤੇ ਹੋ ਸਕਦਾ ਫਿਰ ਰਾਏਕੋਟ ਤੋਂ ਜੱਗਾ ਸਾਹਿਬ ਨੂੰ ਟਿਕਟ ਚੰਨੀ ਸਾਹਿਬ ਦਵਾ ਦੇਣ, ਪਰ ਉਹਨਾਂ ਦੇ ਆਪਣੇ ਹਲਕੇ 'ਚ ਰੈਲੀ ਹੋਈ, ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਆਏ, ਜੱਗਾ ਸਾਹਿਬ ਗੈਰ ਹਾਜ਼ਰ, ਉਹ ਨਹੀਂ ਆਏ, ਤੇ ਉੱਥੇ 2 ਵਾਰੀ ਡਾਕਟਰ ਅਮਰ ਸਿੰਘ ਦੇ ਬੇਟੇ ਦਾ ਹੱਥ ਫੜ ਕੇ ਨਵਜੋਤ ਸਿੰਘ ਸਿੱਧੂ ਨੇ ਕਹਿਤਾ ਕਿ ਭਾਈ ਮੁੰਡੇ 'ਚ ਕਰੰਟ ਬੜਾ ਹੀ, ਜਿਤਾ ਦਿਓ, ਕੰਮ-ਕੁਮ ਕਰਾਉਣੇ ਆਉਂਦੇ ਆ, ਮਾਰੋ ਫੇ ਤਾੜੀ ਇੱਕ ਵਾਰੀ। ਉਹ ਤਾੜੀ ਦੇ ਵੱਜੀ, ਪਰ ਹੋ ਸਕਦਾ ਵੀ ਉਸ ਦਿਨ ਮਤਲਬ ਜੱਗਾ ਸਾਹਿਬ ਘਰੇ ਹੀ ਬੈਠੇ ਕਿਤੇ ਹੁੰਦਾ, ਮਤਲਬ ਧੁੱਪੇ 'ਚ ਥੋੜੀ ਮੂੰਗਫਲੀ ਗੱਚਕ ਲੈ ਆਓ, ਕਹਿੰਦੇ ਉਹਦਾ ਚੱਬਦਿਆਂ ਮਨ 'ਚ ਸੋਚਦੇ ਨੇ।
ਯਾਰ ਉਦੋਂ ਮੈਂ ਗਿਆ ਹੀ ਸੀਗਾ ਵਿਧਾਨ ਸਭਾ 'ਚ ਜੱਫੀ ਪਾਉਣ ਤੇ ਇੱਕ ਹੋਰ ਪਾ ਲੈਂਦਾ। ਇਹ ਨਹੀਂ ਸੋਚਦੇ। ਹਾਂ। ਉਹ ਕਹਿੰਦੇ ਉਹਨੇ ਜਿਹੜੇ ਬਾਅਦ ਚ ਬੰਦੇ ਬਹੁਤ ਸਾਰੇ ਆਏ ਸੀ ਐਵੇਂ ਹੀ ਮੋੜੇ ਪਾਰਟੀ ਉਹ ਵੀ ਆਏ ਸੀ। ਤੇ ਤੁਸੀਂ ਹੋਰ ਦੇਖੋ ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਚਲੇ ਗਏ ਸਿੱਧੇ ਮੋਗੇ। ਡਾਕਟਰ ਹਰਜੋਤ ਕਮਲ ਹੋਰਾਂ ਨੇ ਇੱਕ ਮਜ਼ਦੂਰ ਭਾਈਚਾਰੇ ਦੀ ਪੱਲੇਦਾਰਾਂ ਦੀ ਬਹੁਤ ਵੱਡੀ ਰੈਲੀ ਇੱਕ ਕਰਾਈ ਸੀ ਤੇ ਉੱਥੇ ਇੱਕ ਗੱਲ ਚੰਗੀ ਵੀ ਲੱਗੀ। ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਕਿ ਸਾਨੂੰ ਠੇਕੇਦਾਰ ਪੈਸੇ ਦਿੰਦੇ ਆ ਅੱਧੋ ਦੂੜ ਕਰਕੇ ਦਿੰਦੇ ਆ, ਸਾਡੇ ਖਾਤਿਆਂ 'ਚ ਪੈਸੇ ਆਵੇ। ਗੱਲ ਤਾਂ ਬਣਦੀ ਹੈ। ਉਹ ਵੈਸੇ ਉਮੀਦ ਕਰਦੇ ਹੋਣਗੇ ਕਿ ਸਿੱਧੂ ਸਾਹਿਬ ਕਰਕੇ ਜਾਣਗੇ ਕਿ ਭਾਈ ਅਗਲੇ ਮਹੀਨੇ ਤੋਂ ਤੁਹਾਡੇ ਖਾਤਿਆਂ 'ਚ ਪੈਸੇ ਆਉਣਗੇ। ਇਹ ਕਹਿੰਦੇ ਭਾਈ ਮੇਰੇ ਕੋਲ ਪ੍ਰਸ਼ਾਸਨਿਕ ਤਾਕਤ ਹੈ ਨਹੀਂ, ਪਰ ਮੈਂ ਇੱਕ ਗੱਲ ਦਾ ਤੁਹਾਡੇ ਨਾਲ ਵਾਅਦਾ ਕਰਦਾ ਕਿ ਇਹ ਪੈਸੇ ਤੁਹਾਨੂੰ ਮਿਲਣਗੇ ਖਾਤਿਆਂ 'ਚ। ਸੋਮਵਾਰ ਨੂੰ ਚੰਡੀਗੜ੍ਹ ਆ ਜਾਓ, ਮੈਂ ਤੁਹਾਨੂੰ ਕੈਬਨਿਟ ਦੇ ਵਿੱਚੋਂ ਮਨਜ਼ੂਰੀ ਦਵਾਉਂਗਾ। ਤੁਹਾਡੇ ਨਾਲ ਖੜਾ, ਤੁਹਾਡੇ ਪੈਸੇ ਪੂਰੇ ਮਿਲਣੇ ਚਾਹੀਦੇ, ਮਿਹਨਤਾਨਾ ਤੁਹਾਡਾ ਮਜ਼ਦੂਰਾਂ ਦਾ ਪੂਰਾ ਚਾਹੀਦਾ, ਖਾਤਿਆਂ 'ਚ ਚਾਹੀਦੇ ਆ, ਤੁਹਾਡੇ ਪੈਸਿਆਂ ਨੂੰ ਕੋਈ ਵੱਟਾ ਨਾ ਲਾ ਸਕੇ। ਹਾਲਾਂਕਿ ਕਈ ਬੰਦੇ ਉੱਥੇ ਕਹਿੰਦੇ ਯਾਰ ਜਿਹੜੀ ਗੱਲ ਨੂੰ ਆਏ ਸੀ ਹੋਈ ਤਾਂ ਨਹੀਂ, ਪਰ ਚੰਗਾ ਹੋਇਆ ਪਾਰਟੀ ਦਾ ਪ੍ਰਧਾਨ ਜੇ ਆਪਣੇ ਤੌਰ ਤੇ ਐਲਾਨ ਕਰ ਜਾਵੇ ਤਾਂ ਕੱਲ ਨੂੰ ਰੌਲਾ ਬਹੁਤ ਪੈਣਾ ਸੀ। ਹੁਣ ਸੋਮਵਾਰ ਨੂੰ ਕਿੰਨੇ ਕੁ ਮਜ਼ਦੂਰ ਤੇ ਪੱਲੇਦਾਰ ਉੱਥੇ ਜਾਂਦੇ ਆ, ਕੈਬਨਿਟ ਦੇ ਵਿੱਚੋਂ ਕਿੰਨੀਆਂ ਕੁ ਮੰਗਾਂ ਜਿਹੜੀਆਂ ਮਨਜ਼ੂਰ ਕੀਤੀਆਂ ਜਾਂਦੀਆਂ ਉਹ ਤਾਂ ਸੋਮਵਾਰ ਪਤਾ ਲੱਗੂ। ਨਹੀਂ ਸੋਮਵਾਰ ਪਤਾ ਲੱਗਣਾ, ਪਰ ਨਾਲ ਦੀ ਨਾਲ ਜਿਹੜੀ ਇਹ ਚਰਚਾ ਚੱਲ ਪਈ ਵਿੱਚੋਂ ਚੱਲੀ ਸੀ ਨਾ ਵੀ ਹਾਂ ਯਾਰ ਸਿੱਧੂ ਸਾਹਿਬ ਜਿੱਥੇ ਜਾਂਦੇ ਨੇ, ਜਿੱਦਾਂ ਹੁਣ ਤੁਸੀਂ ਦੱਸਿਆ ਵੀ ਉੱਥੇ ਵੀ ਡਾਕਟਰ ਅਮਰ ਸਿੰਘ ਹੋਰਾਂ ਦੇ ਕਾਕੇ ਦਾ ਹੱਥ ਉਹਨਾਂ ਨੇ ਉੱਪਰ ਨੂੰ ਖੜਾ ਕਰਕੇ ਕਿਹਾ ਵੀ ਹਾਂ ਠੀਕ ਆ ਵੀ ਕੋਈ ਗੱਲ ਨਹੀਂ ਤਕੜੇ ਹੋ। ਵੀ ਇਹ ਜਿਹੜੀ ਚੀਜ਼ ਜਿਸ ਹਿਸਾਬ ਨਾਲ ਚੱਲਦੀ ਪਈ ਇਹ ਠੀਕ ਨਹੀਂ। ਪਰ ਹੁਣ ਇਹ ਵੀ ਚਰਚਾ ਚੱਲਣ ਲੱਗ ਪਈ ਵੀ ਨਹੀਂ 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 ਇੱਦਾਂ ਦੀ ਗੱਲ ਕੋਈ ਨਹੀਂ ਹੈਗੀ। ਉਹਨਾਂ ਨੇ ਆਪਣੇ ਵੱਲੋਂ ਨਾਮ ਮੰਗ ਲਿਆ ਵੀ ਜਿਹੜਾ ਬੰਦਾ ਵੀ ਚਾਹਵਾਨ ਹੈ ਵੀਰ ਜੀ ਤੁਸੀਂ ਆਪਣੇ ਨਾਮ ਦਿਓ ਤੇ ਉਹ ਲਿਸਟ ਫਾਈਨਲ ਆਪਾਂ ਕਰਾਉਣੀ ਹੈ ਮੈਡਮ ਸੋਨੀਆ ਗਾਂਧੀ ਹੋਰਾਂ ਕੋਲੋਂ। ਵੀ ਇਹ ਕੋਈ ਇਹ ਨਾ ਸਮਝੇ ਵੀ ਜੇ ਸਿੱਧੂ ਸਾਹਿਬ ਨੇ ਕਿਸੇ ਦਾ ਹੱਥ ਖੜਾ ਕਰਤਾ ਤੇ ਉਹ ਹੁਣ ਫਿਰ ਚੱਕ ਲਓ ਵਾਲੀ ਗੱਲਬਾਤ ਆ। ਨਹੀਂ ਸੰਧਾਲੀਆ ਸਾਹਿਬ ਦੇਖੋ, ਮੈਂ ਤਾਂ ਤੁਹਾਨੂੰ ਵੀ ਕਹਿਣਾ ਜਿੰਨੇ ਵੀ ਕਾਂਗਰਸ ਪਾਰਟੀ ਦੇ ਵਰਕਰ ਨੇ ਕਿ ਜੇ ਤੁਸੀਂ ਪੰਜਾਬ ਦੀਆਂ 117 ਸੀਟਾਂ ਚੋਂ ਕਿਸੇ ਵੀ ਸੀਟ ਤੋਂ ਚੋਣ ਲੜਨ ਦੇ ਚਾਹਵਾਨ ਹੋ, ਚਾਹੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲੇ ਸ਼ਹਿਰੀ ਤੋਂ ਚੋਣ ਲੜਨੀ ਸੀਟ ਤੋਂ, ਤੁਸੀਂ 10,000 ਰੁਪਈਆ ਗਿਣਨਾ ਜਾਂ ਉਹਦਾ ਚੈੱਕ ਜਾਂ ਡਰਾਫਟ ਲਿਖਣਾ, ਨਾਲ ਅਰਜ਼ੀ ਲਿਖਣੀ ਹੈ ਕਿ ਮੈਂ ਕਾਂਗਰਸ ਪਾਰਟੀ ਦਾ ਵਰਕਰ ਹਾਂ। ਤੁਸੀਂ ਇਹ ਵੀ ਲਿਖ ਸਕਦੇ ਹੋ 25 ਸਾਲ ਪੁਰਾਣਾ, ਜਾਂ ਇਹ ਵੀ ਲਿਖ ਸਕਦੇ ਹੋ ਕੋਈ 25 ਦਿਨ ਪੁਰਾਣਾ, ਜਾਂ ਇਹ ਵੀ ਲਿਖ ਸਕਦੇ ਹੋ 25 ਘੰਟੇ ਪੁਰਾਣਾ ਵਰਕਰ ਹਾਂ। ਕਿਉਂਕਿ ਕਈ ਪਾਰਟੀਆਂ ਨੇ, ਅਕਾਲੀ ਦਲ ਨੇ ਵੀ ਟਿਕਟਾਂ ਦਿੱਤੀਆਂ ਜਿਨ੍ਹਾਂ ਨੂੰ 25 ਘੰਟੇ ਪਾਰਟੀ ਚੈਨ ਹੋਏ ਸੀ। ਆਮ ਆਦਮੀ ਪਾਰਟੀ ਨੇ ਵੀ ਦਲ ਬਦਲੂਆਂ ਨੂੰ ਟਿਕਟਾਂ ਦਿੱਤੀਆਂ, ਭਾਜਪਾ ਨੇ ਸੁੱਖ ਨਾਲ ਬਥੇਰਿਆਂ ਨੂੰ ਦੇਣੀਆਂ। 25 ਘੰਟੇ ਵੀ ਨਹੀਂ ਕਿਸੇ ਨੇ ਹੋਏ ਯਾਰ, ਬੜੇ ਬੰਦੇ ਪਿਛਲੇ ਦਿਨ, ਨਹੀਂ ਤੇ ਮੈਂ ਫੋਟੋਆਂ ਵਿਖਾ ਦੇਣਾ ਵੀ ਅਜੇ ਸਰੋਪਾ ਪੈਂਦਾ ਮਗਰੋਂ ਨਾਲ ਹੀ ਮਾਈਕ ਤੇ ਐਲਾਨ। ਮੈਂ ਅਸਲ 'ਚ ਰੈਲੀ ਤੋਂ ਪਹਿਲੀ ਮੀਟਿੰਗ ਨਾਲ ਕੰਪੇਅਰ ਕਰਨ ਲੱਗ ਪਿਆ ਸੀ। ਮੈਂ ਤਾਂ 25 ਮਿੰਟਾਂ ਦਾ ਵੀ ਆਉਣਾ ਹੈ ਵੀ ਜਿਹਨੂੰ 25 ਮਿੰਟ ਹੋਏ ਜੇ। ਹੁਣ ਤੁਸੀਂ ਦੇਖੋ ਕਾਂਗਰਸ ਪਾਰਟੀ ਨੇ ਗੋਆ ਦੇ ਵਿੱਚ 8 ਕੈਂਡੀਡੇਟ ਅਨਾਉਂਸ ਕਰਤੇ ਤੇ ਵੋਟਾਂ ਪੰਜਾਬ ਦੇ ਨਾਲ ਹੀ ਪੈਣੀਆਂ। ਪੰਜਾਬ 'ਚ ਲੇਟ ਨੇ। ਇੱਥੇ ਉਹਨਾਂ ਨੇ ਕਿਹਾ ਜੀ 20 ਦਸੰਬਰ ਤੱਕ ਅਰਜ਼ੀ ਦੇ ਦਿਓ, ਨਾਲ ਕਟੀਆਂ ਕੁੱਟੀਆਂ ਲਾਉਣੀਆਂ, ਸਾਡੇ ਪ੍ਰੋਗਰਾਮ ਵੀ ਲਾ ਦਿਓ ਜੇ ਕਿਸੇ ਦੀ ਅਸੀਂ ਉਸਤਤ ਵਹਿ ਕਰਕੁਰ ਨਹੀਂ ਹੁੰਦੀ ਆਪਣੇ ਤੋਂ ਨਾ, ਪਤਾ ਨਹੀਂ ਮਹਾਰਾਜ ਨੇ ਜੀਭ ਕਿਹੜੀ ਦਿੱਤੀ ਤੇ ਉਹਦੇ ਵਿੱਚ ਸਾਰੇ ਆਪਣੇ ਡਾਕੂਮੈਂਟ ਲਾ ਕੇ ਜੇ ਅਸੀਂ ਇੰਨੀਆਂ ਰੈਲੀਆਂ ਕੀਤੀਆਂ, ਇੰਨੀਆਂ ਵੋਟਾਂ ਪਵਾਈਆਂ, ਇੱਥੇ ਸਾਡੀ ਡਿਊਟੀ ਲੱਗੀ ਸੀ, ਉੱਥੇ ਜਾ ਕੇ ਦਿਓ। ਉਹ ਫਿਰ ਸਕਰੀਨਿੰਗ ਕਰਨਗੇ, ਤੁਹਾਡੀ ਸ਼ਾਰਟ ਲਿਸਟ ਕਰਕੇ ਬੀਬੀ ਸੋਨੀਆ ਗਾਂਧੀ ਕੋਲ ਜਾਣਗੇ, ਉੱਥੋਂ ਫਿਰ ਕੈਂਡੀਡੇਟ ਬਣ ਕੇ ਆਉਣਗੇ। ਪਰ ਪਤਾ ਲੱਗਾ ਕਿ ਉਹ ਮੀਟਿੰਗ ਜਿਹਦੇ ਵਿੱਚ ਸਾਰੇ ਜਣੇ ਬੈਠੇ ਸੀ, ਜਿੰਨੇ ਸਾਬਕਾ ਸੂਬਾ ਪ੍ਰਧਾਨ ਨੇ ਕਾਂਗਰਸ ਦੇ, ਸ਼ਮਸ਼ੇਰ ਸਿੰਘ ਦੂਲੋ ਵੀ ਇੱਕ ਮੀਟਿੰਗ ਦੇ ਵਿੱਚ ਬੈਠੇ, ਬੀਬੀ ਭੱਠਲ ਬੈਠੇ, ਜਾਖੜ ਸਾਹਿਬ ਬੈਠੇ, ਚੰਨੀ ਸਾਹਿਬ ਬੈਠੇ, ਨਵਜੋਤ ਸਿੰਘ ਸਿੱਧੂ ਬੈਠੇ, ਪ੍ਰਤਾਪ ਸਿੰਘ ਬਾਜਵਾ ਬੈਠੇ, ਹਰਵਿੰਦਰ ਸਿੰਘ ਹੰਸਪਾਲ ਬੈਠੇ, ਜਾਨੀ ਜਿੰਨੇ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨੇ ਬੜੇ ਚਿਰਾਂ ਬਾਅਦ ਪਹਿਲੀ ਵਾਰੀ ਇੱਕ ਥਾਂ ਦੇ ਉੱਤੇ ਦੇਖੇ। ਫੋਟੋਗ੍ਰਾਫਰ ਵੀ ਹੈਰਾਨ ਹੋਣ, ਫਲੈਸ਼ ਹੀ ਨਾ ਵੱਜੇ ਕਹਿੰਦੇ ਕੈਮਰਿਆਂ ਦੀ, ਇੰਨਾ ਨੂਰ ਇੰਨਾ ਚਿਹਰਿਆਂ ਦੇ ਉੱਤੇ। ਤੇ ਉੱਥੇ ਕਹਿੰਦੇ ਕੁਲਜੀਤ ਸਿੰਘ ਨਾਗਰਾ ਸਾਹਿਬ ਨੇ ਫਿਰ ਇੱਕ ਗੱਲ ਰੱਖਤੀ ਜਿਹਦੇ ਕਰਕੇ ਕਹਿਣ ਲੱਗ ਜਾਣਾ ਯਾਰ ਨਾਗਰਾ ਸਾਹਿਬ ਤੁਸੀਂ ਮੁੱਛਾਂ ਨੂੰ ਵੱਟ ਦਿੰਦੇ ਹੁੰਦੇ, ਸਾਨੂੰ ਪੰਗੇ 'ਚ ਪਾ ਦਿੰਦੇ ਆ। ਉਹ ਕਹਿੰਦੇ ਗੱਲ ਤਾਂ ਬਣਦੀ ਜੇ ਜਰਨੈਲਾਂ ਨਾਲ ਜਰਨੈਲ ਪੜਾਈਏ, ਵੀ ਜਾਨੀ ਵਿਰੋਧੀ ਪਾਰਟੀਆਂ ਦੇ ਵੱਡੇ ਲੀਡਰਾਂ ਦੇ ਮੁਕਾਬਲੇ ਆਪਣੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਖੜੇ ਕਰੀਏ। ਜਿੱਦਾਂ ਕੈਪਟਨ ਸਾਹਿਬ ਨੂੰ ਜੇਤਲੀ ਸਾਹਿਬ ਦੇ ਖਿਲਾਫ ਖੜਾ ਕੀਤਾ ਸੀ, ਜਿੱਦਾਂ ਰਵਨੀਤ ਸਿੰਘ ਬਿੱਟੂ ਸਾਹਿਬ ਨੂੰ ਸੁਖਬੀਰ ਸਿੰਘ ਬਾਦਲ ਤੇ ਭਗਵੰਤ ਮਾਨ ਸਾਹਿਬ ਦੇ ਖਿਲਾਫ ਖੜਾ ਕੀਤਾ ਸੀ, ਜਿੱਦਾਂ ਕੈਪਟਨ ਸਾਹਿਬ ਨੂੰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਖਿਲਾਫ ਖੜਾ ਕੀਤਾ ਜੀ, ਐਂ ਗੱਲ ਬੰਦੀ ਜੇ। ਤੇ ਹੁਣ ਉਹਦੇ ਨਾਲ ਕਈਆਂ ਨੂੰ ਲੱਗਦਾ ਹੋਈ ਯਾਰ ਬੜੀ ਵਧੀਆ ਸੇਫ ਸੀਟ ਸੀ, ਕਾਕੇ ਨੂੰ ਖਲੋਣਾ ਕਰਨਾ ਸੀ ਐਤਕੀ, ਜੇ ਜਰਨੈਲਾਂ ਵਾਲੇ ਮਸਲੇ ਦੇ ਵਿੱਚ ਮੈਨੂੰ ਟਿਕਟ ਦੇਤੀ, ਕਾਕਾ ਜੀ ਦੀ ਟਿਕਟ ਫਿਰ ਰਹਿ ਗਈ। ਨਾਗਰਾ ਸਾਹਿਬ ਆਪਾਂ ਫਿਰ ਗੁੱਸੇ ਆ। ਨਹੀਂ ਉਹਦਾ ਇੱਕ ਹੱਲ ਹੋ ਸਕਦਾ, ਉਹਦਾ ਹੱਲ ਇਹ ਹੋ ਸਕਦਾ ਵੀ ਉਹ ਕਹਿੰਦੇ ਵੀ ਦੇਖੋ ਕਾਰਨ ਇਹ ਆ ਵੀ ਜਿਹੜੀ ਸਾਡੇ ਵਾਲੀ ਸੀਟ ਹੈ ਫਿਕਸ, ਜਿੱਥੋਂ ਪਤਾ ਵੀ ਆਪਾਂ ਖੜਨਾ, ਇੱਥੋਂ ਕਿਸੇ ਪਰਿਵਾਰ ਦੇ ਮੈਂਬਰ ਨੂੰ ਦੇ ਦਿਓ ਟਿਕਟ। ਹਾਂ ਜੇ ਤੁਸੀਂ ਮੈਨੂੰ ਫਸਾਉਣਾ ਤੇ ਮੈਨੂੰ ਫਸਾ ਦਿਓ, ਕਿਉਂਕਿ ਇਹ ਤੇ ਗੱਲ ਕਲੀਅਰ ਹੈ ਨਾ ਵੀ ਜੇ ਕਾਂਗਰਸ ਪਾਰਟੀ ਚਾਹੁੰਦੀ ਵੀ ਅਸੀਂ ਜਰਨੈਲਾਂ ਨਾਲ ਜਾ ਕੇ ਭਿੜਨਾ ਜੀ, ਤੇ ਜਰਨੈਲ ਤੇ ਆਉਣ ਨਹੀਂ ਲੱਗੇ ਇਹਨਾਂ ਦੇ ਹਲਕੇ 'ਚ। ਜਰਨੈਲ ਤੇ ਆਪੋ ਆਪਣੇ ਹਲਕਿਆਂ 'ਚ ਰਹਿਣਗੇ, ਜਿਹੜੀ ਪਾਰਟੀ ਦੇ ਵੀ ਹੈਗੇ ਆ, ਉਹ ਤੇ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਨੂੰ ਉੱਥੇ ਜਾਣਾ ਪੈਣਾ। ਤੇ ਇਹ ਗੱਲ ਕਲੀਅਰ ਹੈ ਵੀ ਜਦੋਂ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਅਗਲੇ ਦੇ ਹਲਕੇ 'ਚ ਜਾਣਗੇ ਤੇ ਜਿਹੜਾ ਅਗਲੇ ਬੰਦੇ ਦਾ ਮਤਲਬ ਪੱਕਾ ਹਲਕਾ ਤੇ
ਵੀ ਉਹਦੇ ਤੋਂ ਇਹ ਆਸ ਕਰੀਏ ਵੀ ਬਾਹਰ ਹੀ ਬੰਦਾ ਜਾ ਕੇ ਜਿੱਤ ਜਵੇ, ਤੇ ਪੋਸੀਬਲ ਨਹੀਂ ਹੈਗਾ। ਹਾਂ ਨਹੀਂ, ਮੁਸ਼ਕਲ ਆ ਜੀ, ਮੁਸ਼ਕਲ ਆ। ਬਾਕੀ ਤਾਂ ਦੇਖੋ, ਜਾਂ ਇੱਕ ਗੱਲ ਇਹ ਵੀ ਹੋ ਸਕਦੀ, ਨਾਗਰਾ ਸਾਹਿਬ ਨੇ ਕਿਹਾ ਹੋਣਾ ਵੀ ਯਾਰ ਹਰੇਕ ਬੰਦਾ ਆਪਣੇ ਨਾਲ ਆਪਣਾ ਛੱਜ ਬੰਨੀ ਫਿਰਦਾ, ਮੈਂ ਆ ਵੀ ਬਣਨਾ, ਮੈਂ ਆ ਵੀ ਬਣਨਾ। ਘੱਟੋ ਘੱਟ ਸ਼ਰਤ ਰੱਖੋ ਅਗਲੀ ਵਾਰ ਤੋਂ, ਨਹੀਂ ਮੈਂ ਮੈਂਬਰ ਹੀ ਠੀਕ ਹੈ ਜੀ, ਮੈਂ ਕੋਈ ਪ੍ਰਧਾਨਗੀ ਨਹੀਂ ਲੈਣੀ। ਹੋ ਸਕਦਾ ਉਹ ਕਹਿੰਦੇ ਨੂੰ 3-4 ਮੋਟੇ ਪਹਿਲਾਂ ਭੜਕਾ ਦਈਏ ਵੀ ਹਰ ਵਾਰੀ ਰਹਿ ਜੀਦਾ ਜੀ। ਆਹ ਨਹੀਂ, ਇਹ ਵੀ ਤਰੀਕਾ ਵਧੀਆ ਵੀ ਮਤਲਬ ਜਿਹੜੇ ਬੰਦੇ ਨੇ ਠੀਕ ਆ ਵੀ ਜੇ ਮੈਂ ਲੀਡ ਕਰਨਾ ਚਾਹੁੰਦਾ, ਮੈਨੂੰ ਕੁਰਸੀ ਵੱਡੀ ਚਾਹੀਦੀ ਹੈ, ਕਲਗੀ ਵੱਡੀ ਚਾਹੀਦੀ ਹੈ, ਥੋੜੀ ਫਿਰ ਜ਼ਿੰਮੇਵਾਰੀ ਵੱਡੀ ਲਾਓ। ਨਹੀਂ ਹੋ ਸਕਦਾ ਉਹਨਾਂ 'ਚ ਕੋਈ ਬੰਦਾ ਕਹਿੰਦੇ ਫਿਰ ਨਾਗਰਾ ਸਾਹਿਬ ਤੁਸੀਂ ਕਿੱਥੋਂ ਲੈਣਾ, ਮੈਂ ਤਾਂ ਭਰਾ ਮੰਤਰੀ ਵੀ ਨਹੀਂ ਅਜੇ, ਮੈਨੂੰ ਤਾਂ ਤੁਸੀਂ ਮੰਤਰੀ ਵੀ, ਮੈਂ ਤਾਂ ਛੋਟਾ, ਮੈਂ ਤਾਂ ਤੁਹਾਡੀ ਜਰਨੈਲਾਂ ਦੀ ਗੱਲ ਕਰਦਾ। ਚਲੋ ਸੰਧਾਲੀਆ ਸਾਹਿਬ, ਹੁਣ ਦੋ ਨਹੀਂ 3 ਚੀਜ਼ਾਂ ਆਪਾਂ ਹੋਰ ਕਵਰ ਕਰੀਏ ਇਸ ਪੱਖੋਂ, ਕੱਲ ਨੂੰ ਕੋਈ ਵੀ ਬੰਦਾ ਕਿਸੇ ਦੇ ਗਲ ਨਾ ਪਵੇ। ਕਿਉਂਕਿ ਭਾਰਤ ਸਰਕਾਰ ਨੇ ਲੜਕੀਆਂ ਦੇ ਵਿਆਹ ਦੀ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਤੀ, ਕੈਬਨਿਟ 'ਚੋਂ ਪਾਸ ਹੋ ਗਿਆ, 5-10 ਦਿਨਾਂ 'ਚ ਨਿਬੜ ਜਾਣਾ ਹੀ ਕੰਮ। ਕਿਉਂਕਿ ਜਿਹੜਾ ਡਾਟਾ ਸੀ ਕਿ 1 ਸਾਲ ਦੇ ਵਿੱਚ ਭਾਰਤ ਦੀਆਂ ਤਕਰੀਬਨ 15-16 ਲੱਖ ਲੜਕੀਆਂ, ਉਹਨਾਂ ਦੇ ਵਿਆਹ 18 ਸਾਲ ਤੋਂ 21 ਸਾਲ ਦੀ ਉਮਰ 'ਚ ਹੁੰਦੇ ਸੀ। ਇਹ ਵੀ ਹੋ ਸਕਦਾ ਕਈ ਵਾਰੀ ਆਪਣੇ ਰਿਵਾਜ ਹੁੰਦੇ ਆ ਕਿ ਭਾਈ ਮੰਗਣਾ ਕਰ ਦਿਓ, ਰੋਕਾ ਕਰ ਦਿਓ, ਵਿਆਹ ਫਿਰ ਅਗਲੇ ਸਾਲ ਕਰਾਂਗੇ। ਬਹੁਤ ਸਾਰੀਆਂ ਪੰਜਾਬ ਦੀਆਂ ਲੜਕੀਆਂ ਨੇ ਜਿਨ੍ਹਾਂ ਦਾ ਵਿਆਹ 19 ਸਾਲ, 20 ਸਾਲ, 20.5 ਸਾਲ ਦੀ ਉਮਰ ਦੇ ਵਿੱਚ ਹੋ ਜਾਂਦਾ, ਪਰ ਹੋ ਸਕਦਾ ਕਿ ਤੁਸੀਂ ਰੋਕਾ ਕੀਤਾ, ਤੁਸੀਂ ਮੰਗਣਾ ਕੀਤਾ, 6 ਮਹੀਨਿਆਂ ਨੂੰ ਤੁਸੀਂ ਵਿਆਹ ਰੱਖਿਆ, ਉਦੋਂ ਤੱਕ ਜੇ ਭਾਰਤ ਸਰਕਾਰ ਦਾ ਕਾਨੂੰਨ ਹੋਂਦ 'ਚ ਆ ਗਿਆ ਤੇ ਆ ਜਾਣਾ ਹੀ, ਫਿਰ ਤੁਹਾਨੂੰ 2-2.5 ਸਾਲ ਅਟਕਣਾ ਪੈ ਸਕਦਾ। ਜਿੱਦਾਂ ਪਹਿਲਾਂ ਲੜਕਿਆਂ ਦੇ ਵਿਆਹ ਦੀ ਉਮਰ 21 ਸਾਲ ਦੀ ਸੀ ਮੁੰਡਿਆਂ ਦੀ, ਹੁਣ ਲੜਕੀਆਂ ਦੇ ਵਿਆਹ ਦੀ ਉਮਰ ਹੱਦ ਵੀ 18 ਸਾਲ ਤੋਂ ਵਧਾ ਕੇ ਤੇ 21 ਸਾਲ ਕਰਤੀ ਹੈ। ਕੱਲ ਨੂੰ ਤੁਸੀਂ ਰਜਿਸਟ੍ਰੇਸ਼ਨ ਕਰਾਉਣ ਚਲੇ ਜਾਓ, ਅਧਿਕਾਰੀ ਦਾ ਕਸੂਰ ਨਹੀਂ, ਉਹਦੇ ਗਲ ਪੈਣ ਦੀ ਲੋੜ ਨਹੀਂ, ਇਹ ਕੇਂਦਰ ਸਰਕਾਰ ਦਾ ਫੈਸਲਾ ਹੈ। ਇਹਦੇ 'ਚ ਆਪਾਂ ਇੱਕ ਗੱਲ ਹੋਰ ਕਲੀਅਰ ਕਰ ਦਈਏ ਵੀ ਇੱਕ ਤਾਂ ਸੁੱਖ ਨਾਲ ਆ ਵੀ ਆਪਣੇ ਕੰਮ ਚੱਲਦਾ ਨਾ, ਬਾਹਰ ਵਾਲਾ ਵੀ ਉਹਦਾ ਵੀ ਹੁਣ ਲੜਕੀ ਸੁੱਖ ਨਾਲ ਉਹਨੇ ਵੀ ਹੁਣ ਬਾਹਰ ਦਾ ਕਰਨਾ, ਤੇ ਫਿਰ ਆਪਾਂ ਇਦਾਂ ਕਰੀਏ ਵੀ ਵਿਆਹ ਵਾਲਾ ਕੰਮ ਕਰ ਲਈਏ ਜੀ, ਨਿਬੇੜੀਏ ਕੰਮ ਪੱਕਾ। ਹੋ ਸਕਦਾ ਵੀ ਉਹਨਾਂ ਪਰਿਵਾਰਾਂ ਨੂੰ ਇਹ ਲੱਗੇ ਵੀ ਯਾਰ ਆਹ ਚੰਗਾ ਪੰਗਾ ਪੈ ਗਿਆ, ਦੱਸ ਹੁਣ। ਨਹੀਂ, ਇਸੇ ਕਰਕੇ ਆਪਾਂ ਕਿਹਾ ਕਿ ਇਹ ਕਲੀਅਰ ਹੋਣੀ ਗੱਲ ਬਹੁਤ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਦੇ ਮੰਤਰੀ ਮੰਡਲ ਨੇ ਪਾਸ ਕਰਤਾ ਤੇ ਇੱਕ ਦਿਨ 'ਚ ਨਹੀਂ ਹੋਇਆ, ਕਮੇਟੀਆਂ ਬਣੀਆਂ, ਬਹੁਤ ਕੁਛ ਹਿਸਾਬ ਕਿਤਾਬ ਜਿਹਾ ਲੱਗੇ, ਉਹਦੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। ਹਾਂ ਨਹੀਂ, ਪਰ ਇਹਦੇ ਵਿੱਚ ਜਿਹੜਾ ਉਹ ਬੈਕਗਰਾਊਂਡ ਆ, ਉਹ ਕਿਉਂਕਿ ਅਦਾਲਤੀ ਬੈਕਗਰਾਊਂਡ ਆ, ਜਿਹਦੇ ਵਿੱਚ ਇਹ ਰੌਲਾ ਪੈਂਦਾ ਵਾਰ-ਵਾਰ, ਕਿਉਂਕਿ ਕਾਰਨ ਇਹ ਆ ਵੀ ਇਹ ਵੀ ਤੇ ਹੈ ਨਾ ਵੀ ਜੇ ਕਿਸੇ ਨੂੰ ਕੋਈ ਚੰਗਾ ਲੱਗਦਾ ਤੇ ਅਗਲਾ ਨੇ ਆਖਿਆ ਵੀ ਠੀਕ ਹੈ ਵੀ ਅਸੀਂ ਬਾਹਰ ਜਾ ਕੇ ਵਿਆਹ ਕਰਾ ਲੈਂਦੇ ਹਾਂ, ਕਿਉਂਕਿ ਕਾਨੂੰਨ ਇਜਾਜ਼ਤ ਦਿੰਦਾ ਵੀ ਤੁਸੀਂ ਕਰਾ ਸਕਦੇ ਹੋ। ਹੁਣ ਉੱਥੇ ਜਾ ਕੇ ਰੇੜਕਾ ਇਹ ਪਾ ਲੈਂਦੇ ਸੀ ਪਰਿਵਾਰ ਵਾਲੇ ਵੀ ਇਹ ਤਾਂ ਜੀ ਸਾਡੀ ਕੁੜੀ ਅਜੇ ਨਿੱਕੀ ਹੈ ਜੀ, ਇਹ ਤਾਂ ਧੱਕੇ ਨਾਲ ਹੀ ਆਖੀ ਜਾਂਦੀ ਜੇ ਇੰਨੀ ਉਮਰ। ਸੋ ਉਹਨਾਂ ਨੇ ਵੀ ਪੁੱਛ ਲਿਆ ਵੀ ਤੁਸੀਂ ਪਹਿਲਾਂ ਇੱਕ ਵਾਰ ਸਰਕਾਰ ਕਲੀਅਰ ਕਰ ਦੇਵੇ ਵੀ ਐਗਜ਼ੈਕਟ ਕਿੰਨੇ ਉਮਰ ਜਿਹੜੀ ਆ ਉਹ ਹੋਣੀ ਚਾਹੀਦੀ, ਕਿਉਂਕਿ ਬਾਅਦ 'ਚ ਅਗਲੇ ਕਹਿੰਦੇ ਨਹੀਂ ਜੀ ਇਹਨਾਂ ਮੇਰੀ ਘੱਟ ਲਿਖਾਈ ਆ ਜੀ, ਮੈਂ ਇੰਨੇ ਦੀ ਆ ਜੀ, ਇੱਥੇ ਮੇਰੇ ਸਰਟੀਫਿਕੇਟ ਤੇ ਇੰਨੀ ਲਿਖੀ ਆ ਜੀ। ਸੋ ਮੇਰੇ ਖਿਆਲ ਨਾਲ ਉਹਨਾਂ ਰੇੜਕਿਆਂ ਨੂੰ ਦੂਰ ਕਰਨ ਦਾ ਕਰਕੇ ਹੋ ਸਕਦਾ ਸਰਕਾਰ ਨੇ ਸੋਚਿਆ ਹੋਵੇ ਜੀ। ਨਹੀਂ, ਇਹ ਗੱਲ ਠੀਕ ਹੈ। ਹੁਣ ਇਹਦੇ ਕਈਆਂ ਨੂੰ ਨਿੱਜੀ ਤੌਰ ਤੇ ਨੁਕਸਾਨ ਹੋ ਸਕਦੇ ਆ, ਕਈਆਂ ਨੂੰ ਉਹ ਵੱਖਰੀਆਂ ਗੱਲਾਂ ਨੇ, ਪਰ ਇਹ ਫੈਸਲਾ ਹੋ ਜਾਣਾ ਜਿਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਦੀ ਲੋੜ ਨਹੀਂ ਹੈ। ਬਿਲਕੁਲ। ਦੂਸਰੀ ਗੱਲ ਸੰਧਾਲੀਆ ਸਾਹਿਬ, ਲਖੀਮਪੁਰ ਖੇੜੀ ਵਾਲਾ ਮਸਲਾ ਜਿਹੜਾ ਹੈ ਉਹ ਅਜੇ ਵੀ ਮੈਨੂੰ ਯਾਦ ਹੈ ਇੱਕ ਹੋਰ ਜਿਹੜਾ ਸਰਕਾਰ ਦਾ ਹੁਣੇ, ਮੈਂ ਮਾਫੀ ਚਾਹੁੰਦਾ, ਹੁਣੇ ਮੇਰੇ ਦਿਮਾਗ 'ਚ ਨਹੀਂ, ਜਿਹੜਾ ਉਹ ਕਰਤਾਰਪੁਰ ਸਾਹਿਬ ਲਾਂਘੇ ਦੇ ਉੱਪਰ ਸ਼ਾਇਦ ਕੋਈ ਕਰੰਸੀ ਦੀ ਗੱਲ ਸੀ, ਸ਼ਾਇਦ 25,000 ਤੋਂ ਵੀ ਘਟਾ ਕੇ 11,000 ਕੀਤੀ ਉਹਨਾਂ ਨੇ, ਕਿਉਂਕਿ ਜਿਹਦੇ ਕੋਲੇ OCI ਕਾਰਡ ਹੋਲਡਰ ਨੇ, ਬਾਹਰੋਂ ਕਿਸੇ ਨੇ ਜਾਣਾ ਆਉਣਾ, ਤੇ ਪਹਿਲਾਂ ਤਾਂ 25,000 ਤੁਸੀਂ ਲਿਜਾ ਸਕਦੇ ਹੋ, ਹੁਣ 25,000 ਤੋਂ 11,000 ਕਰ ਦਿੱਤੀ ਆ। ਤੇ ਜੇ ਕੋਈ ਬੰਦਾ ਆਉਣ ਵਾਲੇ ਦਿਨਾਂ 'ਚ ਜਾਣ ਵਾਲਾ ਤੇ ਇਹਨੂੰ ਕਲੀਅਰ ਕਰ ਲੇ। ਸੰਧਾਲੀਆ ਸਾਹਿਬ, ਵੈਸੇ ਜਦੋਂ ਉੱਥੋਂ ਆਗਿਆ ਲੈਣੀ ਆ ਨਾ, ਉਹ ਸਾਰੀਆਂ ਇੰਸਟਰਕਸ਼ਨਸ ਤੁਹਾਨੂੰ ਦੇ ਦਿੰਦੇ ਨੇ, ਉਹਦੇ ਉੱਤੇ ਲਿਖਿਆ ਹੁੰਦਾ, ਕਲੀਅਰ ਕਰ ਲਓ। ਵੈਸੇ ਵੀ ਜਦੋਂ ਆਪਾਂ ਨਤਮਸਤਕ ਹੋਣ ਜਾਣਾ, ਜਦੋਂ ਆਪਾਂ ਮੱਥਾ ਟੇਕਣ ਜਾਣਾ, ਉੱਥੇ ਸ਼ਾਪਿੰਗ ਕਰਨ ਤਾਂ ਜਾਣਾ ਨਹੀਂ। ਉਹ ਇਸ ਕਰਕੇ ਆਪਾਂ ਇਸ ਮੁੱਦੇ ਦੇ ਉੱਤੇ ਵੀ ਕਿਸੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਭਾਈ ਕਿਉਂ ਕੀਤਾ। ਉੱਥੇ ਕਰੰਸੀ ਜੀ ਉਹ ਕਹਿੰਦੇ 1000 ਹੋਰ ਘੱਟ ਲੈ ਜਾਓ, ਤੇ ਉੱਥੋਂ ਤਾਂ ਜਾਣਾ ਹੁੰਦਾ, ਤੇ ਜਾ ਕੇ ਜਦੋਂ ਬਾਬੇ ਦੇ ਦਰ ਦੀ ਮਿੱਟੀ ਮੱਥੇ ਨੂੰ ਲੱਗ ਗਈ ਤਾਂ ਫਿਰ ਸਾਰਾ ਕੁਝ ਹੀ ਹੋ ਗਿਆ। ਬਿਲਕੁਲ। ਇਹਦੇ ਨਾਲ ਹੁਣ ਆਪਾਂ ਜੇ ਲਖੀਮਪੁਰ ਖੇੜੀ ਵਾਲੇ ਪਾਸੇ ਚੱਲੀਏ ਤਾਂ ਲਗਾਤਾਰ ਦੂਸਰੇ ਦਿਨ ਪਾਰਲੀਮੈਂਟ ਦੇ ਦੋਨੋਂ ਹੀ ਸਦਨ, ਰਾਜ ਸਭਾ ਵੀ ਤੇ ਲੋਕ ਸਭਾ ਵੀ, ਇਸ ਗੱਲ ਦੇ ਉੱਤੇ ਰੌਲੇ ਰੱਪੇ ਦੇ ਵਿੱਚ ਰਹੇ ਆ ਕਿ ਭਾਈ ਅਜੇ ਮਿਸ਼ਰਾ ਸਾਹਿਬ ਜਿਹੜੇ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਨੇ, ਜਿਨ੍ਹਾਂ ਦਾ ਬੇਟਾ ਆਸ਼ੀਸ਼ ਮਿਸ਼ਰਾ ਅੰਦਰ ਹੈ, ਜਿਨ੍ਹਾਂ ਦੇ ਉੱਤੇ ਹੁਣ ਇਰਾਦਾ ਕਤਲ ਵਾਲਾ ਮਸਲਾ ਅੱਗੇ ਹੋ ਗਿਆ, ਧਾਰਾ SIT ਨੇ ਸਖਤ ਕਰਨ ਦੀ ਸਿਫਾਰਿਸ਼ ਕਰਤੀ ਕਿ ਉਹਨਾਂ ਦਾ ਅਸਤੀਫਾ ਲਿਆ ਜਾਵੇ। ਜਦ ਕਿ ਮੂਹਰਲੇ ਪਾਸਿਓਂ ਅਸਾਰ ਧੁੰਦਲੇ ਨਜ਼ਰ ਆ ਰਹੇ ਆ, ਕਿਉਂਕਿ 20 ਤਰੀਕ ਨੂੰ ਇੱਕ ਬਹੁਤ ਵੱਡਾ ਸਮਾਗਮ ਹੈ ਸਰਕਾਰੀ, ਤੇ ਉਸ ਸਰਕਾਰੀ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਰੂਪ ਦੇ ਵਿੱਚ ਉਹ ਅਜੇ ਕੁਮਾਰ ਮਿਸ਼ਰਾ ਹੋਰੀ ਨੇ। ਉਸ ਮੁੱਦੇ ਦੇ ਉੱਤੇ ਹੁਣ ਚਰਚਾ ਚੱਲ ਪਈ ਹੈ। ਪਰ ਮੈਨੂੰ ਲੱਗਦਾ, ਦੇਖੋ ਕਾਰਨ ਪਤਾ ਕੀ ਹੈ, ਕੋਈ ਇੱਕ ਤਾਂ ਹੁੰਦਾ ਨਾ ਵੀ ਨਹੀਂ ਵੀ ਹੁਣ ਇਹ ਸਰਕਾਰ ਨਹੀਂ ਕਰੇਗੀ ਇਸ ਤਰ੍ਹਾਂ, ਜੇ ਕਰਨਾ ਹੁੰਦਾ ਤਾਂ ਕਰ ਦੇਣਾ ਸੀ, ਪਰ ਪਿਛਲਾ ਰਿਕਾਰਡ ਜਿਹੜਾ ਖਾਸ ਕਰਕੇ ਅੱਜ ਆਪਾਂ ਖੇਤੀ ਕਾਨੂੰਨ ਵਾਪਸ ਲੈਣ ਵਾਲੇ ਰਿਕਾਰਡ ਤੱਕ ਆ ਜਾਈਏ, ਤੂੰ ਇਦਾਂ ਹੀ ਆ ਵੀ ਮੋਦੀ ਸਾਹਿਬ ਦਾ ਪਤਾ ਥੋੜਾ ਲੱਗਦਾ ਕੁਛ ਵੀ ਕਦੋਂ ਇੱਕ ਫੈਸਲਾ ਹੀ ਆਉਣਾ, ਕਿਉਂਕਿ ਜੇ ਉਹਨਾਂ ਨੂੰ ਜਾਪਦਾ ਹੋਇਆ ਉਧਰ ਵਾਲੇ ਅੰਕੜੇ ਜਾਂ UP ਵਾਲਾ ਮਾਹੌਲ ਚਾਲ ਇਹ ਦੱਸਦਾ ਹੋਇਆ
ਵੀ ਯਾਰ ਇਸ ਇੱਕ ਬੰਦੇ ਦਾ ਕਰਕੇ ਆਪਾਂ ਨੂੰ ਵਾਰ-ਵਾਰ ਉਸ ਇੱਕ ਮੁੱਦੇ 'ਚ ਵਿਰੋਧੀ ਵੀ ਘੜੀਸਦੇ ਨੇ ਕੱਲ੍ਹ ਨੂੰ, ਕਿਉਂਕਿ ਰਾਜ ਸਭਾ ਦੇ ਵਿੱਚ ਉਹ ਮੇਰੇ ਖਿਆਲ ਨਾਲ ਮੈਂਬਰਾਂ ਦੀ ਮੁਅੱਤਲੀ ਦਾ ਕਰਕੇ ਉੱਥੇ ਕੰਮ ਅੱਗੇ ਨਹੀਂ ਚੱਲਣ ਡਿਆ। ਲੋਕ ਸਭਾ ਇਸ ਮੁੱਦੇ ਦਾ ਕਰਕੇ ਫਸ ਗਈ। ਹੁਣ ਜੇ ਇੰਨੇ ਚਿਰ ਬਾਅਦ ਇੱਕ ਲੰਮਾ ਚੌੜਾ ਸੈਸ਼ਨ ਚੱਲਦਾ ਹੀ ਪਿਆ, ਇਹ ਤੋਂ ਪਹਿਲਾਂ ਕੋਵਿਡ ਦਾ ਕਰਕੇ ਨਹੀਂ ਸੈਸ਼ਨ ਹੋਏ, ਜੇ ਇੱਕ ਲੰਮਾ ਚੌੜਾ ਸੈਸ਼ਨ ਚੱਲਦਾ ਪਿਆ ਤੇ ਉਸ ਸੈਸ਼ਨ ਦੇ ਵਿੱਚ ਇੱਕ ਮੁੱਦਾ ਲਿਆਣ ਕੇ ਫਸ ਜਵੇ ਤੇ ਉਹਦੇ ਨੂੰ ਚੰਗਾ ਨਹੀਂ ਵੀ ਇਸ ਕੰਮ ਨੂੰ ਪਾਸੇ ਕਰ ਲਿਆ ਜਾਵੇ। ਇਹਦੇ ਦੋ ਤਿੰਨ ਫਾਇਦੇ, ਇੱਕ ਤੇ ਇੱਧਰੋਂ ਸੈਸ਼ਨ ਚੱਲ ਪੂ, ਦੂਸਰਾ ਕਿਸਾਨ ਜਿਹੜੇ ਥੋੜ੍ਹੇ ਜਿਹੇ ਹੋਰ ਆਖਣੇ ਵੀ ਨਹੀਂ ਯਾਰ ਸਰਕਾਰ ਨੇ ਸਾਡੀ ਮੰਨੀ, ਤੇ ਤੀਸਰਾ ਯੂਪੀ 'ਚ ਇਲੈਕਸ਼ਨਾਂ ਨੇ ਭਾਈ। ਇਸੇ ਕਰਕੇ ਤਾਂ ਅਜੇ ਫੈਸਲਾ ਲੈਣਾ ਔਖਾ ਹੋਇਆ ਪਿਆ, ਕਿਉਂਕਿ ਜਦੋਂ ਅਜੇ ਮਿਸ਼ਰਾ ਸਾਹਿਬ ਨੂੰ ਮੰਤਰੀ ਬਣਾਇਆ ਸੀ ਕੋਈ ਐਸੀ ਗੱਲ ਨਹੀਂ ਸੀ ਕਿ ਯੂਪੀ ਦੇ ਵਿੱਚ ਕੋਈ ਹੋਰ MP ਤਜਰਬੇਕਾਰ ਨਹੀਂ ਸੀ ਜਾਂ ਪੜ੍ਹਿਆ ਲਿਖਿਆ ਨਹੀਂ ਸੀ ਜਾਂ ਸਿਆਣਾ ਨਹੀਂ ਸੀ, ਕਿਉਂਕਿ ਸੁਖਨਾ MP ਵੀ ਤਾਂ ਸਾਰੇ ਉਹਨਾਂ ਦੇ ਹੀ ਆ 7-8 ਨੂੰ ਛੱਡ ਕੇ 80 ਦੇ ਵਿੱਚੋਂ, ਕਿਉਂਕਿ ਉਦੋਂ ਵੀ ਇੱਕ ਵੋਟ ਬੈਂਕ ਦਾ ਹਿਸਾਬ ਕਿਤਾਬ ਹੁੰਦਾ, ਸਾਰੀਆਂ ਪਾਰਟੀਆਂ ਇਹ ਕਰਦੀਆਂ ਕਿ ਕੈਸ ਭਾਈਚਾਰੇ 'ਚ ਬਣਾ ਲਓ। ਹੁਣ ਇਹ ਤੋਲ ਕੇ ਦੇਖਿਆ ਜਾ ਰਿਹਾ ਕਿ ਭਾਈ ਇਹਨਾਂ ਨੂੰ ਜੇ ਮੰਤਰੀ ਮੰਡਲ 'ਚੋਂ ਥੋੜ੍ਹੀ ਦੇਰ ਲਈ ਲਾਂਭੇ ਕਰਦੇ ਆ, ਜੇ ਇੰਨੇ ਕੁ ਲੋਕ ਖੁਸ਼ ਹੋਣਗੇ ਤਾਂ ਗੁੱਸੇ ਕਿੰਨੇ ਹੋਣਗੇ, ਉਹ ਵੀ ਸਾਰੀ ਰਣਨੀਤੀ ਦੇਖੀ ਜਾ ਰਹੀ ਹੈ, ਕਿਤੇ ਲਾਹਾ ਲੈਂਦੇ ਲੈਂਦੇ ਨੁਕਸਾਨ ਨਾ ਹੋ ਜਾਵੇ। ਇਸੇ ਕਰਕੇ ਇਹ ਫੈਸਲਾ ਥੋੜ੍ਹਾ ਜਿਹਾ ਹੁਣ ਦੇਰੀ ਵਾਲੇ ਪਾਸੇ ਨੂੰ ਜਾ ਰਿਹਾ। ਤੇ ਸੰਧਾਲੀਆ ਸਾਹਿਬ ਨਾਲ ਲੱਗਦੀ ਇੱਕ ਹੋਰ ਗੱਲ, ਤੁਸੀਂ ਬਿਲਕੁਲ ਨਹੀਂ ਘਬਰਾਉਣਾ। ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾਲ ਸੰਬੰਧਿਤ ਕੇਸ ਦੀ ਗੱਲ ਕਰਨੀ ਹੈ, ਪਰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਫਿਰ ਹੁਣ ਕਹਿ ਦਿੱਤਾ ਹੀ ਆਖਰਕਾਰ। ਨਹੀਂ ਉਹ ਤੇ ਕਹਿਤਾ, ਉਹ ਕਹਿੰਦੇ ਵੀ ਐਵੇਂ ਤੁਸੀਂ ਘਬਰਾਓ ਨਾ, ਵੀ ਜਿਹੜਾ ਵੀ ਕੋਈ ਕਿਸਾਨ ਹੈ ਜੀ ਉਹਨੇ ਮਿੱਟੀ ਪਟਾਉਣੀ ਹੈ ਤੇ ਪਟਾ ਲਓ। ਕਹਿੰਦੇ 3-3 ਫੁੱਟ ਤੱਕ ਆਪਣੀ ਜ਼ਮੀਨ 'ਚੋਂ ਬੰਦੇ ਨੇ ਮਿੱਟੀ ਪਟਾਉਣੀ, ਜੀ ਸਦਕੇ ਪਟਾਵੇ। ਨਹੀਂ ਬਹੁਤ ਚੰਗੀ ਗੱਲ ਹੈ, ਪਰ ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਬੇਨਤੀ ਕਰਦਾ ਸਮੇਤ ਸੱਤਾਧਾਰੀ ਵਿਰੋਧੀ ਕਿ ਕੋਈ ਵੀ ਐਤਕੀ ਵਾਅਦਾ ਇਦਾਂ ਦਾ ਨਾ ਕਰਿਓ ਜਿੰਨਾ ਤੁਹਾਡੀ ਮਿੱਟੀ ਮੁੜ ਕੇ ਲੋਕ ਪੱਟਣ। ਕਹਿੰਦੇ ਨੇ ਯਾਰ ਉਹ ਮਿੱਟੀ ਬਹੁਤ ਪੱਟ ਦਿੰਦੇ ਨੇ, ਪਰ ਕਾਰਨ ਮੈਨੂੰ ਲੱਗਦਾ ਵੀ ਇਹਦੇ 'ਚ ਵੀ ਰੌਲਾ ਉਹੀ ਪੈ ਗਿਆ, ਕਿਉਂਕਿ ਹੁਣ ਕਾਰਨ ਇਹ ਆ ਵੀ ਜਦੋਂ ਇਹ ਹੋਰਡਿੰਗ ਲੱਗੇ ਵੀ ਕਿਸਾਨ ਆਪਣੀ ਜ਼ਮੀਨ 'ਚੋਂ 3 ਫੁੱਟ ਮਿੱਟੀ ਪਟਾਵੇ, ਉੱਤੇ ਕੋਈ ਰੋਕ ਨਹੀਂ ਮਨਜ਼ੂਰੀ। ਹੁਣ ਜਦੋਂ ਕਹਿੰਦੇ ਵੀ ਉਹਦੀਆਂ ਸ਼ਰਤਾਂ ਪੜੀਆਂ ਤੇ ਪਤਾ ਇਹ ਲੱਗਿਆ ਵੀ 2 ਏਕੜ ਤੋਂ ਵੱਧ ਪੁੱਟੀ ਨਹੀਂ ਜਾ ਸਕਦੀ। ਹੁਣ ਜੇ ਮੰਨ ਲਓ 5 ਕਿੱਲੇ ਜ਼ਮੀਨ ਆ ਕਿਸੇ ਦੀ ਉੱਚੀ ਨਹੀਂ, ਵੀ ਉਹਨੇ ਆਖਣਾ ਵੀ ਯਾਰ ਮੈਂ ਪਟਾ ਕੇ ਸਹੀ ਕਰਾ ਲਵਾਂ, ਇਹਦਾ ਮਤਲਬ ਨਾ 2 ਹੀ ਹੋਊ, 3 ਕਿੱਲੇ ਫਿਰ ਉੱਦਾਂ ਰਹਿਣੀ ਹੈ। ਦੂਜੀ ਗੱਲ ਇਹ ਵੀ ਜੇ ਪੁੱਟਣੀ ਆ ਤੇ ਨਾ ਤੇ JCB ਵਰਤਣੀ, ਨਾ ਕੋਈ ਮਸ਼ੀਨ ਵਰਤਣੀ, ਕਈ ਨਾਲ ਪੁੱਟਣੀ ਹੈ। ਸੰਧਾਲੀਆ ਸਾਹਿਬ ਇਹ ਮੈਨੂੰ ਲੱਗਦਾ ਕਿ ਚੰਨੀ ਸਾਹਿਬ ਦੀ ਸਰਕਾਰ ਛੇਤੀ ਸਪਸ਼ਟੀਕਰਨ ਦੇਵੇ, ਕਿਉਂਕਿ ਦੂਜੇ ਪਾਸੇ ਕਈ ਅਧਿਕਾਰੀ ਇਹ ਵੀ ਕਹਿੰਦੇ ਇਹ ਸ਼ਰਤਾਂ ਕਿਸਾਨ ਲਈ ਹੈ ਨਹੀਂ, ਇਹ ਭੱਠੇ ਵਾਲਿਆਂ ਲਈ ਆ, ਤਾਂ ਜੋ ਉਹ ਲੋੜੋਂ ਵੱਧ ਮਾਈਨਿੰਗ ਨਾ ਕਿਤੇ ਕਰ ਦੇਣ। ਇਹ ਸ਼ਰਤਾਂ ਆਮ ਕਿਸਾਨ ਲਈ ਨਹੀਂ। ਕਲੈਰਿਟੀ ਲਿਆਉਣੀ ਬਹੁਤ ਜ਼ਰੂਰੀ ਹੈ, ਜਿੱਦਾਂ 36000 ਵਾਲਿਆਂ ਲਈ ਕਿ ਭਾਈ ਕਿਹੜਾ ਕੱਚਾ ਕਿਹੜਾ ਪੱਕਾ, ਜਾਂ ਜਿਹੜੇ ਨਵੇਂ ਅਸਿਸਟੈਂਟ ਪ੍ਰੋਫੈਸਰ ਭਰਤੀ ਕੀਤੇ ਆ ਕਿ ਉਹ ਆਰਜੀ ਅਸਾਮੀਆਂ ਦੇ ਉੱਤੇ ਹੈ ਜਾਂ ਪੱਕੀਆਂ ਅਸਾਮੀਆਂ ਤੇ ਹੈ, ਕਿਉਂਕਿ ਕਈ ਤਾਂ ਪੱਕੀਆਂ ਨੌਕਰੀਆਂ ਏਡਡ ਕਾਲਜਾਂ ਦੇ ਵਿੱਚੋਂ ਛੱਡ ਕੇ ਇਧਰਲੇ ਪਾਸੇ ਆ ਗਿਆ ਕਿ ਭਾਈ ਪੱਕੀ ਨੌਕਰੀ ਮਿਲਣ ਲੱਗੀ ਹੈ, ਤੇ ਉਹਦੇ ਜਦੋਂ ਅਪਾਇੰਟਮੈਂਟ ਲੈਟਰ ਦਿੱਤਾ ਤਾਂ ਉਹਦੇ ਵਿੱਚ ਲਿਖਿਆ ਇਹ ਆਰਜੀ ਅਸਾਮੀ ਤੇ ਨਿਯੁਕਤੀ। ਅਗਲੇ ਹੁਣ ਐਂ ਕਰਕੇ ਦੇਖਦੇ ਆ, ਇੱਕ ਪਾਸੇ ਅਸੀਂ ਕਹਿੰਦੇ ਆਊਟਸੋਰਸ ਬੰਦ ਕਰਨਾ ਹੈ, ਕੱਚਾ ਕੋ ਭਰਤੀ ਨਹੀਂ ਕਰਨਾ, ਦੂਜੇ ਪਾਸੇ ਆਰਜੀ ਅਸਾਮੀ ਅਸੀਂ ਨਹੀਂ ਕਹਿੰਦੇ ਕਿ ਇਹਦੇ ਵਿੱਚ ਮੰਤਰੀਆਂ ਨੇ ਕੀਤਾ। ਅਫਸਰਸ਼ਾਹੀ ਵੀ ਬਹੁਤ ਕੁਝ ਕਰਦੀ ਹੁੰਦੀ, ਪਰ ਜ਼ਿੰਮੇਵਾਰੀ ਮੰਤਰੀਆਂ ਦੀ ਬਣਨੀ ਹੈ। ਹੁਣ ਸੰਧਾਲੀਆ ਸਾਹਿਬ ਸੁਖਰਾਜ ਸਿੰਘ ਨਿਆਮੀਆਂ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦੇ ਬੇਟੇ ਨੇ। ਗੁਰਜੀਤ ਸਿੰਘ ਸਰਾਵਾਂ ਤੇ ਕ੍ਰਿਸ਼ਨ ਭਗਵਾਨ ਸਿੰਘ 2 ਵਿਅਕਤੀਆਂ ਦੀ ਮੌਤ ਹੋਈ ਸੀ ਜਦੋਂ ਬੇਅਦਬੀ ਤੋਂ ਬਾਅਦ ਧਰਨਾ ਪ੍ਰਦਰਸ਼ਨ ਸ਼ੁਰੂ ਹੋਇਆ ਸੀ। ਧਰਨਾ ਹੀ ਸੀ, ਪ੍ਰਦਰਸ਼ਨ ਵੀ ਨਹੀਂ ਸੀ। ਵੈਸੇ ਪ੍ਰਦਰਸ਼ਨ ਦੇ ਵਿੱਚ ਤਾਂ ਕਈ ਕੁਝ ਹੁੰਦਾ ਹੈ ਕਿ ਭਾਈ ਇਨਸਾਫ ਚਾਹੀਦਾ, ਗੁਰੂ ਦੀ ਬੇਅਦਬੀ ਹੋਈ ਹੈ, ਗੋਲੀ ਚੱਲੀ, ਅੱਜ ਤੱਕ ਸਮਝ ਨਹੀਂ ਆਈ ਕਿਹਨੇ ਚਲਾਈ ਤੇ ਕਿਹਨੇ ਨਹੀਂ ਚਲਾਈ। ਸਰਕਾਰ ਦੀ ਗੱਲ ਕਰਦਾ ਹਰ ਸਰਕਾਰ ਕਹਿੰਦੀ ਹੈ ਇਨਸਾਫ ਦੇਵਾਂਗੇ। ਤੁਸੀਂ ਇਹ ਦੇਖੋ ਕਿੱਡੀ ਵੱਡੀ ਗੱਲ ਹੈ ਕਿ ਜਿਹੜੇ 2 ਬੰਦਿਆਂ ਦੀ ਮੌਤ ਹੋਈ ਸੀ, ਸ਼ਹਾਦਤਾਂ ਹੋਈਆਂ ਸੀ, ਉਹਨਾਂ ਦੇ ਵਿੱਚੋਂ ਜੇ ਇੱਕ ਦਾ ਪੁੱਤ ਬਾਕੀ ਦੋਵੇਂ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਜਿੱਥੇ ਉਹ ਘਟਨਾ ਵਾਪਰੀ ਸੀ ਉੱਥੇ ਹੀ ਧਰਨੇ ਤੇ ਬਹਿ ਜਾਵੇ ਕਿ 6 ਸਾਲ ਹੋ ਗਏ, 3 ਮੁੱਖ ਮੰਤਰੀ ਬਦਲ ਗਏ, ਕਈਆਂ ਨੇ ਵਾਅਦੇ ਕੀਤੇ ਪਰ ਸਾਨੂੰ ਇਨਸਾਫ ਨਹੀਂ ਮਿਲਿਆ। ਸਗੋਂ ਕਹਿੰਦੇ ਜਿਹੜੇ ਕੁਝ ਪੁਲਿਸ ਅਧਿਕਾਰੀਆਂ ਦੇ ਨਾਂ ਇਹਦੇ ਵਿੱਚ ਸ਼ਾਮਲ ਕੀਤੇ ਗਏ ਸੀ ਉਹਨਾਂ ਨੂੰ ਦੁਬਾਰਾ ਕਈਆਂ ਨੂੰ ਡਿਊਟੀ ਤੇ ਵੀ ਬਹਾਲ ਕਰ ਦਿੱਤਾ। ਉਹਨਾਂ ਨੂੰ ਪੁੱਛਿਆ ਜੀ ਇਲੈਕਸ਼ਨ ਆਈ ਨੇੜੇ ਤਾਂ ਨਹੀਂ ਬੈਠੇ? ਕਹਿੰਦੇ ਨਹੀਂ ਜੀ ਕਿਸਾਨ ਅੰਦੋਲਨ ਚੱਲਦਾ ਸੀ, ਅਸੀਂ ਨਹੀਂ ਸੀ ਚਾਹੁੰਦੇ ਕਿ ਲੋਕਾਂ ਦਾ ਧਿਆਨ ਅਸੀਂ 2 ਪਾਸੇ ਵੰਡੀਏ। ਹੁਣੇ ਕਿਸਾਨ ਅੰਦੋਲਨ ਖਤਮ ਹੋਇਆ ਕਿਉਂਕਿ ਅਸੀਂ ਵੀ ਕਿਸਾਨ ਆ ਕਹਿੰਦੇ, ਤੇ ਉਹਦੇ ਵਿੱਚ ਅਸੀਂ ਵੀ ਸ਼ਾਮਲ ਸੀ। ਇਸੇ ਕਰਕੇ ਹੁਣ ਬੈਠੇ ਤੇ ਉਨੀ ਦੇਰ ਉੱਠਦੇ ਨਹੀਂ ਜਿੰਨੀ ਦੇਰ ਆ ਵਾਅਦਾ ਖਿਲਾਫੀਆਂ ਵਾਲੇ ਮੁੱਦੇ ਦੇ ਉੱਤੇ ਸਪਸ਼ਟ ਨਹੀਂ ਕੁਛ ਹੁੰਦਾ। ਕੁੱਲ ਮਿਲਾ ਕੇ ਜਿਹੜੀ ਇਹੋ ਜਿਹੀ ਚੀਜ਼ ਹੈ, ਸੁਖਰਾਜ ਸਿੰਘ ਹੋਰਾਂ ਨਾਲ ਪਿਛਲੇ ਸਮੇਂ 'ਚ ਆਪਾਂ ਵੀ ਗੱਲਬਾਤ ਕੀਤੀ ਸੀ, ਉਹਦੇ ਜਿਸ ਹਿਸਾਬ ਨਾਲ ਉਹਨਾਂ ਨੇ ਗੱਲ ਸਮਝਾਈ, ਖਾਸ ਕਰਕੇ ਉਦੋਂ ਦੀ ਗੱਲ ਹੈ ਜਦੋਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਵਾਲੀ SIT ਲਾਂਭੇ ਕੀਤੀ ਜਾਂਦੀ ਹੈ। ਹੁਣ ਦੇਖੋ ਇਹ ਕਿੰਨਾ ਔਖਾ ਹੋਊਗਾ ਵੀ ਇੱਕ ਬੰਦੇ ਨੇ ਆਪਣਾ ਪਿਓ ਗਵਾਇਆ ਹੋਵੇ ਐਂਡ ਉਸ ਤੋਂ ਬਾਅਦ ਇੰਨੇ ਸਾਲ ਸਿਰਫ ਤੇ ਸਿਰਫ ਇਹੀ ਪ੍ਰੂਵ ਕਰਨ ਦੇ ਉੱਪਰ ਜ਼ੋਰ ਲੱਗ ਗਿਆ ਹੋਵੇ ਵੀ ਯਾਰ ਉਹ ਬੰਦੇ ਦੋਸ਼ੀ, ਨੂੰ ਸਜ਼ਾ ਦਿਓ। ਤੇ ਉਸ ਤੋਂ ਬਾਅਦ ਕੋਈ ਬੰਦਾ ਇਹ ਆਖੇ ਅੱਛਾ ਯਾਰ ਸਾਨੂੰ ਇਹ ਦੱਸੋ ਵੀ ਬੰਦੇ ਬੈਠੇ ਕਿੱਦਾਂ ਸੀ, ਅੱਛਾ ਉਹ ਗੋਲੀ ਉੱਪਰੋਂ ਥੱਲੇ ਨੂੰ ਮਾਰੀ ਸੀ ਕਿ ਸਿੱਧੀ ਮਾਰੀ ਸੀ, ਅੱਛਾ ਫਿਰ ਉੱਥੇ ਸਾਹਮਣੋਂ ਪਹਿਲਾਂ ਗੋਲੀ ਚੱਲੀ ਸੀ ਫੇਰ ਗੋਲੀ ਚੱਲੀ ਸੀ ਕਿ ਨਹੀਂ ਚੱਲੀ ਸੀ। ਹੁਣ ਇਹ
ਹੋ ਸਕਦਾ ਆਪਣੇ ਇਹ ਖਬਰ ਹੋਵੇ, ਪਰ ਮੈਂ ਵੈਸੇ ਹੀ ਸੋਚਦਾ ਸੀ ਵੀ ਇੱਕ ਪੁੱਤ ਦੇ ਲਈ ਆਪਣੇ ਪਿਓ ਦੇ ਬਾਰੇ 'ਚ ਸਾਰਾ ਕੁਝ ਪ੍ਰੂਵ ਕਰਨਾ, ਜਦੋਂ ਸਾਹਮਣੇ ਸਵਾਲ ਪੁੱਛੇ ਜਾਂਦੇ ਹੋਣਗੇ, ਉਹ ਕਿੰਨਾ ਔਖਾ ਹੁੰਦਾ ਹੋਊਗਾ ਵੀ ਯਾਰ ਤੁਸੀਂ ਦੱਸ ਰਹੇ ਹੋ ਵੀ ਅੱਛਾ ਵੀ ਤੇਰੇ ਪਿਓ ਦੇ ਗੋਲੀ ਐਂ ਮਾਰੀ ਸੀ ਕਿ ਐਂ ਮਾਰੀ ਸੀ, ਐਦਾਂ ਤਾਂ ਨਹੀਂ ਮਾਰੀ ਸੀ, ਦੱਸੋ। ਸੰਧਾਲੀਆ ਸਾਹਿਬ ਬਹੁਤ ਔਖਾ, ਜਾਣੀ ਕਈ ਚੀਜ਼ਾਂ ਇਦਾਂ ਦੀਆਂ ਨੇ ਜਿਨ੍ਹਾਂ ਨੂੰ ਸੱਜੇ ਖੱਬੇ ਨਹੀਂ ਕੀਤਾ ਜਾ ਸਕਦਾ ਹੁੰਦਾ, ਦੂਜਾ ਬੰਦਾ ਥਾਂ ਹੀ ਨਹੀਂ ਪਾ ਸਕਦਾ, ਉਹ ਅਹਿਸਾਸ ਦੇ ਵਿੱਚ ਉਨੀ ਡੂੰਘਾਈ ਤੇ ਜਾ ਹੀ ਨਹੀਂ ਸਕਦਾ। ਹੁਣ ਤੁਸੀਂ ਇੱਕ ਹੋਰ ਦੇਖੋ, ਕਿਉਂਕਿ ਪ੍ਰੋਗਰਾਮ ਦਾ ਸਮਾਂ ਸਮਾਪਤੀ ਵਾਲੇ ਪਾਸੇ ਹੈ, ਇੱਕ ਗੱਲ ਦਾ ਜ਼ਿਕਰ ਕਰ ਲਈਏ ਕਿ ਅੱਜ ਪੰਜਾਬ ਕੈਬਨਿਟ ਦੀ ਬੈਠਕ ਹੋਣੀ ਹੈ। ਪਤਾ ਨਹੀਂ ਕਿਹੜੇ-ਕਿਹੜੇ ਫੈਸਲੇ ਹੋਣਗੇ ਤੇ ਕਿਹੜੇ ਨਹੀਂ ਹੋਣਗੇ, ਪਰ ਚਰਚਾ ਚੱਲਦੀ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹਦਾ ਘਪਲਾ ਹੋਇਆ ਸੀ, ਉਹਦੇ ਬਾਬਤ ਜਦੋਂ ਪਿਛਲੇ ਸਮੇਂ 'ਚ ਡਾਕਟਰ ਰਾਜਕੁਮਾਰ ਵੇਰਕਾ ਮਿਨਿਸਟਰ ਬਣੇ ਤਾਂ ਉਹ ਕਹਿੰਦੇ ਸੀ ਸਾਨੂੰ ਕਾਲਜਾਂ ਦਾ ਵੀ ਪਤਾ ਲੱਗ ਗਿਆ ਜਿਨ੍ਹਾਂ ਨੇ ਪੈਸੇ ਖਾਧੇ ਆ, ਉਹਨਾਂ ਤੇ ਪੁਲਿਸ ਕੇਸ ਵੀ ਦਰਜ ਹੋਣਗੇ, ਰਿਕਵਰੀ ਵੀ ਹੋਏਗੀ। ਹੁਣ ਅੰਦਰ ਖਾਤੇ ਚਰਚਾ ਚੱਲਦੀ ਹੈ, ਕਲੀਅਰ ਤਾਂ ਮੰਤਰੀ ਮੰਡਲ ਦੀ ਬੈਠਕ 'ਚ ਹੋ ਜੂ ਕਿ ਜਿਨ੍ਹਾਂ ਕਾਲਜਾਂ ਨੇ ਉਹ ਘਪਲੇ ਵਾਲੇ ਪੈਸੇ ਵਾਪਸ ਕਰਤੇ ਆ, ਉਹਨਾਂ ਨੂੰ ਛੋਟ ਦਿੱਤੀ ਜਾਊਗੀ ਕਿ ਭਾਈ ਪੈਸੇ ਸਾਰੇ ਆ ਗਏ ਆ, ਪੁਲਿਸ ਕੇਸ ਤੁਹਾਡੇ ਤੇ ਨਹੀਂ ਕਰਦੇ, ਠੀਕ ਹੈ। ਮੰਤਰੀ ਸਿਆਣੇ ਨੇ ਫੈਸਲਾ ਕਰ ਦੇਣ, ਪਰ ਆਪਾਂ ਪਿਛਲੇ ਸਮੇਂ 'ਚ ਦੇਖਿਆ ਇਹ ਕੱਲਾ ਪੈਸੇ ਖਾਣ ਤੇ ਵਾਪਸੀ ਦਾ ਮਸਲਾ ਨਹੀਂ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵਿਦਿਅਕ ਅਦਾਰੇ ਦਾ ਜਾਂ ਨਿੱਜੀ ਤੌਰ ਤੇ ਬੰਦੇ ਦਾ ਨੁਕਸਾਨ ਹੋਵੇ, ਪਰ ਅਕਲ ਕਿੱਦਾਂ ਆਊ? ਲੱਖਾਂ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋਇਆ ਸੀ, ਸਕੀਮ ਬੰਦ ਹੋ ਗਈ, ਕਿਸੇ ਨਿਆਣੇ ਦਾ ਰੋਲ ਨੰਬਰ ਰੋਕ ਲਿਆ, ਕਿਸੇ ਨਿਆਣੇ ਨੂੰ ਪੇਪਰ 'ਚ ਨਾ ਬੈਠਣ ਦੇਣ, ਕਿਸੇ ਦੀ ਡਿਗਰੀ ਡਿਪਲੋਮੇ ਨੂੰ ਰੋਕ ਲਿਆ। ਕੀ ਇਹ ਮਸਲਾ ਸਿਰਫ ਪੈਸੇ ਖਾਣ ਜਾਂ ਪੈਸੇ ਵਾਪਸ ਕਰਨ ਤੱਕ ਸੀਮਤ ਹੈ, ਜਾਂ ਕਿਸੇ ਹੋਰ ਤੱਕ ਵੀ ਹੈ? ਨਜਾਇਜ਼ ਕਲੋਨੀਆਂ ਬਣ ਗਈਆਂ, ਅਧਿਕਾਰੀਆਂ ਦੇ ਨੱਕ ਹੇਠ ਬਣੀਆਂ, ਮੰਤਰੀਆਂ ਦੇ ਨੱਕ ਹੇਠ ਬਣੀਆਂ, ਚਲੋ ਜੀ ਇਹਨਾਂ ਨੂੰ ਜੁਰਮਾਨਾ ਲਾ ਕੇ ਫੀਸਾਂ ਲੈ ਕੇ ਜਾਇਜ਼ ਕਰ ਲਓ, ਕਾਰਵਾਈ ਕਿਸੇ ਤੇ ਨਹੀਂ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੁੱਢ ਸੈਂਕੜੇ ਹੋਟਲ ਬਣੇ, ਅਸੀਂ ਨਹੀਂ ਕਹਿੰਦੇ ਕਿ ਕਿਸੇ ਦਾ ਰੁਜ਼ਗਾਰ ਖੋਈਏ, ਪਰ ਯਾਰ ਕਿਸੇ ਨੇ ਤਾਂ ਕਾਨੂੰਨ ਦੀ ਉਲੰਘਣਾ ਕੀਤੀ, ਉਹਨਾਂ ਨੇ ਤਾਂ ਕਰ ਲਈ ਜਿਨ੍ਹਾਂ ਨੇ ਬਿਲਡਿੰਗ ਖੜੀ ਕੀਤੀ, ਪਰ ਰਿਸ਼ਵਤ ਕਿਹਨੂੰ ਦਿੱਤੀ? ਕੀ ਕਿਸੇ ਮੰਤਰੀ ਨੂੰ ਪਤਾ ਹੀ ਨਾ ਲੱਗਾ? ਕਿ ਸਾਡੇ ਮੰਤਰੀ, ਸਾਡੇ ਵਿਰੋਧੀ ਧਿਰ ਵਾਲੇ ਦਰਬਾਰ ਸਾਹਿਬ ਮੱਥਾ ਟੇਕਣ ਹੀ ਨਹੀਂ ਸੀ ਜਾਂਦੇ? ਉਹਨਾਂ ਦੀ ਜ਼ਿੰਮੇਵਾਰੀ ਕੋਈ ਤੈਅ ਹੀ ਨਹੀਂ ਕਰਦਾ। ਐਤਕੀ ਵੀ ਕਿਸੇ ਨੇ ਨਹੀਂ ਤੈਅ ਕਰਨੀ, ਕਿਸੇ ਨੂੰ ਪਤਾ ਨਹੀਂ ਲੱਗਾ ਕਿ ਕਿਹੜੇ ਨਿਆਣੇ ਦੇ ਨਾਂ ਦੇ ਉੱਤੇ ਕਿਹੜਾ ਬੰਦਾ ਘਪਲੇ ਕਰਦਾ ਰਿਹਾ, ਪੈਸੇ ਖਾਂਦਾ ਰਿਹਾ। ਠੀਕ ਹੈ, ਚੀਜ਼ਾਂ ਸੈਟਲ ਕਰਨੀਆਂ ਜ਼ਰੂਰੀ ਨੇ, ਪਰ ਜੇ ਦੂਜੇ ਪਾਸੇ ਵੋਟਾਂ ਤੋਂ ਪਹਿਲਾਂ ਕਾਂ ਮਾਰ ਕੇ ਟੰਗਦੇ ਉਹਨੇ, ਇੱਧਰ ਵੀ ਦੇਖ ਲੈਂਦੇ ਮੜ ਜਾ। ਜਿਹੜੇ ਦੇਖਣਗੇ ਉਹ ਤਾਂ ਉਹਨਾਂ ਨੇ ਹੋਰ ਵੀ ਇਸ਼ਾਰਾ ਕੀਤਾ, ਕਿਉਂਕਿ ਪਿਛਲੇ ਦਿਨਾਂ ਜਿਹੜੀ ਉਹ STF ਦੀ ਰਿਪੋਰਟ ਖੋਲ੍ਹਣ ਵਾਲਾ ਰੌਲਾ ਸੀ, ਹੁਣ ਸੁਣਨ 'ਚ ਆਇਆ ਭਾਈ ਸਾਹਿਬ ਵੀ ਸ਼ਾਇਦ ਉਹ ਵੀ ਕੋਈ ਕਹਿੰਦਾ ਖੁੱਲ੍ਹ ਗਈ, ਕੋਈ ਕਹਿੰਦੇ ਵੀ ਅੱਜ ਖੋਲ੍ਹ ਦੇਣੀ ਹੂੰ, ਪਰ ਚੰਨੀ ਸਾਹਿਬ ਕਹਿੰਦੇ ਵੀ ਛੱਡਣਾ ਕੋਈ ਨਹੀਂ। ਹੁਣ ਜੇ ਉਹ ਕਹਿੰਦੇ ਆ ਤੇ ਕੀ ਪਤਾ, ਜੇ ਕਈ ਵਾਰੀ ਨਾ ਤੁਹਾਡੇ ਵਰਗੇ ਜਿਹੜੇ ਨਿਆਣੇ ਹੁੰਦੇ ਜ਼ਿਆਦਾ ਹੀ ਸਿਆਣੇ, ਉਹ 3-4 ਦੋਸਤਾਂ ਕੋਲ ਖੜੇ ਹੋਣ ਤੇ ਉਹਨਾਂ ਦੀ ਜੇਬ ਦੇ ਵਿੱਚ ਇੱਕ ਟੌਫੀ ਹੋਵੇ ਤਾਂ ਹੱਥ ਪਾ ਕੇ ਵਿੱਚੇ ਹੀ ਖੋਲੀ ਜਾਂਦੇ ਹੁੰਦੇ, ਮਾੜੀ ਮਾੜੀ ਕੜਕੜ ਹੁੰਦੀ ਇਹ ਰਿਪੋਰਟ ਵਾਹੇ ਬਾਹਰ ਆ ਕੇ ਖੋਲੋ ਜੇ ਖੋਲਣੀ ਨਹੀਂ ਅਗਲੇ ਕਹਿਣਗੇ ਵੀ ਅਸੀਂ ਪਹਿਲਾਂ ਅੰਦਰ ਬੈਠ ਕੇ ਸਾਰਿਆਂ ਨੇ ਵਿਚਾਰਿਆ, ਉਸ ਤੋਂ ਬਾਅਦ ਕਿਹਾ ਵੀ ਭਾਈ ਆਹ ਫਾਇਦਾ ਹੀ, ਆਹ ਇਹਦਾ ਨੁਕਸਾਨ ਹੀ, ਇਹਨੂੰ ਸੇਕ ਲੱਗ ਸਕਦਾ ਜੇ ਆਖੋ ਤੇ ਖੋਲੀਏ, ਜੇ ਆਖੋ ਤੇ ਨਹੀਂ ਤੇ ਇੰਨੇ ਚਿਰ ਦੀ ਬੰਦ ਸੀ ਵੀ ਉੱਥੇ ਵੀ ਰੱਖ ਦਾਂਗੇ, ਆਪਾਂ ਨੂੰ ਫਰਕ ਪੈਂਦਾ। ਚਲੋ ਦੇਖੋ, ਪੰਜਾਬੀ 'ਚ ਕਹਿੰਦੇ ਹੁੰਦੇ ਆ ਲੱਡੂ ਲਿਆਵੇਂ ਤਾਂ ਭੋਰ ਕੇ ਖਾਵਾਂ, ਮਿਸ਼ਰੀ ਕੜਕ ਬੋਲਦੀ। ਇਹ ਭਾਈ ਰਿਪੋਰਟ ਜਿਹੜੀ ਕੜਕ ਬੋਲਣੀ ਚਾਹੀਦੀ ਹੈ। ਹਾਂ, ਇਹ ਨਾ ਮਿਸ਼ਰੀ ਤੋੜਦਾ ਦਾੜ ਹੀ ਕਿਤੇ ਨਿਕਲ। ਚਲਿਏ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।